वाहिगुरु जी का खालसा वाहिगुरु जी की फतेह। अज आपां फिर एक बारी ਸਰੋਤਿਆਂ ਦੇ ਸਾਹਮਣੇ ਦਰਸ਼ਕਾਂ ਦੇ ਸਾਹਮਣੇ ਇਕੱਠੇ ਹੋਏ ਆ ਸਿੱਖ ਮਤ ਐਪੀਸੋਡ 5ਵਾਂ ਲੈ ਕੇ। ਤੁਹਾਨੂੰ ਪਤਾ ਹੀ ਹੈ ਕਿ ਹਰੇਕ ਹਫ਼ਤੇ ਦੀ ਤਰ੍ਹਾਂ ਆਪਾਂ ਜੋ ਚੱਲ ਰਹੇ ਕਰੰਟ ਵਿਸ਼ੇ ਹੁੰਦੇ ਨੇ, ਕਰੰਟ ਮੁੱਦੇ ਹੁੰਦੇ ਨੇ, ਜੋ ਅੱਜ ਪੰਥ ਦੇ ਵਿੱਚ ਕੀ ਕੁਝ ਚੱਲ ਰਿਹਾ, ਕੀ ਕੁਝ ਹੋ ਰਿਹਾ, ਉਹਦੇ ਬਾਰੇ ਆਪਾਂ ਜੋ ਗੱਲਾਂ ਬਾਤਾਂ ਕਰਦੇ ਆ। ਉਹਦੇ ਲਈ ਆਪਾਂ ਹਰੇਕ ਹਫ਼ਤੇ ਸਿੱਖ ਮਤ ਦਾ ਇੱਕ ਐਪੀਸੋਡ ਕੋਸ਼ਿਸ਼ ਕਰੀਦੀ ਹੈ ਕਿ ਤੁਹਾਡੇ ਦਰਮਿਆਨ ਜ਼ਰੂਰ ਲੈ ਕੇ ਆਂਦਾ ਜਾਵੇ। ਸੋ ਅੱਜ ਫਿਰ ਅਸੀਂ ਉਸ ਕੋਸ਼ਿਸ਼ ਦੇ ਵਿੱਚ ਹਾਜ਼ਰ ਹੋਏ ਆ। ਸਾਰੇ ਵੀਰ ਆਪ ਜੀ ਦੇ ਨਾਲ ਕੁਝ ਚਿਰ ਗੱਲਾਂ ਬਾਤਾਂ ਕਰਨੀਆਂ ਨੇ ਕਿ ਜੋ ਅੱਜ ਕਰੰਟ ਵਿਸ਼ੇ ਚੱਲ ਰਹੇ ਨੇ। ਜਿਵੇਂ ਆਪ ਜੀ ਨੂੰ ਪਤਾ ਹੀ ਆਪਾਂ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਬਾਰੇ ਹਮੇਸ਼ਾ ਗੱਲਬਾਤ ਕਰਦੇ ਰਹਿੰਦੇ ਆ, ਕਿਉਂਕਿ ਸਾਡਾ ਗੱਲਬਾਤ ਦਾ ਆਧਾਰ ਉੱਥੋਂ ਹੀ ਸ਼ੁਰੂ ਹੁੰਦਾ ਹੈ ਅਤੇ ਸਾਡੀ ਗੱਲਬਾਤ ਦਾ ਖਾਤਮਾ ਵੀ ਉਹਨਾਂ ਤੇ ਹੀ ਹੁੰਦਾ, ਕਿਉਂਕਿ ਗੁਰਬਾਣੀ ਦੇ ਆਧਾਰ ਤੇ ਜਿਹੜੀ ਉਹ ਗੱਲਬਾਤ ਅੱਜ ਕਰ ਰਹੇ ਨੇ ਤੇ ਸਾਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਜੋ ਸੋਚ ਸੀ, ਜੋ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਸੀ, ਜੋ ਗੁਰੂ ਨਾਨਕ ਦੇਵ ਜੀ ਦਾ ਰਸਤਾ ਸੀ, ਉਸ ਦੇ ਉੱਤੇ ਕਿਤੇ ਇਸ ਬ੍ਰਾਹਮਣਵਾਦੀ, ਇਸ ਪੁਜਾਰੀਵਾਦੀ ਧੂੜ ਜੰਮ ਗਈ ਸੀ ਤੇ ਉਹ ਧੂੜ ਨੂੰ ਸਾਫ਼ ਕਰਨ ਦਾ ਹੀਲਾ ਅੱਜ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਕਰ ਰਹੇ ਨੇ। ਅਤੇ ਉਹ ਜਿਹੜਾ ਗੁਰੂ ਨਾਨਕ ਦਾ ਲਾਇਆ ਹੋਇਆ ਬੂਟਾ ਜੋ ਕਿਤੇ ਉਸ ਮਿੱਟੀ ਦੇ ਥੱਲੇ ਦੱਬ ਕੇ ਰਹਿ ਗਿਆ ਸੀ, ਅੱਜ ਉਹ ਦੁਬਾਰਾ ਸੁਰਜੀਤ ਹੋ ਰਿਹਾ ਹੈ। ਉਸ ਬੂਟੇ ਨੂੰ ਦੁਬਾਰਾ ਫਲ ਲੱਗਣਗੇ, ਹੌਲੀ ਹੌਲੀ ਉਹ ਵੱਡਾ ਹੋਏਗਾ ਅਤੇ ਸਾਡੀ ਕੋਸ਼ਿਸ਼ ਉਹਦੇ ਵਿੱਚ ਇਹੀ ਹੈ ਕਿ ਅਸੀਂ ਵੀ ਉਹਦੇ ਵਿੱਚ ਥੋੜ੍ਹਾ ਬਹੁਤਾ ਆਪਣਾ ਬਣਦਾ ਹਿੱਸਾ, ਆਪਣਾ ਬਣਦਾ ਜੋ ਪਾਣੀ ਹੈ ਉਸ ਬੂਟੇ ਨੂੰ ਅਸੀਂ ਪਾਈਏ, ਕਿਉਂਕਿ ਅਸੀਂ ਸਮਝਦੇ ਹਾਂ ਕਿ ਉਹ ਜੋ ਸੋਚ ਹੈ ਅੱਜ ਉਹ 21ਵੀਂ ਸਦੀ ਦੇ ਵਿੱਚ ਉਹੀ ਸੋਚ ਪ੍ਰੈਕਟੀਕਲ ਹੈ। ਗੁਰੂ ਨਾਨਕ ਸਾਹਿਬ ਨੇ ਜੋ 550 ਸਾਲ ਪਹਿਲਾਂ ਸਾਨੂੰ ਗੁਰਬਾਣੀ ਦੇ ਪ੍ਰਤੀ ਜੋ ਨਜ਼ਰੀਆ ਦਿੱਤਾ ਸੀਗਾ, ਸਾਡਾ ਕਿਤੇ ਨਾ ਕਿਤੇ ਸਿੱਖਾਂ ਦਾ ਉਹ ਨਜ਼ਰੀਆ ਬਦਲ ਗਿਆ ਸੀ, ਪਰ ਅੱਜ ਉਹ ਨਜ਼ਰੀਆ ਦੁਬਾਰਾ ਸੁਰਜੀਤ ਹੋਇਆ ਕਿ ਗੁਰਬਾਣੀ ਨੂੰ ਅਸੀਂ ਕਿਸ ਤਰੀਕੇ ਨਾਲ ਦੇਖਣਾ ਹੈ, ਅਸੀਂ ਆਪਣੇ ਇਤਿਹਾਸਕ ਸਥਾਨਾਂ ਨੂੰ ਕਿਸ ਤਰੀਕੇ ਨਾਲ ਦੇਖਣਾ ਹੈ, ਅਸੀਂ ਆਪਣੀਆਂ ਸਿੱਖ ਪਰੰਪਰਾਵਾਂ ਨੂੰ ਕਿਸ ਤਰੀਕੇ ਨਾਲ ਦੇਖਣਾ ਹੈ, ਅਸੀਂ ਆਪਣੇ ਇਤਿਹਾਸ ਨੂੰ ਕਿਸ ਤਰੀਕੇ ਨਾਲ ਦੇਖਣਾ ਹੈ। ਉਹ ਸਾਰੀਆਂ ਚੀਜ਼ਾਂ ਦੇ ਲਈ ਆਪਣੇ ਗੱਲਬਾਤ ਜਾਰੀ ਰਹਿੰਦੀ ਹੈ। ਸੋ ਜੋ ਪਿਛੇ ਜਿਹੇ ਘਟਨਾਵਾਂ ਹੋਈਆਂ ਨੇ ਉਹਦੇ ਵਿੱਚ ਆਪ ਜੀ ਨੂੰ ਪਤਾ ਹੀ ਹੈ ਕਿ ਭਾਈ ਰਣਜੀਤ ਸਿੰਘ ਜੀ ਹੁਣਾਂ ਦੀ ਇੱਕ ਇੰਟਰਵਿਊ ਜੋ ਕਿ ਨਿਊਜ਼ 18 ਪੰਜਾਬ ਤੇ ਆਈ ਹੈ, ਉਹਨਾਂ 2 ਘੰਟੇ ਦੀ ਇੰਟਰਵਿਊ ਹੈ। ਜਿਹੜੇ ਮੇਰੇ ਵੀਰਾਂ ਭੈਣਾਂ ਨੇ ਉਹ ਨਹੀਂ ਸੁਣੀ, ਉਹ ਕਿਰਪਾ ਕਰਕੇ ਉਸ ਇੰਟਰਵਿਊ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਨ, ਕਿਉਂਕਿ ਜਿਨ੍ਹਾਂ ਦੇ ਗੱਲਾਂ ਦੇ ਵਿੱਚ, ਜਿਨ੍ਹਾਂ ਦੇ ਦਿਮਾਗ ਦੇ ਵਿੱਚ ਬਹੁਤ ਸਾਰੇ ਸਵਾਲ ਹੋਣਗੇ, ਜਿਨ੍ਹਾਂ ਦੇ ਦਿਮਾਗ 'ਚ ਬਹੁਤ ਸਾਰੀਆਂ ਗੱਲਾਂ ਹੋਣਗੀਆਂ, ਉਹ ਉਸ ਇੰਟਰਵਿਊ ਦੇ ਨਾਲ ਆਪ ਜੀ ਦੇ ਨਾਲ ਕਲੀਅਰ ਹੋ ਜਾਣਗੀਆਂ, ਕਿਉਂਕਿ ਬਹੁਤ ਸਾਫ਼ ਤੇ ਸਪਸ਼ਟ ਗੱਲਾਂ ਭਾਈ ਸਾਹਿਬ ਨੇ ਉਹਦੇ ਵਿੱਚ ਕਹੀਆਂ ਨੇ। ਹੁਣ ਮੈਂ ਗੁਰਮੇਲ ਸਿੰਘ ਭਾਜੀ ਹੁਣਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਉਹਦੇ ਬਾਰੇ ਕੁਝ ਆਪਣੇ ਸ਼ਬਦ ਕਹੋ। ਹਾਂਜੀ ਦਲਜੀਤ ਸਿੰਘ ਜੀ, ਜਿੱਦਾਂ ਤੁਸੀਂ ਸਾਰਾ ਦੱਸ ਦਿੱਤਾ ਕਿ ਜਿੱਦਾਂ ਆਪਾਂ ਅੱਜ ਗੱਲਬਾਤ ਕਰਨੀ ਆ, ਕਿਉਂਕਿ ਆਪਾਂ ਐਪੀਸੋਡ ਨੰਬਰ 5 ਲੈ ਕੇ ਆਏ ਆ ਕਿ ਇੱਕ ਛੋਟਾ ਜਿਹਾ ਉਪਰਾਲਾ ਵਾ ਕਿ ਇਹ ਜੋ ਸਾਡੇ ਕਰੰਟ ਮਸਲੇ ਆ, ਕਰੰਟ ਵਿਸ਼ੇ ਦੇ ਉੱਤੇ ਗੱਲ ਕਰ ਸਕੀਏ। ਮੈਂ ਨਾ ਇੱਕ ਛੋਟੀ ਜਿਹੀ ਗੱਲ ਪਹਿਲਾਂ ਇਹ ਕਰੂੰਗਾ ਕਿ ਕਈ ਵਾਰੀ ਸਾਨੂੰ ਸਵਾਲ ਕਰਦੇ ਨੇ ਕਈ ਵੀਰ ਜਦੋਂ ਮਿਲਦੇ ਆ ਕਿ ਤੁਹਾਡੀ ਸੰਪਰਦਾਇਆਂ ਦੇ ਨਾਲ ਜਾਂ ਬਾਬਿਆਂ ਦੇ ਨਾਲ ਕਿਉਂ ਤੁਸੀਂ ਇਸ ਤਰ੍ਹਾਂ ਆਲੋਚਨਾ ਕਰਦੇ ਜਾਂ ਕ੍ਰਿਟਿਸਾਈਜ਼ ਕਰਦੇ। ਹਾਂਜੀ, ਤੇ ਜਿਹੜਾ ਅਸੀਂ ਪਿਛਲੀ ਵਾਰੀ ਇੱਕ ਐਪੀਸੋਡ ਕੀਤਾ ਉਹਦੇ ਤੇ ਨਾ ਅਸੀਂ ਤੀਰਥਾਂ ਬਾਰੇ ਗੱਲ ਕਰ ਰਹੇ ਸੀ। ਹਾਂਜੀ, ਵੀ ਜਦੋਂ ਭਾਈ ਸਾਹਿਬ ਨੇ ਇੱਕ ਬੜਾ ਵਧੀਆ 3-4 ਵੀਕਾਂ ਹੋ ਗਿਆ ਉਹਨਾਂ ਨੇ ਕਲੀਅਰ ਕੀਤਾ ਸੀ ਕਿ ਤੀਰਥ ਗੁਰਸਥਾਨ ਨੂੰ ਤੀਰਥ ਕਿੱਦਾਂ ਬਣਾ ਦਿੱਤਾ ਗਿਆ। ਬਿਲਕੁਲ, ਪਰ ਅਸੀਂ ਕਾਫੀ ਐਗਜ਼ਾਮਪਲਸ ਜਿਹੜੀਆਂ ਗੁਰਬਾਣੀ ਦੇ ਵਿੱਚੋਂ ਲਈਆਂ ਸੀ ਵੀ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਕਿਹਾ ਵੀ ਤੀਰਥ ਦੀ ਕੀ ਮਹੱਤਤਾ, ਵੀ ਸਾਨੂੰ ਜਿਹੜਾ ਪਹਿਲੋਂ ਹੀ ਪੁਜਾਰੀ ਨੇ ਤੀਰਥ ਨਾਲ ਜੋੜਿਆ ਸੀ, ਪਰ ਅੱਜ ਸਾਡੇ ਪਾਂਡਿਆਂ ਨੇ ਵੀ, ਸਾਡੇ ਪਗੜੀਧਾਰੀ ਪਾਂਡਿਆਂ ਨੇ ਵੀ ਮਤਲਬ ਉਸੇ ਤੀਰਥ ਦੇ ਨਾਲ ਸਾਨੂੰ ਜੋੜਨ ਦੀ ਕੋਸ਼ਿਸ਼ ਕੀਤੀ ਵੀ ਜਿੱਦਾਂ ਦੂਸਰੇ ਧਰਮ ਮੰਨਦੇ ਆ। ਬਿਲਕੁਲ, ਅਸੀਂ ਤੀਰਥ ਬਾਰੇ ਜਿੱਦਾਂ ਗੱਲ ਕਰਦੇ ਆਪਾਂ ਵੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੀਰਥ ਨਾਮਣ ਜਾਊਂ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਦੋਂ ਅੰਤਰ ਗਿਆਨ ਦੀ ਗੱਲ ਕਰਦੇ ਵੀ ਮੇਰੇ ਵਾਸਤੇ ਤੀਰਥ ਉਹੀ ਆ ਵੀ ਸ਼ਬਦ ਦਾ ਗਿਆਨ ਜਿਹੜਾ ਵਾ ਮੇਰੇ ਅੰਦਰ ਉਪਜ ਜੇ ਤੇ ਉਹਦੇ ਤੋਂ ਮੈਂ ਸੂਝ ਲੈ ਕੇ ਅੱਗੇ ਗੱਲ ਕਰਾਂ। ਇਸੇ ਤਰ੍ਹਾਂ ਜੋ ਪਿਛਲੀ ਗੱਲ ਕੀਤੀ ਤੇ ਇੱਕ ਵੀਰ ਨੇ ਨਾ ਕਮੈਂਟ ਪਾਇਆ ਥੱਲੇ, ਅੱਛਾ ਜੀ, ਉਹ ਕਹਿੰਦਾ ਮੈਲ ਗਈ ਮਨ ਨਿਰਮਲ ਹੋਆ, ਹਾਂਜੀ, ਅੰਮ੍ਰਿਤ ਸਰ ਤੀਰਥ ਨਾਏ। ਜਿਹੜੀ ਗੱਲ ਤੋਂ ਅਸੀਂ ਕਹਿੰਦੇ ਆ ਵੀ ਸਾਡੀ ਇਹਨਾਂ ਦੇ ਨਾਲ ਮਤਲਬ ਆਲੋਚਨਾ ਵਾਲਾ ਵਖਰੇਵਾਂ ਕੀ ਸਾਡਾ, ਹੁਣ ਉਹ ਵੀਰ ਨੇ ਉਨੀ ਤੋਕ ਚੱਕੀ ਜਿੰਨੀ ਉਹਦੇ ਕੰਮ ਦੀ ਸੀ। ਹਾਂਜੀ, ਕਿਉਂਕਿ ਅਸੀਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਵੀ ਜਦੋਂ ਅਸੀਂ ਕਹਿੰਦੇ ਆ ਨਾ ਵੀ ਤੀਰਥਾਂ ਦੀ ਗੱਲ ਕਰਦੇ ਕਿ ਇਹਦੇ ਵਿੱਚ ਜਦੋਂ ਇਹ ਉਹਨੇ ਇੱਕ ਗੱਲ ਕਹੀ, ਕਹਿੰਦੇ ਤੀਰਥ ਅੰਤਰ ਤੀਰਥ ਗਿਆਨ ਹੈ। ਹਾਂਜੀ, ਗੁਰੂ ਸਾਹਿਬ ਇਸ ਤੋਂ ਪਹਿਲਾਂ ਕੀ ਕਹਿ ਰਹੇ ਨੇ, ਕਹਿੰਦੇ ਅੰਤਰ ਤੀਰਥ ਗਿਆਨ ਹੈ ਸਤਿਗੁਰ ਦੀਆ ਬੁਝਾਏ ਜੀਓ। ਅੰਦਰ ਜਦੋਂ ਗਿਆਨ ਆ ਗਿਆ ਨਾ, ਇਹ ਮੈਨੂੰ ਪਤਾ ਕਿੱਥੋਂ ਲੱਗਣਾ, ਸਤਿਗੁਰੂ ਮਤਲਬ ਸੱਚਾ ਗਿਆਨ। ਹਾਂਜੀ, ਤੇ ਮੈਨੂੰ ਗੁਰੂ ਨੇ ਦੱਸਤਾ ਕਿ ਅੰਦਰ ਹੀ ਮੇਰੇ ਸੱਚਾ ਗਿਆਨ ਜਦੋਂ ਆ ਗਿਆ, ਇਹੀ ਮੇਰੇ ਵਾਸਤੇ ਤੀਰਥ ਆ।
ਤੇ ਉਹ ਵੀਰ ਨੇ ਜਦੋਂ ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤਸਰ ਤੀਰਥ ਨਾਏ, ਉਹਦੇ ਵਿੱਚ ਆ ਗਿਆ ਅੰਮ੍ਰਿਤਸਰ। ਇਹਦਾ ਮਤਲਬ ਵੀ ਅੰਮ੍ਰਿਤਸਰ ਨੂੰ ਤੀਰਥੋਂ ਮੰਨੀ ਜਾਂਦਾ, ਕਿਉਂਕਿ ਇਸੇ ਚੀਜ਼ਾਂ ਦਾ ਕਰਕੇ ਅਸੀਂ ਜਦੋਂ ਕਹਿੰਦੇ ਨਾ ਵੀ ਕਊਆ ਕਾਗ ਕੋ ਅੰਮ੍ਰਿਤ ਰਸ ਪਾਈਐ, ਹਾਂਜੀ, ਵੀ ਕਾਂ ਨੂੰ ਜਿੰਨੇ ਮਰਜੀ ਅੰਮ੍ਰਿਤ ਰਸ ਪਾ ਦੋ, ਤ੍ਰਿਪਤੇ ਖਾਏ ਵਿਸ਼ਟਾ ਮੁਖ ਗੋਏ। ਕਹਿੰਦੇ ਉਹਦੀ ਤ੍ਰਿਪਤੀ ਪਤਾ ਕਦੋਂ ਹੁੰਦੀ ਆ, ਜਿੰਨਾ ਚਿਰ ਉਹ ਗੰਦ ਦੇ ਵਿੱਚ ਮੂੰਹ ਨਹੀਂ ਮਾਰਦਾ। ਅਗਲੇ ਪਾਸੇ ਗੁਰੂ ਸਾਹਿਬ ਕਹਿੰਦੇ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਹਾਤੈ ਕਊਆ ਹੰਸ ਹੋਏ। ਹਾਂਜੀ, ਹੁਣ ਇਹਨਾਂ ਨੇ ਕੀ ਕੀਤੀ ਕਿ ਦਰਬਾਰ ਸਾਹਿਬ ਸਰੋਵਰ ਦੇ ਉੱਤੇ ਕਊਏ ਦੀ ਫੋਟੋ ਲਾ ਦਿੱਤੀ। ਬਿਲਕੁਲ ਜੀ, ਵੀ ਇਸ ਸਰੋਵਰ ਦੇ ਵਿੱਚੋਂ ਨਹਾ ਕੇ ਕਊਆ ਹੰਸ ਹੋ ਕੇ ਬਾਹਰ ਨਿਕਲੀ ਜਾਂਦਾ। ਹਾਂਜੀ। ਪਰ ਕਊਏ ਕਿਸ ਦੀ ਗੱਲ ਹੋਣ ਡਈ ਸੀ? ਉਹ ਕਊਏ ਇਸ ਦੀ ਗੱਲ ਹੋਣ ਡਈ ਸੀ, ਹਾਂਜੀ, ਮੇਰੇ ਅੰਦਰ ਦੀ ਗੱਲ ਹੋਣ ਡਈ ਸੀ। ਹਾਂਜੀ, ਤੇ ਉਹ ਕਿੱਥੋਂ ਲੈਣਾ ਸੀ? ਉਹ ਸਤਿਗੁਰੂ ਦੇ ਗਿਆਨ ਦੇ ਨਾਲ ਪਤਾ ਲੱਗਣਾ ਸੀ ਵੀ ਤੇਰੇ ਦੇ ਅੰਦਰ ਤੀਰਥ ਆ। ਬਿਲਕੁਲ। ਇਸ ਕਰਕੇ ਇਹੀ ਸਾਡੀ ਉਹਨਾਂ ਦੇ ਨਾਲ ਆਲੋਚਨਾ ਵਾਲਾ ਪੱਖ ਹੋ ਜਾਂਦਾ ਵਾ ਵੀ ਜਦੋਂ ਅਸੀਂ ਕਹਿੰਦੇ ਵੀ ਤੁਸੀਂ ਭਾਈ ਅੱਗੋਂ ਵੀ ਪੜੋ ਸ਼ਬਦ ਨੂੰ, ਪਿੱਛੋਂ ਵੀ ਪੜੋ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਸਾਨੂੰ ਮਤਲਬ ਜਦੋਂ ਅੰਤਰ ਮੈਲ ਜੇ ਤੀਰਥ ਨਾ ਆਵੇ ਤਿਸ ਵਿਕੁੰਠ ਨਹੀਂ ਜਾਣਾ। ਹਾਂਜੀ, ਲੋਕ ਪਤੀਣੇ ਕਸੂ ਨਾ ਹੋਵੇ ਨਾ ਹੀ ਰਾਮ ਇਹ ਆਣਾ। ਰਾਮ ਕਿਤੇ ਰੱਬ ਕਿਤੇ ਨਿਆਣਾ ਥੋੜੀ ਆ ਵੀ ਤੁਸੀਂ ਕਹੀ ਜਾਂਦੇ ਵੀ ਤੀਰਥਾਂ ਤੇ ਸਾਨੂੰ ਰੱਬ ਨੇ ਮਿਲਣਾ। ਇਸ ਕਰਕੇ ਇਹ ਆ ਵੀ ਇਹੀ ਕਰਕੇ ਸਾਡੀ ਉਹਨਾਂ ਨਾਲ ਕਹਿੰਦੇ ਨਾ ਸਾਡੀ ਬਣਦੀ ਨਹੀਂ ਉਹਨਾਂ ਨਾਲ। ਹਾਂਜੀ, ਸਾਡਾ ਵਖਰੇਵਾਂ ਇਹੀ ਕਰਕੇ ਆ ਵੀ ਸਾਡਾ ਤਾਂ ਕਰਕੇ ਵੀ ਉਹ ਸ਼ਬਦ ਨੂੰ ਪੂਰੇ ਨੂੰ ਖੋਲਦੇ ਨਹੀਂਗੇ, ਸ਼ਬਦ ਨੂੰ ਪਿੱਛੋਂ ਅੱਗੋਂ ਪੜ੍ਹਦੇ ਨਹੀਂਗੇ। ਹਾਂਜੀ, ਬਿਲਕੁਲ। ਤੇ ਇਸ ਕਰਕੇ ਉਹਨਾਂ ਦੇ ਨਾਲ ਸਾਡਾ ਇਹ ਵਖਰੇਵਾਂ ਰਹਿੰਦਾ। ਹਾਂਜੀ, ਜਿਵੇਂ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਆ ਕਿ ਜਦੋਂ ਗੁਰਬਾਣੀ ਪ੍ਰਤੀ ਆਪਾਂ ਕੋਈ ਗੱਲ ਕਰਦੇ ਆ, ਗੁਰਬਾਣੀ ਪ੍ਰਤੀ ਆਪਾਂ ਕੋਈ ਉਹਦੀ ਵਿਆਖਿਆ ਕਰਦੇ ਆ, ਤਾਂ ਉਹਦੇ ਵਿੱਚ ਆਪਣਾ ਨਜ਼ਰੀਆ ਜੋ ਹੁੰਦਾ ਹੈ ਆਪਾਂ ਉਹਦੇ ਹਿਸਾਬ ਨਾਲ ਗੱਲ ਕਰਦੇ। ਬਿਲਕੁਲ। ਪਿੱਛੇ ਜਿਹਾ ਪ੍ਰੋਫੈਸਰ ਦਰਸ਼ਨ ਸਿੰਘ ਦੀ ਇੰਟਰਵਿਊ ਦੇਖਣ ਨੂੰ ਮਿਲੀ ਹੈ ਜੀ, ਸਾਰੇ ਸਰੋਤਿਆਂ ਨੇ ਦਰਸ਼ਕਾਂ ਨੇ ਵੀ ਦੇਖੀ ਹੋਊਗੀ। ਉਹ ਕਹਿੰਦੇ ਆ ਕਿ ਜਿਹੜੀ ਗੁਰਬਾਣੀ ਹੈ ਹਨਾ ਜੀ, ਉਹ ਕਹਿੰਦੇ ਆ ਵੀ ਦੂਜਾ ਕਾਮਨ ਸੈਂਸ ਨਹੀਂ ਹੈਗੀ। ਗੁਰਦਰਸ਼ਨ ਸਿੰਘ ਢਿੱਲੋਂ ਹੁਣੀ ਵੀ ਇਹੀ ਗੱਲ ਕਹਿੰਦੇ ਆ ਕਿ ਗੁਰਬਾਣੀ ਕਾਮਨ ਸੈਂਸ ਤੇ ਲਾ ਕੇ ਨਹੀਂ ਦੇਖੀ ਜਾਂਦੀ। ਗੁਰਦਰਸ਼ਨ ਸਿੰਘ ਢਿੱਲੋਂ ਨੇ ਵੀ ਇਹ ਗੱਲ ਕਹੀ ਹੈ ਆਪਣੇ ਇੰਟਰਵਿਊ ਦੇ ਵਿੱਚ ਕਿ ਉਹ ਬਿਲਕੁਲ ਕਾਮਨ ਸੈਂਸ ਨਹੀਂ ਹੈਗੀ। ਪਰ ਜਦ ਕਿ ਜਦੋਂ ਆਪਾਂ ਦੇਖਦੇ ਹਾਂ ਕਿ ਉਹਦੇ ਵਿੱਚ ਗੱਲਾਂ ਹੀ ਸਾਰੀਆਂ ਕਾਮਨ ਸੈਂਸ ਦੀਆਂ ਕੀਤੀਆਂ ਗਈਆਂ ਨੇ। ਬਿਲਕੁਲ। ਸੋ ਆਪਾਂ ਉਸ ਨੂੰ ਕਾਮਨ ਸੈਂਸ ਦੀ ਕਸਵੱਟੀ ਤੇ ਲਾ ਕੇ, ਆਪਣੀ ਕਾਮਨ ਸੈਂਸ ਦੀ ਕਸਵੱਟੀ ਤੇ ਲਾ ਕੇ ਆਪਾਂ ਪਰਖਦੇ ਹਾਂ, ਤੇ ਆਪਾਂ ਜੋ ਉਹਦੇ ਚੋਂ ਸਮਝਦੇ ਹਾਂ ਆਪਾਂ ਉਹਦੇ ਨਾਲ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਅਸੀਂ ਸਮਝਿਆ ਆ ਉਹ ਅਸੀਂ ਇਸ ਤਰੀਕੇ ਨਾਲ ਸਮਝਿਆ ਆ। ਗੁਰੂ ਸਾਹਿਬ ਦਾ ਭਾਵ ਕੀ ਹੈ ਉਹ ਉਸ ਵੇਲੇ ਗੁਰੂ ਸਾਹਿਬ ਹੀ ਜਾਣਦੇ ਸੀਗੇ, ਕਿਉਂਕਿ ਜਿਹੜੀ ਕੰਡੀਸ਼ਨ ਵਿੱਚ ਉਹਨਾਂ ਨੇ ਗੁਰਬਾਣੀ ਲਿਖੀ ਹੈ ਜੀ। ਤੇ ਹੁਣ ਮੈਂ ਇਹੀ ਕਹਿਣਾ ਵੀ ਜਿੱਦਾਂ ਹੁਣ ਸਾਨੂੰ ਇਹ ਸ਼ਬਦ ਪੜਿਆ ਵੀ ਅਸੀਂ ਕੀ ਉਹ ਚੋਂ ਸੋਝੀ ਲਈ ਆ, ਮੈਂ ਆਪਣੀ ਕਾਮਨ ਸੈਂਸ ਦੇ ਨਾਲ ਅੱਗੇ ਰੱਖਾਂ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਉਹੀ ਗੱਲ ਸਾਰਿਆਂ ਦੇ ਸਾਹਮਣੇ ਆਉਣੀ ਚਾਹੀਦੀ ਹੈ, ਕਿਉਂਕਿ ਗੁਰਬਾਣੀ ਤਾਂ ਜਿੰਨੀ ਮਰਜ਼ੀ ਪੜ੍ਹੀ ਜਾਓ। ਹੁਣ ਸੰਪਰਦਾਇ ਕਿਸੇ ਤਰ੍ਹਾਂ ਪੜ੍ਹਦੇ ਆ, ਮਿਸ਼ਨਰੀ ਕਿਸ ਤਰ੍ਹਾਂ ਪੜ੍ਹਦੇ ਆ, ਦੂਸਰੇ ਜਿਹੜੇ ਨਾਨਕਸਰੀ ਉਹ ਕਿਸੇ ਤਰ੍ਹਾਂ ਮਤਲਬ ਉਹਦਾ ਮਤਲਬ ਹੋਰ ਕੱਢਦੇ ਆ। ਹਾਂਜੀ, ਹੁਣ ਅਸੀਂ ਉਸ ਦਿਨ ਵੀ ਇਹ ਗੱਲ ਕੀਤੀ ਵੀ ਤੀਰਥ ਨਹਾਈ ਹੈ ਸੁਖ ਫਲ ਪਾਈ ਹੈ ਮੈਲ ਨਾ ਲਾਗੇ ਕਾਈ। ਬਿਲਕੁਲ ਵੀ ਗੁਰਬਾਣੀ ਇੱਥੋਂ ਜੇ ਅਸੀਂ ਇੱਥੋਂ ਤੱਕ ਹੀ ਤੁਕ ਪੜ੍ਹਨੀ ਵੀ ਤੀਰਥ ਨਹਾਓ ਸੁਖ ਫਲ ਪਾਓ ਤੇ ਮੈਲ ਨਹੀਂ ਲੱਗਦੀ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਨੇ ਗੋਰਖ ਪੂਤ ਲੋਹਾ ਰੀਪਾ ਬੋਲੇ। ਹਾਂਜੀ, ਇਹ ਗੋਰਖ ਦੇ ਪੁੱਤਰ ਲੋਹਾ ਰੀਪਾ ਦੇ ਸ਼ਬਦ ਨੇ। ਬਿਲਕੁਲ, ਜੋਗ ਜੁਗਤ ਵਿਦ ਸਾਈ। ਇਸ ਕਰਕੇ ਇਹ ਹੈ ਵੀ ਜਦੋਂ ਅਸੀਂ ਅੱਧਾ ਸ਼ਬਦ ਪੜਾਂਗੇ ਤੇ ਜ਼ਰੂਰ ਭੁਲੇਖੇ ਦੇ ਵਿੱਚ ਰਵਾਂਗੇ। ਹਾਂਜੀ ਵੀਰ ਜੀ। ਹਾਂਜੀ, ਕਾਮਨ ਸੈਂਸ ਦੀ ਆਪਾਂ ਗੱਲ ਕਰਦੇ ਸੀਗੇ ਹੁਣ ਕਿ ਗੁਰਬਾਣੀ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਕਿੱਦਾਂ ਵਧੀਆ ਜੀਣੀ ਸੀਗੀ। ਹਾਂਜੀ, ਤੇ ਇਸੇ ਪੱਖ ਨੂੰ ਲੈ ਕੇ ਸਾਡੇ ਗੁਰੂਆਂ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਬਹੁਤ ਵਾਰੀ। ਹਾਂਜੀ, ਤੇ ਤੀਰਥਾਂ ਬਾਰੇ ਵੀ ਆਪਾਂ ਗੱਲ ਕਰਦੇ ਹਾਂ ਕਿ ਵੀ ਅਸੀਂ ਤੀਰਥ ਨੂੰ ਕਿਸ ਨਜ਼ਰੀਏ ਦੇ ਨਾਲ ਵੇਖਦੇ ਹਾਂ। ਹਾਂਜੀ, ਜਿਸ ਤਰ੍ਹਾਂ ਅਸੀਂ ਕਈ ਵਾਰੀ ਵੀ ਇਹ ਵਿਸਥਾਰ ਪੂਰਵਕ ਗੱਲ ਕੀਤੀ ਆ ਕਿ ਇੱਕ ਪਾਣੀ ਦੇ ਵਿੱਚ ਨਹਾ ਲੈਂਦੇ ਆ ਅਸੀਂ। ਵਰਨ ਵੰਡ ਜਿਹੜੀ ਕਿ ਗੁਰੂਆਂ ਸਾਡਿਆਂ ਨੇ ਖਤਮ ਕਰਨੇ ਦਾ ਯਤਨ ਕੀਤਾ ਸੀਗਾ। ਹਾਂਜੀ ਹਾਂਜੀ, ਇੱਕ ਪਾਣੀ ਦੇ ਵਿੱਚ ਨਹਾ ਲੈਂਦੇ ਆ ਅਸੀਂ, ਖਾ ਪੀ ਲੈਂਦੇ ਆ ਹਨਾ। ਉਹ ਵਰਨ ਵੰਡ ਖਤਮ ਕੀਤੀ ਸੀ, ਜਾਤ ਪਾਤ ਦਾ ਖੰਡਨ ਕੀਤਾ ਸੀ। ਇਹਨਾਂ ਕਰਕੇ ਉਹਨਾਂ ਸਥਾਨਾਂ ਦਾ ਸਾਡੇ ਨਜ਼ਰੀਏ ਦੇ ਵਿੱਚ ਬਹੁਤ ਮਹਾਨਤਾ ਹੈਗੀ। ਅਸੀਂ ਉਹਨਾਂ ਨੂੰ ਇਸ ਗੱਲ ਤੋਂ ਕਿਤੇ ਵੀ ਭੱਜਦੇ ਨਹੀਂ ਹੈਗੇ। ਬਿਲਕੁਲ, ਤੇ ਪੂਰਾ ਸਤਿਕਾਰ ਕਰਦੇ ਹੈਗੇ ਆ ਸਾਡੇ ਗੁਰੂ ਸਥਾਨਾਂ ਦਾ, ਸਾਡੇ ਇਤਿਹਾਸਕ ਸਥਾਨਾਂ ਦਾ। ਹਾਂਜੀ ਹਾਂਜੀ, ਬਸ ਇਹੀ ਕਹਿਣਾ ਚਾਹੁੰਦਾ। ਹਾਂਜੀ ਜਤਿੰਦਰ ਸਿੰਘ। ਹਾਂਜੀ, ਤੁਸੀਂ ਸਾਰਿਆਂ ਨੇ ਆਪਾਂ ਭਾਈ ਸਾਹਿਬ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੀ ਨਿਊਜ਼ 18 ਤੇ ਜਿਹੜੀ ਇੰਟਰਵਿਊ ਸੁਣੀ ਆ, ਉਹਦੇ ਚ ਸੰਪਰਦਾਇਆਂ ਵੱਲੋਂ ਜਿਹੜੇ ਸਵਾਲ ਕੀਤੇ ਜਾਂਦੇ ਸੀਗੇ, ਜਿਹੜਾ ਨਿਊਜ਼ 18 ਦਾ ਪੱਤਰਕਾਰ ਜੱਜ
ਉਹਨੇ ਸਾਰੇ ਸਵਾਲ ਜਿਹੜੇ ਇਹਨਾਂ ਵੱਲੋਂ ਕੀਤੇ ਜਾਂਦੇ ਸੀ ਉਹਨੇ ਕੱਲਾ ਕੱਲਾ ਸਵਾਲ ਪੁੱਛਿਆ ਤੇ ਭਾਈ ਸਾਹਿਬ ਨੇ ਬਾਦਲੀਲ ਜਵਾਬ ਦਿੱਤੇ ਉਹਨਾਂ ਦੇ। ਹੁਣ ਸੰਪਰਦਾਇਆਂ ਨੂੰ ਚਾਹੀਦਾ ਵੀ ਜੇ ਤੁਸੀਂ ਸਵਾਲ ਮੰਨ ਲਓ ਦੂਜੇ ਚੈਨਲਾਂ ਤੇ ਪੁੱਛ ਸਕਦੇ, ਇੱਥੇ ਆ ਕੇ ਬਰਾਬਰ ਭਾਈ ਸਾਹਿਬ ਦੇ ਬੈਠ ਕੇ ਆਪਣੀ ਗੱਲ ਰੱਖੋ। ਨਾਲੇ ਨਾਰਮਲ ਇਹ ਵੀ ਗੱਲ ਹੋ ਜਾਂਦੀ ਹੈ ਵੀ ਜਿਹੜੇ ਵਿਊਅਰ ਦੇਖਣ ਵਾਲੇ ਆ, ਸਰੋਤੇ, ਉਹਨਾਂ ਦੀਆਂ ਗੱਲਾਂ ਦੇ ਸ਼ੰਕੇ ਦੂਰ ਹੋਣਗੇ। ਹੁਣ ਜਿੱਦਾਂ ਅਜਨਾਲਾ ਜੀ ਹੁਣੀ ਬਹੁਤ ਚਿਰ ਦੇ ਰੌਲੀ ਪਾਈ ਜਾਂਦੇ ਸੀਗੇ ਵੀ ਮੇਰੇ ਨਾਲ ਬਹਿ ਕੇ ਗੱਲ ਕਰੋ, ਦਲੀਲ ਤੇਰੀ, ਸਵਾਲ ਤੇਰਾ, ਸਮਾਂ ਤੇਰਾ, ਖਾਰੇ। ਉਹ ਹੁਣ ਬਹੁਤ ਵਧੀਆ ਮੌਕਾ ਸੀਗਾ ਉਹਨਾਂ ਦੇ ਕੋਲ। ਪਰ ਹੁਣ ਤੁਸੀਂ ਦੇਖ ਲਓ ਵੀ ਕੱਲ ਭਾਈ ਸਾਹਿਬ ਹੁਣੀ ਉੱਥੇ ਨਿਊਜ਼ 18 ਤੇ ਬੈਠੇ ਸੀ, ਉਧਰ ਅਜਨਾਲਾ ਜੀ ਹੁਣੀ ਦੂਜੇ ਚੈਨਲ ਤੇ ਬੈਠੇ ਸੀਗੇ PTC ਤੇ ਕਿਉਂ ਨਹੀਂ ਉੱਥੇ ਜਾ ਕੇ ਉਹਨਾਂ ਦੇ ਨਾਲੇ ਉਹਨੀ ਪ੍ਰੈਸ ਰਿਪੋਰਟਰ ਵੀ ਭੇਜੇ ਵੀ ਤੁਸੀਂ ਸਾਡੀ ਬੈਨ ਤੇ ਬਹਿ ਕੇ ਗੱਲ ਕਰ ਲਓ। ਤੁਸੀਂ ਉੱਥੇ ਕਹਿੰਦੇ ਵੀ ਮੈਂ ਗੱਲ ਨਹੀਂ ਕਰਨੀ ਚੈਨਲ ਤੇ ਆ ਕੇ, ਪਰ PTC ਦੀ ਚੈਨਲ ਤੇ ਬਹਿ ਕੇ ਗੱਲ ਕਰਨ ਲੱਗੇ ਹੋ। ਦੇਖੋ ਕਿੱਥੇ ਤੇ ਗਿਆ। ਬਾਕੀ ਭਾਈ ਸਾਹਿਬ ਨੇ ਮੰਨ ਲਓ ਵੀ ਇੱਕ ਕਿਸਮ ਦੀਆਂ ਜਿਹੜੇ ਸਾਡੇ ਵੀ ਮਨਾਂ 'ਚ ਕਾਫੀ ਸਵਾਲ ਸੀਗੇ ਵੀ ਆਹ ਗੱਲਾਂ ਦੇ ਜਿਹੜੇ ਟਕਸਾਲੀ ਸਵਾਲ ਕਰਦੇ ਸੀਗੇ ਜਾਂ ਸੰਪਰਦਾਇਆਂ ਵਾਲੇ ਬੰਦੇ ਕਰਦੇ ਸੀਗੇ ਵੀ ਭਾਈ ਸਾਹਿਬ ਇਦਾਂ ਕਹਿ ਰਹੇ ਆ, ਭਾਈ ਸਾਹਿਬ ਇਦਾਂ, ਉਹ ਜਿਹੜੇ ਵੀ ਜੋ ਸਵਾਲਾਂ ਸੀਗੇ ਉਹਨਾਂ ਨੇ ਇੰਨੇ ਕਲੀਅਰ ਜਵਾਬ ਦਿੱਤੇ ਆ ਵੀ ਹੱਦੋਂ ਵੱਧ ਮੰਨ ਲਓ ਵੀ ਬੰਦੇ ਨੂੰ ਮੰਨ ਲਓ ਵੀ ਤੁੰਮ ਜਾਂਦੇ ਅੰਦਰ ਵੀ ਇਹਨਾਂ ਦੇ ਜਵਾਬ ਇਹੀ ਬਣਦਾ ਆ। ਬਿਲਕੁਲ। ਇਸ ਕਰਕੇ ਤੁਸੀਂ ਬਾਕੀ ਜਿਹੜੀ ਪ੍ਰੋਫੈਸਰ ਦਰਸ਼ਨ ਸਿੰਘ ਦੀ ਵੀ ਗੱਲ ਕੀਤੀ ਹੈ, ਤੁਸੀਂ ਦੇਖੋ ਵੀ ਪ੍ਰੋਫੈਸਰ ਦਰਸ਼ਨ ਸਿੰਘ ਨੇ ਕਿੱਥੇ ਤੱਕ ਜਿਹੜੀ ਨਵੀਂ ਇੰਟਰਵਿਊ ਦੀ ਜਸਨੀਤ ਨਾਲ ਆਈ ਆ, ਤੁਸੀਂ ਦੇਖੋ ਵੀ ਉਹ ਸ਼ਬਦਾਂ ਦੀ ਕਿੱਦਾਂ ਹੇਰ ਫੇਰ ਕਰਦਾ ਹੈ। ਬਿਲਕੁਲ। ਉਹ ਆਪਣੇ ਸ਼ਬਦਾਂ ਦਾ ਜਾਲ ਇਦਾਂ ਦਾ ਬੁਣਦਾ ਵੀ ਦੂਸਰਿਆਂ ਨੂੰ ਇਦਾਂ ਲਜਾਉਂਦਾ ਵੀ ਜੋ ਮੈਂ ਕਹਿ ਰਿਹਾ ਉਹੀ ਸੱਚ ਵਾ। ਤੁਸੀਂ ਸ਼ਾਇਦ ਮੇਰੇ ਭਰਾ ਤੁਸੀਂ ਸ਼ਾਇਦ ਨਾ ਦੇਖਿਆ ਹੋਊਗਾ, ਇੱਕ ਵਾਰੀ ਪ੍ਰੋਫੈਸਰ ਦਰਸ਼ਨ ਸਿੰਘ ਦਿੱਲੀ ਦੇ ਵਿੱਚ ਸਟੇਜ ਲੱਗੀ ਹੋਈ ਸੀਗੀ। ਉਸ ਵੇਲੇ ਜਦੋਂ ਸਟੇਜ ਲੱਗੀ ਹੋਈ ਸੀਗੀ ਤਾਂ ਉਸ ਵੇਲੇ ਉਹਦੇ ਵਿੱਚ ਸਰਨਾ, ਪ੍ਰਤਾਪ ਸਿੰਘ ਬਾਜਵਾ, ਹੋਰ ਜਿੱਦਾਂ ਮੰਨ ਲਓ ਅੰਬਿਕਾ ਸੋਨੀ, ਇਹ ਸਾਰੇ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਉਹ ਸਾਰੀ ਬੈਠੀ ਸੀਗੀ ਉੱਥੇ। ਉਸ ਦਿੱਲੀ ਦੀ ਸਟੇਜ ਤੋਂ ਦੇਖ ਲਓ ਵੀ ਜਿਹੜਾ ਸ਼ਬਦ ਪੜਿਆ ਬਾਦਲ ਦੇ ਖਿਲਾਫ ਪੜਿਆ। ਠੀਕ ਹੈ। ਸ਼ਰੇਆਮ ਉੱਥੇ ਲੱਗਦਾ ਸੀਗਾ ਵੀ ਇਹ ਬਾਦਲ ਦੇ ਐਂਟੀ ਜਾ ਕੇ ਉਹ ਗੁਰਬਾਣੀ ਦੀ ਵਿਆਖਿਆ ਕਰ ਰਹੇ। ਇਹ ਅਸਲ 'ਚ ਨਾ ਇੱਥੇ ਬਹੁਤ ਦੁੱਖ ਲੱਗਦਾ ਵਾ ਕਿਉਂਕਿ ਅਸੀਂ ਬਹੁਤ ਕੁਝ ਸਿੱਖਿਆ ਵੀ ਇਹਨਾਂ ਤੋਂ। ਹਾਂਜੀ। ਅਸੀਂ ਇਸ ਚੀਜ਼ ਨੂੰ ਝਠਾਉਂਦੇ ਨਹੀਂ ਹੈ। ਜਿਹੜੀ ਮਸ਼ੀਨੀ ਲਹਿਰ ਚੱਲੀ ਸੀ ਬਹੁਤ ਕੁਝ ਸਿੱਖਿਆ ਇਹਨਾਂ ਤੋਂ। ਹਾਂਜੀ। ਪਰ ਜਦੋਂ ਹੁਣ ਮੌਕਾ ਆਇਆ ਸੀ ਨਾ, ਸਮਾਂ ਆਇਆ ਸੀ ਕਿ ਜਦੋਂ ਇਹੀ ਗੱਲਾਂ ਭਾਈ ਸਾਹਿਬ ਨੇ ਅੱਗੇ ਤੋਰਤੀਆਂ, ਉਹਨਾਂ ਨੂੰ ਹੋਰ ਫਲਾ ਕਰਤਾ, ਉਹਨਾਂ ਨੂੰ ਹੋਰ ਕਲੈਰਿਟੀ ਲਿਆਣਤੀ ਉਹਨਾਂ ਦੇ ਵਿੱਚ। ਪਰ ਜਦੋਂ ਉਹ ਪਤਾ ਨਹੀਂ ਕਿਉਂ ਹੁਣ ਪ੍ਰੋਫੈਸਰ ਸਾਹਿਬ ਦੀ ਜਿਹੜੀ ਤੁਸੀਂ ਗੱਲ ਕਰਨ ਰਹੇ ਜੇ ਉਹਦੇ ਵਿੱਚ ਰੱਬ ਬਾਰੇ ਵੀ ਉਹਨਾਂ ਨੇ ਮਤਲਬ ਨਹੀਂ ਤਾਂ ਇਹਨਾਂ ਦੀਆਂ ਕਲੀਅਰ ਗੱਲਾਂ 15-20 ਸਾਲ ਪਹਿਲਾਂ ਬਿਲਕੁਲ ਉਹਨਾਂ ਦੀਆਂ ਕਿੰਨਾ ਚਿਰ ਪਹਿਲਾਂ ਰੱਬ ਦੀਆਂ ਦੇਖ ਲਓ ਗੱਲਾਂ ਕਲੀਅਰ ਕਰ ਦਿੱਤੀਆਂ ਕਲੀਅਰ ਸੀ ਵੀ ਹੁਣ ਦੇਖ ਲਓ ਵੀ ਉਹ ਕਹੀ ਜਾਂਦੇ ਵੀ ਰੱਬ ਕੋਈ ਵੱਖਰਾ ਹੈ। ਹਾਂ। ਤੁਸੀਂ ਦੇਖ ਲਓ ਵੀ ਕਿੱਥੇ ਤੇ ਮੰਨ ਲਓ ਵੀ ਇੱਕ ਵਿਰੋਧਤਾ ਦੇ ਵਿੱਚ ਆ ਕੇ ਕਿੱਥੇ ਤੇ ਡੈਪਨ ਦੇ ਅਸਲ ਬਿਲਕੁਲ। ਦੇਖੋ ਈਰਖਾ ਆ ਜਿਹੜੀ ਆ ਨਾ, ਜਿਹੜੀ ਇੱਕ ਈਰਖਾ ਤੇ ਇੱਕ ਸਾੜਾ ਹੈ ਜਿਹੜਾ ਉਹ ਉਹਨਾਂ ਦੀਆਂ ਸ਼ਕਲਾਂ ਤੋਂ ਸਾਫ਼ ਝਲਕਦਾ। ਜਦੋਂ ਗੱਲ ਕਰਦੇ ਨਾ ਜਿੰਨੇ ਵੀ ਅੱਜ ਜਾਗਰੂਕ ਭਾਈ ਰਣਜੀਤ ਸਿੰਘ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਖੜੇ ਹੋਏ ਨੇ, ਜਦੋਂ ਉਹ ਗੱਲ ਕਰਦੇ ਨੇ ਤੁਸੀਂ ਉਹਨਾਂ ਦੇ ਚਿਹਰੇ ਨੂੰ ਵਾਚਿਓ, ਕਦੇ ਧਿਆਨ ਨਾਲ ਦੇਖਿਓ ਕਿ ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜੀ ਉਹ ਈਰਖਾ ਨਾ ਉਹ ਸਾਫ਼ ਝਲਕਦੀ ਹੈ। ਗੁਰਦਰਸ਼ਨ ਸਿੰਘ ਢਿੱਲੋਂ ਨੂੰ ਵਾਚਿਓ, ਪ੍ਰੋਫੈਸਰ ਦਰਸ਼ਨ ਸਿੰਘ ਨੂੰ ਵਾਚਿਓ। ਸਰਬਜੀਤ ਸਿੰਘ ਧੁੰਦਾ ਦੀ ਇੰਟਰਵਿਊ ਆਈ ਹੈ, ਆਪਾਂ ਪਿਛਲੇ ਵੀਕ ਉਹਦੇ ਬਾਰੇ ਗੱਲ ਕਰਨੀ ਸੀ ਪਰ ਮਾਫ ਕਰਿਓ ਮੇਰੇ ਤੋਂ ਆਇਆ ਨਹੀਂ ਗਿਆ ਪਿਛਲੇ ਵੀਕ। ਸੋ ਉਹ ਇੰਟਰਵਿਊ ਤੁਸੀਂ ਸੁਣ ਲਿਓ, ਉਹਦੇ ਅੰਸ਼ ਜਿਹੜੇ ਆ ਇਹਦੇ ਵਿੱਚ ਨਾਲ ਦੀ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕਰ ਦਿੱਤੇ ਜਾਣਗੇ ਕਿ ਸਰਬਜੀਤ ਸਿੰਘ ਧੁੰਦਾ ਕੀ ਕਹਿ ਰਹੇ ਨੇ। ਅਸੀਂ ਕੋਈ ਤੁਰੋਂ ਬਿਠਾਏ ਰੱਬ ਥੋੜਾ, ਕੋਈ ਇਨਸਾਨ ਕਵੀ ਹੈ, ਕੋ ਕਵੀ ਨੇ ਆਪਣੇ ਮੁਤਾਬਕ ਉਹ ਗੱਲ ਲਿਖਤੀ, ਉਹਦੇ ਚ ਗਲਤ ਵੀ ਹੈਗਾ ਸਹੀ ਵੀ ਹੈਗਾ, ਚੰਗਾ ਮਾੜਾ ਪੱਖ ਦੋਵੇਂ ਹੀ ਆ, ਪਰ ਅਸੀਂ ਇੱਕੋ ਪੱਖ ਨਹੀਂ ਕਹਦੇ। ਜਿੰਨੀਆਂ ਵਿਦਵਾਨਾਂ ਕਿਤਾਬ ਲਿਖਦੇ ਆ, ਕੋਈ ਵਿਦਵਾਨ ਕਿਤਾਬ ਲਿਖਦਾ, ਮੰਨ ਲਓ ਕਿਸੇ ਨੇ 200 ਪੇਜ ਦੀ ਕਿਤਾਬ ਲਿਖੀ ਆ, ਹੋ ਸਕਦਾ ਉਹਦੇ ਵਿੱਚੋਂ 100 ਪੇਜ ਉਹਦਾ ਗਲਤ ਹੋਵੇ, 100 ਪੇਜ ਸਹੀ ਵੀ ਹੋਵੇ। ਜਿਹੜਾ ਸਹੀ ਉਹ ਰੱਖ ਲਓ 100 ਪੇਜ, ਬਾਕੀ ਛੱਡ ਦੋ। ਜੇ ਕੋਈ ਚੰਗੀ ਗੱਲ ਹੈਗੀ ਹੈ ਤੇ ਚੰਗਾ ਪੱਖ ਵੀ ਤੇ ਹੈਗਾ ਨਾ। ਪਰ ਸਭ ਤੋਂ ਕਮੀ ਪਤਾ ਕੀ ਲੱਗਦੀ ਹੈ, ਜਿਹੜੀਆਂ ਸਾਖੀਆਂ ਤੇ ਇਹਨਾਂ ਨੂੰ ਆਪਣੇ ਆਪ ਚੰਗੀਆਂ ਲੱਗਦੀਆਂ ਉਹ ਸੁਣਾਈ ਜਾਂਦੇ ਆ। ਉਹ ਕਿੱਥੋਂ ਲਈਆਂ? ਉਹ ਸੂਰਬਿਕਾ ਚ ਹੀ ਆ ਨਾ, ਉਹ ਕਿੱਥੋਂ ਆਈਆਂ ਤਾਂ ਉੱਥੋਂ ਗਾਂ ਨਾ। ਚੰਗਾ ਪੱਖ ਵੀ ਹੈਗਾ। ਅੱਛਾ, ਇੱਕ ਗ੍ਰੰਥ ਤਾਂ ਕਵੀ ਦੇ ਨਾਲ ਜੁੜਿਆ, ਉਹ ਤੇ ਗਲਤ ਵਾ, ਉਹਨੂੰ ਚੁੱਕ ਕੇ ਪਰਾਂ ਮਾਰੋ। ਤੇ ਜਿਹੜੇ ਗ੍ਰੰਥ ਗੁਰੂਆਂ ਦੇ ਨਾਲ ਜੁੜੇ ਆ ਉਹਨਾਂ ਬਾਰੇ ਮੂੰਹ ਚ ਘੁੰਗਣੀਆਂ ਪਾਈਆਂ, ਉਹਨਾਂ ਬਾਰੇ ਬੋਲਦੇ ਨਹੀਂ। ਉਹ ਸ਼ਰੇਆਮ ਗੁਰੂ ਦੇ ਨਾਂ ਤੇ ਮੜੇ ਵੀ ਗੁਰੂ ਦੇ ਲਿਖੇ ਹੋਏ ਗ੍ਰੰਥਾਂ ਦਾ ਪ੍ਰਕਾਸ਼ ਤਾਂ ਗੁਰੂ ਸਾਹਿਬ ਦੇ ਬਰਾਬਰ ਵੀ ਕਰਿਆ ਹੋਇਆ, ਬਰਾਬਰ ਕੀਤਾ ਹੋਇਆ। ਅਜੇ ਸੂਰਪ੍ਰਕਾਸ਼ ਦੀਆਂ ਕਥਾ ਤੇ ਮੈਂ ਖੁਦ ਗਵਾਹ ਵਾਂ, ਕਿਤੇ ਲੁਧਿਆਣੇ ਸ਼ਹਿਰ ਵਿੱਚ ਸਾਡੇ। ਹਾਂਜੀ, ਤੁਸੀਂ ਇਹ ਜਿਹੜਾ ਕਲਿੱਪ ਹੈ ਤੁਸੀਂ ਦੇਖ ਲਿਆ ਤੇ ਇਸ ਕਲਿੱਪ ਨੂੰ ਇਹਦੇ ਵਿੱਚ ਸਰਬਜੀਤ ਸਿੰਘ ਧੁੰਦਾ ਕਲੀਅਰ ਇਹ ਗੱਲ ਕਹਿ ਰਹੇ ਨੇ ਕਿ ਜਿਹੜਾ ਤਾਂ ਸੂਰਜ ਪ੍ਰਕਾਸ਼ ਹੈ ਉਹ ਇੱਕ ਕਵੀ ਨੇ ਲਿਖਿਆ, ਉਹ ਇੱਕ ਕਵੀ ਦਾ ਗ੍ਰੰਥ ਹੈ। ਇੱਕ ਕਵੀ ਦੇ ਉੱਤੇ ਤਾਂ ਟਾਂਕਣ ਹੋ ਸਕਦਾ ਹੈ, ਉਹਦੇ 'ਚ ਕੁਝ ਗੱਲਾਂ ਚੰਗੀਆਂ ਨੇ, ਕੁਝ ਮਾੜੀਆਂ ਨੇ, ਉਹਦੇ 'ਚ ਚੰਗੀਆਂ ਮਾੜੀਆਂ ਕੱਢੀਆਂ ਜਾ ਸਕਦੀਆਂ ਨੇ,
ਪਰ ਜਿਹੜਾ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਜਿਹੜਾ ਗ੍ਰੰਥ ਮੜਿਆ ਗਿਆ, ਉਹ ਦਸਮ ਗ੍ਰੰਥ ਦੀ ਗੱਲ ਕਰ ਰਿਹਾ ਸਰਬਜੀਤ ਸਿੰਘ ਧੁੰਦਾ, ਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਮੜਿਆ ਗਿਆ ਉਹਦੇ ਬਾਰੇ ਮੂੰਹ 'ਚ ਘੁੰਗਣੀਆਂ ਪਾਈਆਂ। ਸਿੱਧਾ ਇਹ ਜਿਹੜਾ ਟਾਰਗੇਟ ਹੈ ਭਾਈ ਰਣਜੀਤ ਸਿੰਘ ਨੂੰ ਕਰ ਰਿਹਾ ਹੈ ਇਸ ਇੰਟਰਵਿਊ ਦੇ ਵਿੱਚ। ਸ਼ਰੇਆਮ ਸ਼ਾਇਦ ਕਹਿਣ ਦੀ ਅਜੇ ਨਹੀਂ ਹਿੰਮਤ, ਕੋਈ ਥੋੜਾ ਦਿਨ ਹੋਰ ਰੁਕ ਕੇ ਸ਼ਾਇਦ ਐਨ ਪੂਰਾ ਕਲੀਅਰਲੀ ਉਹਨਾਂ ਦੇ ਵਿਰੋਧ ਦੇ ਵਿੱਚ ਖੜ ਜੂਗਾ ਇਹ ਬੰਦਾ। ਪਰ ਇਹ ਜਿਹੜੀ ਗੱਲ ਕਹਿ ਰਿਹਾ ਸਰਬਜੀਤ ਸਿੰਘ ਧੁੰਦਾ, ਆਪਾਂ ਇਹਨਾਂ ਨੂੰ ਵੀ ਕਾਫੀ ਸੁਣਿਆ ਪਹਿਲੀਆਂ ਦੇ ਵਿੱਚ। ਸਰਬਜੀਤ ਸਿੰਘ ਧੁੰਦਾ ਕਹਿੰਦਾ ਹੁੰਦਾ ਸੀਗਾ ਕਿ ਅਸੀਂ ਸਿਵਿਆਂ 'ਚ ਉੱਠ ਕੇ ਆਏ ਹਾਂ, ਸਾਨੂੰ ਮਰਨ ਦਾ ਖੌਫ ਨਹੀਂ, ਸਾਨੂੰ ਡਰ ਨਹੀਂ। ਦਸਮ ਗ੍ਰੰਥ ਦੇ ਵਿਰੋਧ ਦੇ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ, ਸਰਬਜੀਤ ਸਿੰਘ ਧੁੰਦਾ, ਇਹਨਾਂ ਸਾਰਿਆਂ ਦੀਆਂ ਜਿਹੜੀਆਂ ਰੋਟੀਆਂ ਸੀ ਉਹ ਚੱਲਦੀਆਂ ਸੀ। ਨਹੀਂ, ਤੁਸੀਂ ਸਰਬਜੀਤ ਸਿੰਘ ਧੁੰਦੇ ਦੀ ਗੱਲ ਕੀਤੀ ਆ ਵੀ ਦੇਖੋ ਵੀ ਸਰਬਜੀਤ ਸਿੰਘ ਧੁੰਦਾ ਕਿਸੇ ਟਾਈਮ ਉਸੇ ਜਾਪ ਨੂੰ ਸੋਟੀਆਂ ਲਾਉਂਦਾ ਸੀ। ਹਾਂਜੀ, ਉਹ ਵੀਡੀਓ ਹਜੇ ਵੀ ਹੈਗੀ ਆ। ਹਾਂਜੀ, ਉਹ ਵੀਡੀਓ ਵਿੱਚ ਹੀ ਅਸੀਂ ਤੁਹਾਨੂੰ ਇਹਦੇ ਨਾਲ ਇੱਕ ਕਲਿੱਪ ਸ਼ੇਅਰ ਕਰਾਂਗੇ। ਨਾਨਕ ਪਾਦਾ ਨਾਂ ਨਾ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਇਹ ਬਾਣੀ ਨਹੀਂ, ਤੇ ਕੇਵਲ ਨਮਸਕਾਰ ਇੱਕੋ ਵਾਰੀ ਬਾਰ-ਬਾਰ ਜਿਹੜੀ ਹੈ। ਤੇ ਇਹਨੂੰ ਵਧੀਆ ਸਿਧਾਂਤਾਂ ਮੂਲ ਮੰਤਰ ਦੇ ਵਿੱਚ ਵੀ ਸਾਡੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਗਟ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਸ ਜੋ ਤੋਹਾ ਜੁਗ ਸਾਏ ਸਹਿ ਕਾਇਆ ਫਿਰ ਪ੍ਰਗਟੀਏ ਦੀ ਉਲੰਘਣਾ ਕਰਕੇ ਜੇ ਉਹਨਾਂ ਨੇ ਬਾਕੀ ਗੁਰੂ ਸਾਹਿਬਾਨ ਨੇ ਨਾਨਕ ਪਦ ਦੀ ਵਰਤੋਂ ਕੀਤੀ, ਇਹਨਾਂ ਨੇ ਨਾਨਕ ਪਦ ਦੀ ਕੋਈ ਸਵਾਲ ਨੇ ਜਿਨ੍ਹਾਂ ਦੇ ਜਵਾਬ ਤੁਸੀਂ ਲੱਭਣ ਦੀ ਖੇਚਲ ਕਰਨੀ ਹੈ ਕਿ ਜੇ ਬਾਕੀ ਗੁਰੂ ਸਾਹਿਬਾਨਾਂ ਨੇ ਨਾਨਕ ਪਦ ਦੀ ਵਰਤੋਂ ਕੀਤੀ ਤਾਂ ਇੱਥੇ ਨਾਨਕ ਪਦ ਦੀ ਵਰਤੋਂ ਕਿਉਂ ਨਹੀਂ ਹੋਈ? ਜੇ ਨਹੀਂ ਹੋਈ ਤਾਂ ਕੀ ਸਬੂਤ ਹੈ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈ? ਜੇ ਤੁਸੀਂ ਮੰਨਦੇ ਹੋ ਕਿ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈ, ਇਹਦੇ ਵਿੱਚ ਕੀ ਘਾਟ ਸੀ ਕਿ ਜਿਹੜੀ ਉਹਨਾਂ ਨੇ ਨੌਵੇਂ ਪਾਤਸ਼ਾਹ ਦੀ ਬਾਣੀ ਗੁਰੂ ਨੂੰ ਦਰਜ ਕਰਾਤੀ, ਇਹ ਆਪਣੀ ਬਾਣੀ ਕਿਉਂ ਦਰਜ ਕਰਾਈ? ਤੇ ਕਈ ਸਾਡੇ ਅਖੌਤੀ ਪ੍ਰਚਾਰਕ, ਰਾਗੀ, ਢਾਡੀ ਸਟੇਜਾਂ ਦੇ ਕੁਫਰ ਤੋਲਦੇ ਆ, ਇਸ ਕਰਕੇ ਉਹਨੂੰ ਦਰਜ ਕਰਾਈ ਜੀ ਗੁਰੂ ਸਾਹਿਬ ਨਿਮਰਤਾ 'ਚ ਰਹਿਣਾ ਚਾਹੁੰਦੇ ਸੀ। ਇਹਦਾ ਮਤਲਬ ਬਾਕੀ ਗੁਰੂ ਹੰਕਾਰ ਨਾ ਭਰੇ ਸੀ। ਗੁਰੂ ਅਰਜਨ ਪਾਤਸ਼ਾਹ ਨੇ ਆਪਣੀ ਬਾਣੀ ਆਪਣੇ ਹੱਥੀਂ ਦਰਜ ਕਰਾਈ, ਗੁਰੂ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਹੋਈ। ਗੁਰੂ ਅਰਜਨ ਪਾਤਸ਼ਾਹ ਨੇ ਸਾਰੀ ਬਾਣੀ ਆਪਣੇ ਆਪ ਲਿਖੀ ਤੇ ਆਪ ਹੀ ਬਾਣੀ ਆਪ ਉਹਨਾਂ ਦਰਜ ਕਰਾਈ। ਕੀ ਬਾਕੀ ਗੁਰੂ ਸਾਹਿਬ ਹੰਕਾਰ ਨਾ ਭਰੇ ਸੀ? ਇਹਨਾਂ ਦੇ ਮੁਤਾਬਕ ਜੀ ਗੁਰੂ ਨੌਵੇਂ ਗੁਰੂ ਤੇ ਗੋਬਿੰਦ ਸਿੰਘ ਪਾਤਸ਼ਾਹ ਨਿਮਰਤਾ ਵਿੱਚ ਸਨ, ਇਸ ਕਰਕੇ ਉਹ ਅੱਗੇ ਨਹੀਂ ਸੀ ਆਉਣਾ ਚਾਹੁੰਦੇ। ਇਹਦਾ ਮਤਲਬ ਬਾਕੀ ਗੁਰੂ ਸਾਹਿਬਾਨ ਅੱਗੇ ਆਉਣਾ ਚਾਹੁੰਦੇ ਸੀ, ਇਸ ਕਰਕੇ ਉਹਨਾਂ ਬਾਣੀ ਲਿਖੀ। ਇਹ ਸਭ ਸਾਡੀਆਂ ਸੋਚੀਆਂ ਗੱਲਾਂ ਨੇ, ਕੂੜ ਪ੍ਰਚਾਰ ਹੈ, ਇਹਨਾਂ ਤੋਂ ਬਚਣ ਦੀ ਲੋੜ ਹੈ। ਗੱਲ ਮੁੱਕਦੀ ਇੱਥੇ ਹੈ, ਗੁਰੂ ਸਾਹਿਬਾਨ ਦੀ ਇੱਕ ਵੀ ਲਿਖਤ ਨਹੀਂ, ਇਹ ਸਭ ਇਹਨਾਂ ਕੋਲੋਂ ਕੂੜ ਪ੍ਰਚਾਰ ਕੀਤਾ ਜਾ ਰਿਹਾ। ਤੇ ਅਖੌਤੀ ਗ੍ਰੰਥ ਆ ਤੁਸੀਂ ਵੇਖੋ ਜਿਹਦੇ ਨਾਂ ਦੇ ਉੱਤੇ ਇਹਨਾਂ ਸ੍ਰੀ ਮੁਖਵਾਕ ਪਾਤਸ਼ਾਹ ਦਸਵੀਂ ਲਿਖਦਾ। ਇਹ ਤੋਂ ਅੱਗੇ ਜਾ ਕੇ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਆਰੰਭ ਵਿੱਚ ਤੇ ਮੁਖਵਾਕ ਪਾਤਸ਼ਾਹ ਦਸਵੀਂ ਲਿਖਦਾ, ਅੱਗੇ ਜਾ ਕੇ ਇਸੇ ਗ੍ਰੰਥ ਵਿੱਚ ਕੂੜ ਪ੍ਰਚਾਰ ਭਰਿਆ। ਇਹਨਾਂ ਨੇ ਅੱਗੇ ਪਹਿਲੀ ਜਾਪ ਸਾਹਿਬ ਪਾ ਕੇ ਤੇ ਪਿੱਛੇ ਇਹਦੇ ਨਾਲ ਜ਼ਫਰਨਾਮਾ ਪਾ ਕੇ ਵਿੱਚ ਗੰਦ ਭਰਦਾ। ਸਾਡੇ ਅਖੌਤੀ ਨਿਹੰਗ ਸਿੰਘ ਇਹਦਾ ਜਿਹੜਾ ਪ੍ਰਚਾਰ ਕਰ ਰਹੇ ਆ। ਆਓ ਸਮੇਂ ਨੂੰ ਮੁੱਖ ਰੱਖਦੇ ਹੋਏ ਅਸੀਂ ਤੁਹਾਡਾ ਧਿਆਨ ਉਹ ਅਖੌਤੀ ਕਹਾਣੀਆਂ ਵੱਲ ਦਿਵਾਉਣਾ ਚਾਹੁੰਦੇ ਹਾਂ ਜਿਹੜੇ ਸਾਡੇ ਅੱਜ ਕੁਝ ਭੋਲੇ ਭਾਲੇ ਨੌਜਵਾਨ ਕਹਿੰਦੇ ਆ ਗੁਰੂ ਸਾਹਿਬ ਨੇ ਸਾਨੂੰ ਗ੍ਰਸਤ ਕਰਨ ਦੀ ਜਾਚ ਸਿਖਾਈ ਜਾਂ ਕੁਝ ਸਮਾਜਿਕ ਸੁਧਾਰ ਬਾਰੇ ਗਿਆਨ ਦਿੱਤਾ। ਆਓ ਤੁਹਾਡੇ ਸਾਹਮਣੇ ਕੁਝ ਅਸੀਂ ਤੁਹਾਨੂੰ ਪੰਨੇ ਵਿਖਾ ਰਹੇ ਹਾਂ ਤੇ ਉਹਨਾਂ ਤੇ ਹੀ ਕਿਉਂਕਿ ਸਾਰੇ ਦਾ ਪਾਠ ਜੇ ਕਰ ਲਈਏ ਤਾਂ ਨਹੀਂ ਹੋ ਸਕਦਾ। ਸੋਟੀਆਂ ਲਾਉਂਦਾ ਇੱਕ ਗੁਰਲਾਲ ਸਿੰਘ ਟਕਸਾਲੀ ਨੇ ਮਾੜਾ ਜਿਹਾ ਦਬਕਾ ਮਾਰਿਆ, ਸਾਰੇ ਮਸ਼ੀਨਰੀ ਦੇਖ ਲਓ ਡਰਦੇ ਸਿੱਧੀਆਂ ਨੋਕ ਵਾਲੀਆਂ ਪੱਗਾਂ ਬੰਨ੍ਹ ਕੇ ਉੱਥੇ ਪੜਨ ਬਹਿ ਗਏ ਸਵੇਰੇ ਕਿ ਨਹੀਂ। ਹਾਂਜੀ, ਦੂਸਰੇ ਪਾਸੇ ਭਾਈ ਸਾਹਿਬ ਨੂੰ ਕਹਿਣ ਲੱਗਾ ਵੀ ਜੀ ਨਹੀਂ ਇਹਦੇ ਮੂੰਹ 'ਚ ਘੁੰਗਣੀਆਂ ਪਈਆਂ ਵੀ ਤੂੰ ਹੁਣ ਜਾਪ ਕਿਹੜੇ ਮੰਨ ਲਓ ਵੀ ਸਵੇਰੇ ਮੰਨ ਲਓ ਪੜਨ ਲੱਗਿਆ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ਼੍ਰੀ ਮੁਖਵਾਕ ਪਾਤਸ਼ਾਹ ਦੀ ਦਸਵੀਂ ਛਪੈ ਛੰਦ ਤਉ ਪ੍ਰਸਾਦ ਚੱਕਰ ਚਿਹਨ ਅਰ ਵਰਨ ਜ਼ਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਹਰੇਕ ਕੋ ਕਹਿ ਨ ਸਕਤ ਕੇ ਅਚਾਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ ਹੋਰ ਇੰਦਰ ਇੰਦਰਾਣ ਸ਼ਾਸ਼ਾਨ ਗੜੀਜੈ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ। ਹਾਂਜੀ, ਫਿਰ ਉਸ ਵੇਲੇ ਜਦੋਂ ਤਾਂ ਡਰ ਪੈਂਦਾ ਅੰਦਰ, ਫਿਰ ਬਹਾਨਾ ਲੱਭ ਲੈਂਦੇ ਆ ਰਹਿਤ ਮਰਿਆਦਾ ਦਾ। ਹਾਂਜੀ, ਕਿ ਰਹਿਤ ਮਰਿਆਦਾ ਕਹਿੰਦੀ ਹੈ। ਰਹਿਤ ਮਰਿਆਦਾ ਦੇ ਵਿੱਚ 3 ਬਾਣੀਆਂ ਜਿਹੜੀਆਂ ਨੇ ਉਹ ਦਸਮ ਗ੍ਰੰਥ ਵਿੱਚੋਂ ਨੇ, ਆਪਣੀਆਂ ਜਿਹੜੀਆਂ 5 ਬਾਣੀਆਂ ਚੋਂ 3 ਬਾਣੀਆਂ ਨੇ। ਪਰ ਅੱਜ ਉਸ ਇੰਟਰਵਿਊ ਦੇ ਵਿੱਚ ਫਿਰ ਸਰਬਜੀਤ ਸਿੰਘ ਧੁੰਦਾ ਇਹ ਗੱਲ ਕਹਿ ਰਿਹਾ ਕਿ ਜਿਹੜਾ ਗ੍ਰੰਥ ਗੁਰੂ ਸਾਹਿਬ ਦੇ ਨਾਂ ਤੇ ਮੜਿਆ ਗਿਆ ਉਹਦੇ ਲਈ ਮੂੰਹ 'ਚ ਘੁੰਗਣੀਆਂ ਪਾਈਆਂ। ਜਦਕਿ ਸਰਬਜੀਤ ਸਿੰਘ ਧੁੰਦਾ ਇਸ ਮਸਲੇ ਦੇ ਵਿੱਚ ਆਪਣੇ ਪੇਸ਼ ਵੀ ਹੋ ਹਟਿਆ ਹੈ ਨਾ ਜੀ। ਅਕਾਲ ਤਖਤ ਸਾਹਿਬ ਜਾ ਕੇ ਉੱਥੇ ਇਹਨੇ ਆਪਣਾ ਮੰਨ ਲਿਆ ਕਿ ਮੇਰੀ ਜਿਹੜੀ ਉਹ ਸੋਟੀਆਂ ਵਾਲੀ ਜਿਹੜੀ ਉਹ ਮੇਰੀ ਨਹੀਂ ਹੈਗੀ, ਕਹਿੰਦਾ ਵੌਇਸ ਐਡਿਟ ਕੀਤੀ ਹੋਈ ਹੈ। ਹਾਂਜੀ, ਜਿਹੜੇ ਸਿਵਿਆਂ 'ਚੋਂ ਬੰਦੇ ਕਹਿੰਦੇ ਨੇ ਨਾ, ਹਿੰਮਤ ਜਿਹਨਾਂ ਦੇ ਵਿੱਚ ਹੁੰਦੀ ਆ, ਜਿਹੜੇ ਕਹਿੰਦੇ ਨੇ ਸਿਵਿਆਂ 'ਚੋਂ ਤੁਰੇ ਹੋਏ ਆ, ਜਦੋਂ ਸਮਾਂ ਆਉਂਦਾ ਨਾ ਉਦੋਂ ਦਿਖਾਲਣ ਦਾ ਟਾਈਮ ਹੁੰਦਾ, ਨਾ ਕਿ ਇਹ ਗੱਲਾਂ ਕਹਿਣ ਦੀਆਂ ਹੁੰਦੀਆਂ ਨੇ। ਜਿਸ ਵੇਲੇ ਸਮਾਂ ਆਉਂਦਾ, ਜਿਸ ਵੇਲੇ ਤੁਹਾਡੇ ਮੋਹਰੇ ਨੀਹਾਂ ਆਉਂਦੀਆਂ ਨੇ,
ਤੇ ਜਿਹਨੇ ਉਹਦੇ ਚਿਣ ਹੋਣਾ ਹੁੰਦਾ ਨਾ, ਉਹ ਫੈਸਲਾ ਉਹਦਾ ਹੁੰਦਾ ਕਿ ਉਹਨੇ ਉਦੋਂ ਕੀ ਫੈਸਲਾ ਕਰਨਾ ਹੈ, ਕਿ ਉਹਨੇ ਉਹਨਾਂ ਨੀਹਾਂ 'ਚ ਖੜਨਾ ਜਾਂ ਫਿਰ ਉਹਨੇ ਵਜੀਦੇ ਵੱਲੋਂ ਦਿੱਤੇ ਹੋਏ ਤੋਹਫੇ ਕਬੂਲ ਕਰਨੇ ਨੇ। ਜਦੋਂ ਮੋਰੇ ਜੰਗ ਦਾ ਮੈਦਾਨ ਆਉਂਦਾ ਹੈ ਤਾਂ ਫਿਰ ਫੈਸਲਾ ਤੁਸੀਂ ਕਰਨਾ ਹੁੰਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਆਗੂ, ਕਿ ਤੁਸੀਂ ਜੂਝ ਕੇ ਖਾਲਸਾ ਰਾਜ ਕਾਇਮ ਕਰਨਾ ਜਾਂ ਤੁਸੀਂ ਆਪਣੇ ਅੰਦਰ ਘਰੀ ਜਾ ਕੇ ਬੈਠਣਾ। ਸੋ ਜਦੋਂ ਤੁਸੀਂ ਇੱਕ ਗੱਲ ਕੀਤੀ ਸੀਗੀ ਵੀ ਸਰਬਜੀਤ ਸਿੰਘ ਧੁੰਦਾ ਕਹਿੰਦਾ ਵੀ ਅਸੀਂ ਸਿਵਿਆਂ ਦੇ ਰਾਹ 'ਚ ਉੱਠ ਕੇ ਆਏ ਹਾਂ। ਹਾਂਜੀ, ਪਰ ਇਹਨੂੰ ਧੁੰਦਾ ਸਾਹਿਬ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਜਦੋਂ ਸੋਟੀਆਂ ਲਾਈਆਂ ਸੀਗੀਆਂ, ਮੁੜ ਕੇ ਤੁਸੀਂ ਕਿਹਾ ਵੀ ਮੇਰੀ ਆਵਾਜ਼ ਨਹੀਂ ਹੈਗੀ। ਬਿਲਕੁਲ। ਪਰ ਧੁੰਦਾ ਜੀ ਨੂੰ ਪੁੱਛਣਾ ਚਾਹੀਦਾ ਵੀ ਤੇਰਾ ਜਿਹੜੀ ਸੱਜੀ ਬਾਂਹ ਬਰਿੰਦਰ ਸਿੰਘ ਗੋਲਡੀ ਮਿਰਕਾ ਵਾਲਾ, ਉਹਦਾ ਹਜੇ ਵੀ ਮੇਰੇ ਕੋਲ ਕਲਿੱਪ ਪਿਆ। ਉਹਨੇ ਸ਼ਰੇਆਮ ਉਹਦੇ ਵਿੱਚ ਲਿਖ ਕੇ ਕਿਹਾ ਵੀ ਇਹ ਜਿਹੜਾ ਬੋਲਿਆ ਗਿਆ ਇਹ ਕਲਿੱਪ ਸਰਬਜੀਤ ਸਿੰਘ ਧੁੰਦੇ ਨੇ ਇਹ ਸੋਟੀਆਂ ਲਾਈਆਂ ਉਹਨੂੰ। ਤੁਸੀਂ ਇਹ ਦੇਖ ਲਓ ਬਈ ਧੁੰਦਾ ਉੱਥੇ ਸ਼ਰੇਆਮ ਗਲਤੀ ਮੰਨ ਰਿਹਾ। ਹਾਂਜੀ। ਤੇ ਉਹ ਮੰਨ ਲਓ ਵੀ ਕਹਿ ਰਿਹਾ ਵੀ ਮੈਂ ਨਹੀਂ ਲਾਈਆਂ ਸੋਟੀਆਂ, ਤੇ ਉਹਦੀ ਸੱਜੀ ਬਾਂਹ ਬਰਿੰਦਰ ਸਿੰਘ ਗੋਲਡੀ ਅਮਰੀਕਾ 'ਚ ਇਸ ਵੇਲੇ ਵੀ ਰਹਿ ਰਿਹਾ, ਜਿਹਦੇ ਕੋਲ ਜਾਣਾ ਸੀ ਹੁਣ ਇਹਨਾਂ ਨੇ। ਹੁਣ ਜਿਹੜਾ ਇਹਨੇ ਆਪਣੇ ਅਮਰੀਕਾ ਦੇ ਖਿਲਾਫ ਵੀ ਬਿਆਨ ਦਿੱਤਾ, ਉਹ ਸਿਰਫ ਅਮਰੀਕਾ ਦੇ ਗੇੜੀ ਲਾਉਣ ਦੇ ਬਹਾਨੇ ਹੀ ਉਹ ਨਾਨਕਸਰੀਆਂ ਦੇ ਖਿਲਾਫ ਇੰਨਾ ਬੋਲਦਾ ਸੀ। ਉਹ ਬਰਿੰਦਰ ਸਿੰਘ ਗੋਲਡੀ ਦਾ ਕਲਿੱਪ ਹਜੇ ਵੀ ਪਿਆ, ਮੰਨ ਲਓ ਪੋਸਟ ਪਈ ਆ ਲਿਖੀ, ਜਿਹਦੇ 'ਚ ਉਹਨੇ ਮੰਨਿਆ ਖੁਦ ਵੀ ਸਰਬਜੀਤ ਸਿੰਘ ਧੁੰਦੇ ਨੇ ਸੋਟੀਆਂ ਲਾਈਆਂ ਸੀ। ਇਹ ਹੁਣ ਦੱਸੇ ਵੀ ਸਰਬਜੀਤ ਸਿੰਘ ਧੁੰਦਾ ਆਪ ਸਿਵਿਆਂ ਦੇ ਰਾਹ ਪੈ ਗਿਆ ਕਿ ਜਾਂ ਉਹ ਬਰਿੰਦਰ ਸਿੰਘ ਗੋਲਡੀ ਝੂਠ? ਅਸਲ 'ਚ ਪਤਾ ਗੱਲ ਕੀ ਹੁੰਦੀ, ਜਦੋਂ ਬੰਦਾ ਡਬਲ ਮਾਈਂਡ ਹੋ ਕੇ ਬੋਲਦਾ ਨਾ, ਇਸੇ ਕਰਕੇ ਕਹਿੰਦੇ ਨਾ ਊੜਕ ਸੱਚ ਰਹੀ ਵਾਲੀ ਗੱਲ ਜਿਹੜੀ ਆ ਕਿ ਕੂੜਨ ਕੁੱਟੇ ਨਾਨਕਾ ਊੜਕ ਸੱਚ ਰਹੀ। ਜਿਹੜਾ ਤੁਹਾਡੇ ਅੰਦਰ ਸੱਚ ਵਾ ਨਾ, ਉਹਨੂੰ ਜ਼ਿਆਦਾ ਪਲਾਨ ਕਰਨ ਦੀ ਲੋੜ ਨਹੀਂ ਹੈਗੀ। ਉਹ ਤੁਸੀਂ ਭਾਵੇਂ ਜਦੋਂ ਮਰਜ਼ੀ ਬੋਲ ਦੋ, ਤੁਹਾਡੇ ਅੰਦਰੋਂ ਉਹੀ ਨਿਕਲਣੀ ਗੱਲ। ਹੁਣ ਇਹ ਚੱਕਰ ਹੈ ਵੀ ਪਹਿਲੋਂ ਬੋਲਿਆ ਫਿਰ ਉੱਤੇ ਸਫਾਈ ਦੇਣੀ ਪਈ, ਕਿਉਂਕਿ ਗਲਤ ਕਰ ਲਿਆ, ਸਫਾਈ ਦੇਣੀ ਪਈ। ਜਾਂ ਤਾਂ ਉਦੋਂ ਡਟ ਕੇ ਕਹਿੰਦੇ ਫਿਰ ਤਾਂ ਗੱਲ ਖਤਮ ਹੋ ਜਾਣੀ ਸੀ, ਫਿਰ ਤਾਂ ਇੱਕ ਬੰਨੇ ਲੱਗ ਜਾਣਾ ਸੀ ਕੰਮ। ਹੁਣ ਇਹੋ ਇੱਕ ਚੱਕਰ ਆ ਵੀ ਹੁਣ ਜਿਹੜੇ ਯਾਰਾਂ ਦੋਸਤਾਂ ਕੋਲ ਗੱਲ ਕੀਤੀ ਆ, ਤੇ ਜਦੋਂ ਯਾਰਾਂ ਦੋਸਤਾਂ ਦੇ ਨਾਲ ਤੁਸੀਂ ਦਗਾ ਕਮਾਓਗੇ ਜਾਂ ਉਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਦੋਗਲੀ ਗੱਲ ਕਰੋਗੇ, ਫਿਰ ਅਗਲਾ ਬੰਦਾ ਵੀ ਕਹਿੰਦਾ ਭਾਈ ਉਦੋਂ ਤੂੰ ਆਹ ਗੱਲਾਂ ਕਰਦਾ, ਅੱਜ ਤੂੰ ਆਹ ਗੱਲਾਂ ਕਰ ਰਿਹਾ। ਇਹ ਜਿੱਦਾਂ ਤੁਸੀਂ ਕਿਹਾ ਵੀ ਜਿੱਦਾਂ ਮਰਜ਼ੀ ਕੋਈ ਕਹੇ ਮੈਂ ਸ਼ਿਵਿਆਂ ਚੋਂ ਆਇਆ ਵਾਂ, ਮੈਂ ਨੀਹਾਂ 'ਚ ਚਿਣਿਆ ਜਾਣਾ, ਇਹ ਗੱਲਾਂ ਕਹਿਣ ਵਾਲੀਆਂ ਨਹੀਂ ਆ। ਇਹ ਤੇ ਚੱਲਦਿਆਂ ਸਭ ਕੁਝ ਰਸਤੇ 'ਚ ਆਉਣਾ ਵਾ। ਇਹ ਤਾਂ ਤੁਹਾਨੂੰ ਰਸਤਾ ਆਪ ਚੂਜ਼ ਕਰਨਾ ਪੈਣਾ। ਬਿਲਕੁਲ ਜੀ, ਤੁਹਾਨੂੰ ਰਸਤਾ ਆਪ ਬਣਾਉਣਾ ਪੈਣਾ ਆ ਯਾਰ। ਜਦੋਂ ਤੁਹਾਡੇ ਮੋਰੇ ਗੁਰਲਾਲ ਆਇਆ ਸੀ, ਇੱਕ ਦੁੱਕੀ ਦਾ ਭਾਟੜਾ ਗੁਰਲਾਲ ਆ, ਜਿਹਦੀ ਕੋਈ ਔਕਾਤ ਨਹੀਂ, ਜਦੋਂ ਉਹ ਬੰਦਾ ਤੁਹਾਡੇ ਮੋਰੇ ਆਇਆ, ਉਸ ਵੇਲੇ ਦਬਕਾ ਮਾਰ ਕੇ ਕਹਿਣਾ ਚਾਹੀਦਾ ਸੀ ਜਾਓ ਭਾਜਾ, ਅਸੀਂ ਨਹੀਂ ਮੰਨਦੇ, ਇਹ ਨਹੀਂ ਗੁਰੂ ਦੀ ਬਾਣੀ, ਅਸੀਂ ਨਹੀਂ ਉਹਨੂੰ ਮੰਨਦੇ, ਚਲੋ ਜੀ। ਤੁਸੀਂ ਤਾਂ ਸਾਰਾ ਕਾਲਜ ਉਦੋਂ ਬੰਨ ਕੇ ਨੋਕ ਵਾਲੀਆਂ ਪੱਗਾਂ ਮਾਰ ਕੇ ਚੌਂਕੜੀਆਂ ਬਹਿ ਗਏ ਜਾਪ ਪੜ੍ਹਨ। ਉਦੋਂ ਕਿਹੜੀਆਂ ਮੂੰਹ 'ਚ ਘੁੰਗਣੀਆਂ ਪੈ ਗਈਆਂ ਸੀ ਸਰਬਜੀਤ ਸਿੰਘ ਧੁੰਦੇ ਨੂੰ? ਮੇਰਾ ਇਹ ਸਵਾਲ ਹੈ। ਹਜੇ ਤੱਕ ਵੀ ਮੇਰਾ ਖਿਆਲ ਹੈ ਡੋਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਕਿਉਂਕਿ ਸੱਚ ਸਮਝਦੇ ਆਏ ਬੰਦੇ ਇਹ। ਇਦਾਂ ਨਹੀਂ ਹੈਗਾ ਕਿ ਤੁਹਾਨੂੰ ਸੱਚ ਦਾ ਪਤਾ ਨਹੀਂਗਾ, ਤੁਹਾਨੂੰ ਸਾਰਾ ਪਤਾ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅੱਜ ਜਿਹੜੇ ਪਾਥ ਤੇ ਉਹ ਜਾ ਰਹੇ ਆ, ਉਹ ਗੱਲਾਂ ਤੁਸੀਂ ਬਹੁਤ ਚਿਰ ਪਹਿਲਾਂ ਕਰਦੇ ਹੁੰਦੇ ਸੀ ਕਿਸੇ ਟਾਈਮ। ਤੁਹਾਡੇ ਦਿਮਾਗ ਦੇ ਵਿੱਚ ਸਾਰੀਆਂ ਗੱਲਾਂ ਉਹ ਹੈਗੀਆਂ ਨੇ, ਤੁਹਾਨੂੰ ਪਤਾ ਆ ਸੱਚ ਕੀ ਆ ਝੂਠ ਕੀ ਆ। ਪਰ ਫਿਰ ਵੀ ਕਿਉਂਕਿ ਅੰਦਰ ਜਿਹੜੀ ਈਰਖਾ ਆ, ਜਿਹੜੀ ਕਮੀਨਗੀ ਆ, ਜਿਹੜੀ ਤੁਹਾਡੇ ਅੰਦਰ ਕੁੱਟ-ਕੁੱਟ ਕੇ ਭਰੀ ਹੋਈ ਆ, ਕਿਉਂਕਿ ਅੱਜ ਮਸਲਾ ਆ ਢੇਰੀ ਦਾ। ਢੇਰੀ ਇਕੱਠੀ ਹੁੰਦੀ ਹੈ ਤਾਂ ਤੁਹਾਨੂੰ ਉਹਦੇ ਮੂਹਰੇ ਕੁਝ ਨਹੀਂ ਦਿਸਦਾ। ਕੋਈ ਸਿਵਿਆਂ 'ਚ ਉੱਠ ਕੇ ਨਹੀਂ ਆਏ, ਤੁਸੀਂ ਬਹੁਤ ਡਰਾਮੇ ਕਰਦੇ ਆ ਬਸ ਲੋਕਾਂ ਨੂੰ ਭਰਮਾਉਣ ਦੇ ਮਾਰੇ। ਇੱਕ ਟੇਪ ਭਰ ਕੇ ਦਿਮਾਗ 'ਚ ਆ ਕੇ ਮੂਹਰੇ ਸਟੇਜ ਤੇ ਬਹਿ ਕੇ ਮਾਵਾਂ ਧੀਆਂ ਦੀਆਂ ਭੈਣਾਂ ਦੀਆਂ ਕਹਾਣੀਆਂ ਸੁਣਾ ਕੇ ਪਰਿਵਾਰ ਦੇ ਵਿੱਚ ਆਹ ਹੁੰਦਾ ਉਹ ਹੁੰਦਾ। ਸੱਚ ਬੋਲਣ ਦੀ ਹਿੰਮਤ ਕਦੋਂ ਹੈ? ਇੱਕ ਨਾਨਕਸਰੀਆਂ ਦੇ ਵਿਰੁੱਧ ਛੋਟਾ ਜਿਹਾ ਬਿਆਨ ਦੇ ਕੇ, ਕਿਉਂਕਿ ਅਮਰੀਕਾ ਦਾ ਟੂਰ ਲਾਉਣਾ ਸੀ ਹੁਣ, ਤਾਂ ਕਰਕੇ ਥੋੜਾ ਜਿਹਾ ਛੋਟਾ ਜਿਹਾ ਬਿਆਨ ਦਿੱਤਾ। ਆਪਣੇ ਜਿੰਨੇ ਵੀ ਬੰਦੇ ਛੱਡੇ ਹੋਏ ਆ, ਉਹ ਸਾਰੇ ਦੇ ਸਾਰੇ ਭਾਈ ਰਣਜੀਤ ਸਿੰਘ ਦਾ ਵਿਰੋਧ ਕਰਨ ਨੂੰ ਛੱਡੇ ਹੋਏ ਆ ਇਹਨੇ। ਆਪ ਸਿੱਧਾ ਕੋਈ ਗੱਲ ਨਹੀਂ ਕਹਿ ਰਿਹਾ, ਕਿਉਂਕਿ ਹੁਣ ਤਾਂ ਥੋੜਾ ਜ਼ਹਿਰ ਉਗਲਣਾ ਸ਼ੁਰੂ ਕਰੇ ਦਿੱਤਾ, ਕਿਉਂਕਿ ਸਾਰੇ ਇਸ ਵੇਲੇ ਵਿਰੋਧ 'ਚ ਖੜੇ ਹੋ ਗਏ ਨਾ ਆ ਕੇ ਹੁਣ, ਤਾਂ ਕਰਕੇ ਹੁਣ ਇਹਨੇ ਥੋੜਾ ਜ਼ਹਿਰ ਉਗਲਣਾ ਸ਼ੁਰੂ ਕਰਤਾ। ਸ਼ਾਇਦ ਆਉਣ ਵਾਲੇ ਦਿਨਾਂ 'ਚ ਹੋਰ ਜ਼ਿਆਦਾ ਉਗਲੂਗਾ। ਪਰ ਫਿਰ ਵੀ ਇੱਕ ਗੱਲ ਕਹਿਣਾ ਚਾਹੁੰਦੇ ਆ ਕਿ ਜੇ ਵਾਕਈ ਤੁਸੀਂ ਹੋ ਕੁਛ, ਵਾਕਈ ਤੁਸੀਂ ਸਿਵਿਆਂ 'ਚ ਉੱਠ ਕੇ ਆਏ ਹੋ, ਆਪਣੀਆਂ ਪੁਰਾਣੀਆਂ ਗਲਤੀਆਂ ਨੂੰ ਮੰਨਦੇ ਹੋਏ, ਆਪਣੀਆਂ ਪੁਰਾਣੀਆਂ ਗਲਤੀਆਂ ਨੂੰ ਕਬੂਲਦੇ ਹੋਏ, ਜੋ ਤੁਸੀਂ ਹੁਣ ਤੱਕ ਕੀਤੀਆਂ ਨੇ, ਜੇ ਤੁਸੀਂ ਅੱਜ ਵੀ ਆ ਕੇ ਖੜ ਜਾਓਗੇ, ਨਹੀਂ ਤਾਂ ਅੱਜ ਦਾ ਇਤਿਹਾਸ ਜਿਹੜਾ ਆ ਉਹ ਲਿਖਿਆ ਜਾ ਰਿਹਾ। ਇਹ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹਮਣੇ ਆਊਗਾ ਜੋ ਅੱਜ ਲਿਖਿਆ ਜਾਊਗਾ। ਸੋ ਜਿਹੜਾ ਅੱਜ ਲਿਖਿਆ ਜਾਣਾ ਆ, ਜਦੋਂ ਉਹ ਆਉਣ ਵਾਲੀਆਂ ਪੀੜ੍ਹੀਆਂ ਨੇ ਪੜ੍ਹਨਾ ਹੈ, ਕਿਉਂਕਿ ਅੱਜ ਤਾਂ ਲਿਖਣ ਦਾ ਜ਼ਮਾਨਾ ਨਹੀਂ, ਅੱਜ ਤਾਂ ਪੜ੍ਹਨ ਦਾ ਜ਼ਮਾਨਾ ਨਹੀਂ, ਅੱਜ ਤਾਂ YouTube ਦਾ ਜ਼ਮਾਨਾ ਹੈ। YouTube ਤੇ ਸਾਰੀਆਂ ਵੀਡੀਓ ਪਈਆਂ ਹੋਣੀਆਂ ਨੇ, ਇੱਕ ਪਾਸੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀਆਂ ਵੀਡੀਓ ਪਈਆਂ ਹੋਣੀਆਂ, ਇੱਕ ਪਾਸੇ ਤੁਹਾਡੀਆਂ ਪਈਆਂ ਹੋਣੀਆਂ। ਜਦੋਂ ਤੁਸੀਂ ਉਹ ਮੋਰਲੀ ਜਨਰੇਸ਼ਨ ਨੇ ਜਾ ਕੇ ਕੰਪੈਰੀਜ਼ਨ ਕਰਕੇ ਦੇਖਣਾ ਹੈ ਕਿ ਯਾਰ ਆਹ ਬੰਦੇ ਸੀਗੇ ਥੋੜੇ ਜਿਹਾ ਇਹ ਗੱਲ ਸਮਝਦੇ ਸੀ, ਪਰ ਅੱਜ ਇਹ ਬੰਦੇ ਜਿਹੜੇ ਆ ਇਹ ਵਿਰੋਧ ਦੇ ਵਿੱਚ ਕਿਉਂ ਖੜੇ ਹੋ ਗਏ? ਉਹਦੇ 'ਚ ਤੁਹਾਡਾ ਈਰਖਾ, ਤੁਹਾਡਾ ਸਾੜਾ, ਤੁਹਾਡਾ ਜੋ ਵੀ ਹੈ ਐਨ ਕਲੀਅਰ ਦਿਸਣਾ।
ਅੱਜ ਪ੍ਰੋਫੈਸਰ ਇੰਦਰ ਸਿੰਘ ਜੀ ਘੱਗਾ ਤੁਸੀਂ ਇੱਕ ਮਿੰਟ, ਮੈਂ ਹਰਵੀਰ ਸਿੰਘ ਧੁੰਦਾ ਦੀ ਗੱਲ ਕਰਨੀ ਚਾਹੁੰਦਾ ਵੀ ਹਰਵੀਰ ਸਿੰਘ ਧੁੰਦਾ ਕਹੀ ਜਾਂਦਾ ਵੀ 10ਵੇਂ ਗ੍ਰੰਥ ਦੇ ਖਿਲਾਫ ਭਾਈ ਸਾਹਿਬ ਦੇ ਮੂੰਹ 'ਚ ਘੁੰਮਣੀਆਂ ਪਈਆਂ ਹਨ। ਫਿਰਿਆਮ ਉਹਨੇ ਨਾਂ ਤੇ ਨਹੀਂ ਲਿਆ, ਉਹਦੀ ਜਿਹੜੀ ਸਟੇਟਮੈਂਟ ਉਹਦੀ ਉਤੋਂ ਇਹੀ ਸ਼ੋ ਹੋ ਰਿਹਾ ਵੀ ਭਾਈ ਸਾਹਿਬ ਦੇ ਖਿਲਾਫ ਜ਼ਹਿਰ ਉਗਲ ਰਿਹਾ। ਪਰ ਹਰਵੀਰ ਸਿੰਘ ਧੁੰਦੇ ਨੂੰ ਪੁੱਛੇ ਵੀ ਜਿਹੜੀ ਸੂਰਜ ਪ੍ਰਕਾਸ਼ ਨੂੰ ਕਹਿੰਦਾ ਵੀ ਠੀਕ ਵਾ, ਵੀ ਸਾਰਾ ਨਹੀਂ ਗਲਤ ਹੈਗਾ, ਵੀ ਚਲੋ ਤੂੰ ਇਹ ਤਾਂ ਦੱਸ ਵੀ ਠੀਕ ਕਿਹੜਾ ਹੈ। ਹਾਂਜੀ, ਜੇ ਭਾਈ ਰਣਜੀਤ ਸਿੰਘ ਕਹਿੰਦਾ ਵੀ ਸੂਰਜ ਪ੍ਰਕਾਸ਼ ਗਲਤ ਵਾ, ਉਹਦੇ ਵਿੱਚ ਬਹੁਤ ਗਲਤ ਲਿਖਿਆ, ਤੂੰ ਕੋਈ ਇਦਾਂ ਦੀਆਂ ਤਾਂ ਉਹਦੇ ਵਿੱਚੋਂ ਪੜ੍ਹ ਕੇ ਦੱਸੋ ਵੀ ਇੰਨੇ ਪੰਨੇ ਤੋਂ ਲੈ ਕੇ ਇੰਨੇ ਪੰਨੇ ਤੇ ਪੜ੍ਹੋ ਵੀ ਆਹ ਠੀਕ ਵਾ। ਹਾਂਜੀ, ਕੱਲਾ ਇੱਥੇ ਸਟੇਟਮੈਂਟ ਦੇਣ ਨਾਲ ਥੋੜੋ ਸਨ। ਭਾਈ ਸਾਹਿਬ ਨੇ ਤਾਂ ਉਹਦੀਆਂ ਕੱਲੀ ਮੰਨ ਲਓ ਵੀ ਜਿਹੜੀਆਂ ਅਧਿਆਏ ਆ ਰੁੱਤਾਂ 'ਚੋਂ ਪੜ੍ਹ ਕੇ ਦੱਸ ਦਿੱਤਾ ਵੀ ਉਹ ਕਵੀ ਨੇ ਉਹਨੂੰ ਗੁਰੂ ਸਾਹਿਬ ਨੂੰ ਫੀਮ ਖਾਂਦੇ ਵੀ ਸ਼ੋਅ ਕਰ ਦਿੱਤਾ ਹਨਾ। ਫਿਰ ਉਹ ਮਾਤਾ ਭਾਗੋ ਵਾਲਾ ਪ੍ਰਸੰਗ ਦੱਸ ਦਿੱਤਾ ਹੈ ਵੀ ਜੇ ਸਰਬਜੀਤ ਸਿੰਘ ਧੁੰਦਾ ਉਹਨਾਂ ਨੂੰ ਕਹਿੰਦਾ ਵੀ ਇਹ ਠੀਕ ਵਾ, ਥੋੜਾ ਠੀਕ ਆ, ਤੂੰ ਦੱਸ ਠੀਕ ਕੀ ਆ। ਅਸਲ 'ਚ ਉਹ ਗੱਲਾਂ ਕੱਲਾ ਵਿਰੋਧ ਕਰਨ ਨਾਲ ਥੋੜੋ ਸਰਨਾ। ਅਸਲ 'ਚ ਉਹ ਗੱਲਾਂ ਇਹਨਾਂ ਨੇ ਪਾਲਿਸ਼ ਕਰ ਲਿਆ ਨਾ। ਹਾਂਜੀ, ਉਹਨਾਂ ਗੱਲਾਂ ਦੇ ਵਿੱਚ ਥੋੜੀ ਮਿਠਾਸ ਪਾਤੀ ਨਾ। ਜਿਹੜਾ ਸੂਰਜ ਪ੍ਰਕਾਸ਼ ਦੇ ਵਿੱਚ ਲਿਖਿਆ ਉਹ ਤਾਂ ਨਿਰਾ ਜ਼ਹਿਰ ਆ, ਉਹਦੇ ਵਿੱਚ ਜਿਹੜੀਆਂ ਗੁਰੂ ਸਾਹਿਬ ਬਾਰੇ ਗੱਲਾਂ ਕਹੀਆਂ। ਭਾਜੀ ਇਹ ਦੇਖੋ ਵੀ ਜਿਹੜਾ 10ਵਾਂ ਗ੍ਰੰਥ ਆ ਮੈਂ ਨਹੀਂ ਮੰਨਦਾ ਵੀ ਠੀਕ ਵਾ ਹਨਾ, ਪਰ ਤੁਸੀਂ ਇਹ ਦੇਖੋ ਵੀ ਉਹਦੇ ਵਿੱਚ ਕੋਈ ਸਾਡੇ ਪਾਤਸ਼ਾਹਾਂ ਤੇ ਥੋੜੋ ਚੱਕਰ ਸੱਟਿਆ। ਸੂਰਜ ਪ੍ਰਕਾਸ਼ ਵਿੱਚ ਕੀ ਸਾਡੀਆਂ ਗੁਰੂ ਪਾਤਸ਼ਾਹਾਂ ਦੀਆਂ ਧਰਮ ਪਤਨੀਆਂ, ਸਾਡੀਆਂ ਮਾਤਾਵਾਂ, ਕੀ ਉਹਨਾਂ ਦੇ ਪਰਿਵਾਰ, ਕੀ ਗੁਰੂ ਪਾਤਸ਼ਾਹ ਕਿੰਨਾ ਉਹਨਾਂ ਦੇ ਖਿਲਾਫ ਮੰਨ ਲਓ ਘਟੀਆ ਕਿਰਦਾਰ ਉਹਨਾਂ ਦਾ ਪੇਸ਼ ਕੀਤਾ, ਫਿਰ ਵੀ ਹਜੇ ਉਹਨੂੰ ਬਚਾਉਣ ਤੇ ਹੋਏ ਵਾ। ਦੇਖ ਲਓ, ਸਵਾਏ ਇਹਨਾਂ ਨੂੰ ਇੱਕ ਭਾਈ ਸਾਹਿਬ ਦਾ ਵਿਰੋਧ ਤੋਂ ਬਿਨਾਂ ਇਹਨਾਂ ਨੂੰ ਦੂਜੀ ਗੱਲ ਕੋਈ ਨਹੀਂ ਦੀਦੀ। ਇੱਕ ਸਾੜਾ ਆਇਆ ਇਹਨਾਂ ਦੇ ਅੰਦਰ ਵੀ ਸਾਡਾ ਜਿਹੜੀਆਂ ਅਸੀਂ ਤਾਂ ਇੱਕ ਮੰਨ ਲਓ ਵੀ ਢੇਰੀ ਚੱਕਣ ਦਾ ਇਹਨਾਂ ਨੇ ਇੰਤਜ਼ਾਮ ਕੀਤੇ ਹੋਏ ਸੀਗੇ। ਬਿਲਕੁਲ, ਤੇ ਅਸੀਂ ਢੇਰੀਆਂ ਚੱਕੀਏ ਤੇ ਘਰ ਨੂੰ ਆ ਜਾਈਏ। ਮੰਨ ਲਓ ਜਿਹੜੇ ਡੇਰਿਆਂ ਟਕਸਾਲਾਂ ਵਾਲੇ ਆ ਜਾਂ ਸੰਪਰਦਾਈਆਂ ਵਾਲੇ ਬੰਦੇ ਉਹਨਾਂ ਨੂੰ ਮੰਨੀ ਜਾਣ, ਜਿਹੜੇ ਥੋੜੇ ਜਿਹਾ ਸਮਝਦਾਰ ਹੋਏ ਉਹ ਸਾਡੇ ਨੂੰ ਪੈਸੇ ਦੇਈ ਜਾਣ। ਉਹ ਢੇਰੀ ਚੱਕਣ ਦੇ ਨੇ ਬਹਾਨਿਆਂ ਦੇ ਨਾਲ ਇਹਨਾਂ ਨੇ ਇੰਨੇ ਲੋਕਾਂ ਨੂੰ ਹਨਾ ਮੰਨ ਲਓ ਖਰਾਬ ਕੀਤਾ। ਹੁਣ ਜਿਹੜਾ ਸੱਚ ਦਾ ਅਸਲੀ ਪ੍ਰਚਾਰ ਸੀ ਭਾਈ ਸਾਹਿਬ ਲੈ ਕੇ ਆਏ ਆ, ਹੁਣ ਉਹ ਸਿਰਫ ਲੱਤਾਂ ਨਹੀਂ ਭਾਰ ਚੱਲਦੀਆਂ, ਇੱਕ ਲਾਲਚ ਆ, ਇੱਕ ਢੇਰੀ ਨਹੀਂ ਛੱਡ ਹੁੰਦੀ, ਉਹਦੇ ਕਰਕੇ ਭਾਈ ਸਾਹਿਬ ਦਾ ਸਾਥ ਦੇਣਾ ਇਹਨਾਂ ਨੂੰ ਔਖਾ ਹੋ ਰਿਹਾ। ਹੁਣ ਤਾਂ ਸਿਰਫ ਇਹਨਾਂ ਦਾ ਇੱਕੋ ਇੱਕ ਜ਼ੋਰ ਲੱਗਾ ਵੀ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਟਕਸਾਲੀ ਆਪਣੇ ਨਾਲ ਮਿਕਸ ਕਰ ਲੈਣ। ਬਿਲਕੁਲ, ਟਕਸਾਲੀ ਬਣ ਤੇ ਜ਼ੋਰ ਲੱਗਾ ਹੋਇਆ ਹੁਣ, ਕਿਉਂਕਿ ਹੁਣ ਕੋਈ ਫਰਕ ਨਹੀਂ ਰਹਿ ਗਿਆ ਇਹਨਾਂ ਦੇ ਵਿੱਚ ਤੇ ਵੈਸੇ ਵੀ ਉਹਨਾਂ 'ਚ, ਕਿਉਂਕਿ ਮਨੌਤਾਂ ਤਾਂ ਆਲਮੋਸਟ ਹੁਣ ਸੇਮ ਹੀ ਨੇ। ਥੋੜਾ ਬਹੁਤਾ ਫਰਕ ਹੈ, ਸ਼ਾਇਦ ਉਹ ਵੀ ਆਉਣ ਵਾਲੇ ਦਿਨਾਂ 'ਚ ਜਿਹੜਾ ਆ ਦੂਰ ਹੋ ਜਾਣਾ। ਇਹਨਾਂ ਨੇ ਆਪੇ ਉਹਨਾਂ ਨੂੰ ਜੱਫੀਆਂ ਪਾ ਲੈਣੀਆਂ, ਬਾਹਾਂ ਤੱਕ ਲਾਰ ਕੇ। ਤੁਸੀਂ ਦੇਖ ਲਓ ਵੀ ਟਕਸਾਲ ਦੀਆਂ ਜਾਂ ਸੰਪਰਦਾਈਆਂ ਦੀਆਂ ਜਿਹੜੀਆਂ ਮਨੌਤਾਂ ਆ ਉਹ ਪਰੰਪਰਾਵਾਂ ਤੇ ਖੜੀਆਂ ਹਨ। ਉਹ ਜਿਹੜਾ ਪ੍ਰੋਫੈਸਰ ਦਰਸ਼ਨ ਸਿੰਘ 20 ਸਾਲ ਦਾ ਰੌਲੀ ਪਾਉਣ ਲੱਗਾ ਸੀਗਾ ਪਰੰਪਰਾਵਾਂ ਨਵੀਆਂ ਬਣਾਉਣੀਆਂ, ਉਹ ਉਸੇ ਪਰੰਪਰਾਵਾਂ ਤੇ ਖੜ ਗਿਆ ਕਿ ਨਹੀਂ ਜਾ ਕੇ। ਹਾਂ, ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀਗੀ ਕਿ ਉਹ ਜਿਹੜਾ ਪਰੰਪਰਾਵਾਂ ਨੂੰ ਤੋੜਨ ਦੀ ਗੱਲ ਹੁੰਦੀ ਸੀਗੀ, ਜਿੱਦਾਂ ਵੀ ਪਰੰਪਰਾਵਾਂ ਜਿਹੜੀਆਂ ਆ ਉਹ ਸਹੀ ਨਹੀਂ ਹੈਗੀਆਂ, ਉਹਨਾਂ ਨੂੰ ਤੋੜਿਆ ਜਾਣਾ ਚਾਹੀਦਾ। ਅੱਜ ਉਹ ਪਰੰਪਰਾ ਦੱਸ ਰਿਹਾ ਵੀ ਉਹ ਪਰੰਪਰਾਵਾਂ ਜਿਹੜੀਆਂ ਬਚਾਉਣੀਆਂ ਜ਼ਰੂਰੀ ਹੈ, ਕਿਉਂਕਿ ਉੱਥੇ ਕੋਈ ਲੀਹ ਪਈ ਹੈ, ਕੋਈ ਲੰਘਿਆ ਆ, ਇਹੋ ਜਿਹੀਆਂ ਉਦਾਹਰਨਾਂ ਦੇ ਕੇ ਸਿੱਧੀਆਂ ਬੇਵਕੂਫੀ ਵਾਲੀਆਂ। ਯਾਰ ਆਉਣ ਵਾਲੀ ਪੀੜ੍ਹੀ ਨੂੰ ਕੀ ਦਵੋਗੇ ਤੁਸੀਂ? ਸੋਚਣ ਵਾਲੀ ਗੱਲ ਆ। ਤੁਸੀਂ ਤਾਂ ਚਿਰ ਜਾਂਦੇ ਲੱਗਣਾ। ਹੁਣ ਪ੍ਰੋਫੈਸਰ ਦਰਸ਼ਨ ਸਿੰਘ ਦੀ ਕਿੰਨੀ ਕੁ ਉਮਰ ਰਹਿੰਦੀ ਹੈ ਹਨਾ, ਇੱਕ ਨਾ ਇੱਕ ਦਿਨ ਚਲੇ ਜਾਣਾ। ਜਾਣ ਤੋਂ ਪਹਿਲਾਂ ਕੋਈ ਚੰਗਾ ਕੰਮ ਕਰ ਜਾਓ, ਕਿਸੇ ਨੂੰ ਕੋਈ ਅਕਲ ਦੀ ਗੱਲ ਦੱਸ ਜਾਓ। ਜਿਹੜਾ ਤੁਸੀਂ ਜਥੇਦਾਰ ਹੁੰਦੇ ਹੋਏ ਜੋ ਫੈਸਲੇ ਉਸ ਵੇਲੇ ਲਏ ਸੀ, ਆਉਣ ਵਾਲੀ ਪੀੜ੍ਹੀ ਨੂੰ ਉਹਦੇ ਬਾਰੇ ਜਾਗਰੂਕ ਕਰੋ। ਭਾਈ ਕਿਹਨੇ ਇਹ ਫੈਸਲੇ ਦਿੱਤੇ ਸੀ, ਕਿਸ ਤਰੀਕੇ ਨਾਲ ਬਰਨਾਲੇ ਨੂੰ ਰੱਸੀਆਂ ਨਾਲ ਬੰਨਿਆ, ਤੁਸੀਂ ਰੱਸੀ ਦਾ ਇੰਤਜ਼ਾਮ ਕਿੱਦਾਂ ਹੋਇਆ, ਫੱਟੀ ਦਾ ਇੰਤਜ਼ਾਮ ਕਿੱਦਾਂ ਹੋਇਆ, ਉਹ ਸਾਰੀਆਂ ਗੱਲਾਂ ਇਸ ਵੇਲੇ ਲੋਕਾਂ ਦੇ ਮੂਹਰੇ ਆ। ਪਰ ਤੁਸੀਂ ਐਂਡ ਤੱਕ ਮੂੰਹ 'ਚ ਘੁੰਗਣੀਆਂ ਪਾਈਆਂ। ਕਿਹੜੀ ਗੁਰਬਾਣੀ ਦੀ ਕਿਹੜੀ ਵਿਆਖਿਆ ਤੁਹਾਡੇ ਦਿਮਾਗ ਦੇ ਵਿੱਚ ਸੱਚ ਬੋਲਣ ਨੂੰ ਤੁਹਾਨੂੰ ਜਿਹੜਾ ਆ ਮੂਹਰੇ ਲੈ ਆਊਗੀ? ਕਮੀਣ ਪਾਉਣਾ ਤਾਂ ਇਹਨਾਂ ਤੋਂ ਛੱਡ ਨਹੀਂ ਹੁੰਦਾ। ਗੁਰਬਾਣੀ ਕਹਿੰਦੇ ਸਾਨੂੰ ਮੂੰਹ ਜਵਾਨੀ ਯਾਦ ਹੈ, ਭਾਵੇਂ ਅੱਧਾ ਗੁਰੂ ਗ੍ਰੰਥ ਸਾਹਿਬ ਮੂੰਹ ਜਵਾਨੀ ਕਿਉਂ ਨਾ ਯਾਦ ਹੋਏ ਤੁਹਾਡੇ, ਪਰ ਗੱਲ ਤਾਂ ਉਦਣ ਬਣਨੀ ਆ ਜਿੱਦਣ ਉਹਦਾ ਕੀਤਾ ਹੋਇਆ ਜਿਹੜਾ ਅਸਰ ਹੈ, ਜਿੱਦਣ ਉਹਦਾ ਇੰਪਲੀਮੈਂਟ ਕਰਨਾ ਹੈ। ਤੁਸੀਂ ਉਹਦੇ ਬਾਰੇ ਗੱਲ ਕਰਕੇ ਸੱਚਾਈ ਲੋਕਾਂ ਦੇ ਮੂਹਰੇ ਰੱਖੋਗੇ। ਪਰ ਅੱਜ ਤੁਹਾਡੇ 'ਚ ਉਹਦਾ ਕਰਨ ਦੀ ਹਿੰਮਤ ਨਹੀਂ ਹੈਗੀ, ਕਿਉਂਕਿ ਜਿਹੜੀ ਤੁਹਾਡੀ ਅੰਦਰ ਜਿਹੜੀ ਈਰਖਾ ਆ, ਜਿਹੜਾ ਸਾੜਾ ਆ, ਜਿਹੜਾ ਅੰਦਰ ਤੁਹਾਡੇ ਕਮੀਣ ਪਾਉਣਾ ਆ, ਉਹ ਤੁਹਾਨੂੰ ਉਹ ਕਰ ਨਹੀਂ ਦੇ ਰਿਹਾ। ਸੋ ਉਹਦਾ ਤੁਹਾਨੂੰ ਗੁਰਬਾਣੀ ਪੜ੍ਹਨ ਦਾ ਭਾਵੇਂ ਪੂਰਾ ਗੁਰੂ ਗ੍ਰੰਥ ਸਾਹਿਬ ਵੀ ਜਾਂਦੇ ਹੋਏ ਯਾਦ ਕਰਕੇ ਨਾਲ ਚਲੇ ਜਾਓ। ਜਿੱਦਣ ਚਲੇ ਜਾਣਾ ਦੁਨੀਆ ਤੋਂ, ਇਹ ਦਿਮਾਗ ਨਾਲ ਹੀ ਸੜ ਜਾਣਾ, ਨਾਲ ਹੀ ਸਾਰਾ ਕੁਝ ਚਲੇ ਜਾਣਾ। ਜੇ ਆਉਣ ਵਾਲੀ ਪੀੜ੍ਹੀ ਨੂੰ ਕੁਝ ਦੇਣਾ ਚਾਹੁੰਦੇ ਹੋ, ਅੱਜ ਸਮਾਂ ਆ, ਅੱਜ ਮਾਹੌਲ ਬਣ ਚੁੱਕਾ ਆ। ਅੱਜ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ, ਹੁਣ ਵਾਲੀ ਜਿਹੜੀ ਜਨਰੇਸ਼ਨ ਹੈ, ਉਹਦੇ ਦਿਮਾਗ ਦੇ ਵਿੱਚ ਗੱਲਾਂ ਪੈ ਰਹੀਆਂ ਨੇ। ਅੱਜ ਉਹਨਾਂ ਨੂੰ ਗੱਲ ਸਮਝ ਆਉਣ ਲੱਗ ਪਈ ਹੈ ਕਿ ਇਹ ਜਿਹੜਾ ਪੂਰਾ ਪੁਜਾਰੀ ਮਾਫੀਆ ਜਿਹੜਾ ਆ ਉਹ ਕਿਸ ਤਰੀਕੇ ਨਾਲ ਕੰਮ ਕਰਦਾ, ਇਹ ਕਿੱਥੋਂ ਹੁਕਮ ਆਉਂਦੇ ਨੇ, ਕੌਣ ਪਾਲਣਾ ਕਰਦਾ, ਕੌਣ ਕਿਸ ਤਰੀਕੇ ਨਾਲ ਥਾਪੇ ਜਾਂਦੇ ਨੇ ਜਥੇਦਾਰ, ਉਹ ਕਿਸ ਤਰੀਕੇ ਨਾਲ ਸਾਰਾ ਕੁਝ ਹੁੰਦਾ ਆ। ਉਹ ਸਾਰਾ ਅੱਜ ਦੀ ਜਨਰੇਸ਼ਨ ਦੇ ਮੂਹਰੇ ਆ ਗਿਆ। ਪਰ ਤੁਸੀਂ ਆਪਣੇ ਜਿਹੜੀਆਂ ਮੂੰਹ 'ਚ ਘੁੰਗਣੀਆਂ ਪਾਈਆਂ, ਜਿੱਦਾਂ ਸਰਬ ਸਿੰਘ ਧੁੰਦਾ ਕਹਿੰਦਾ ਸੀਗਾ, ਅੱਜ ਘੁੰਗਣੀਆਂ ਤੁਹਾਡੇ ਸਾਰੇ ਜਾਗਰੂਕਾਂ ਦੇ ਮੂੰਹ 'ਚ ਪੈ ਗਈਆਂ। ਜਿੱਦਣ ਅੱਜ ਤੁਹਾਨੂੰ ਬੋਲਣ ਦਾ ਸਮਾਂ ਸੀ, ਅੱਜ ਤੁਸੀਂ ਜਿਹੜਾ ਬੋਲਣ ਤੋਂ ਜਿਹੜਾ ਕਿਨਾਰਾ ਕਰ ਲਿਆ। ਸਿਰਫ ਇੱਕ ਬੰਦਾ ਆਪਣੇ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਹੁਣੀ,
ਉਹ ਜਦੋਂ ਅੱਜ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਹੱਕ 'ਚ ਖੜੇ ਹੋਏ ਤਾਂ ਤੁਹਾਨੂੰ ਅੱਜ ਫੇਰ ਹੱਥਾਂ ਪੈਰਾਂ ਦੀਆਂ ਪੈ ਗਈਆਂ। ਅੱਜ ਆਪਣੀਆਂ ਵੈਬਸਾਈਟਾਂ ਤੇ ਖਾਲਸਾ ਨਿਊਜ਼ ਵਰਗੀਆਂ ਜਿਹੜੇ ਹਰ ਵੇਲੇ ਬਸ ਜਿਨ੍ਹਾਂ ਦਾ ਕੰਮ ਹੀ ਬਸ ਜਿਹੜਾ ਡੱਬੂ ਜਿਹੜਾ ਕਹਿੰਦੇ ਹੁੰਦੇ ਸੀ ਕੰਧ ਤੇ ਜਿਹੜਾ ਹੋ ਜਾਂਦਾ ਹਨਾ, ਉਸ ਹਿਸਾਬ ਨਾਲ ਜਿਹੜਾ ਬਸ ਉਹਨਾਂ ਦਾ ਕੰਮ ਹੀ ਅੱਗ ਲਾਉਣ ਦਾ ਆ। ਉਹਦੇ ਵਿੱਚ ਅੱਜ ਪ੍ਰੋਫੈਸਰ ਇੰਦਰ ਸਿੰਘ ਘੱਗਾ ਦੇ ਬਾਰੇ 'ਚ ਭੱਦੀ ਸ਼ਬਦਾਵਲੀ ਤੁਹਾਡੇ ਵੱਲੋਂ ਵਰਤੀ ਜਾ ਰਹੀ ਹੈ। ਨਹੀਂ, ਤੁਸੀਂ ਇੱਕ ਗੱਲ ਧਿਆਨ ਰੱਖਿਓ ਨਾ ਵੀ ਇਹ ਵੀ ਸਿਰਫ ਇੱਕ ਵਿਰੋਧਤਾ ਦੇ ਵਿੱਚੋਂ ਇਕੱਠੇ ਹੋਏ ਆ। ਹਾਂਜੀ, ਇਹੀ ਗੁਰਚਰਨ ਸਿੰਘ ਜੂਨ ਵਾਲਾ ਕਿਸੇ ਟਾਈਮ ਖਾਲਸਾ ਨਿਊਜ਼ ਦੇ ਖਿਲਾਫ ਮੰਨ ਲਓ ਡਾਂਗ ਉਹ ਭਰਾਉਂਦਾ ਹੁੰਦਾ ਸੀ ਆਪਣੇ ਆਰਟੀਕਲਾਂ ਦੇ ਵਿੱਚ ਹੱਦੋਂ ਵੱਧ। ਅੱਜ ਤੁਸੀਂ ਦੇਖ ਲਓ ਵੀ ਉਹਦੇ ਪੋਸਟਾਂ ਖਾਲਸਾ ਨਿਊਜ਼ ਵਾਲੇ ਲਾਂਟੀ ਬਣ ਕੇ ਕਿੱਦਾਂ ਸ਼ੇਅਰ ਕਰ ਰਹੇ। ਸਿਰਫ ਤੇ ਸਿਰਫ ਪ੍ਰੋਫੈਸਰ ਇੰਦਰ ਸਿੰਘ ਜੀ ਘੱਗਾ ਹੋਣਾ ਦੀ ਹਨਾ ਉਹ ਮੰਨ ਲਓ ਸੱਚਾਈ ਦਾ ਉਹਨੇ ਸਾਥ ਦੇਣ ਨੂੰ ਕਿਹਾ ਸੀ। ਹਾਂਜੀ, ਉਹਨੇ ਕੋਈ ਇਹ ਤਾਂ ਨਹੀਂ ਕਿਹਾ ਹੈਗਾ ਵੀ ਭਾਈ ਸਾਹਿਬ ਨੇ ਵੀ ਬਹੁਤ ਤਕੜੀ ਮੱਲ ਮਾਲੀ। ਉਹਨੇ ਇਹ ਕਿਹਾ ਵੀ ਭਾਈ ਸਾਹਿਬ ਜਿਹੜੀ ਅਸਲੀ ਤੇ ਚੱਲ ਰਿਹਾ ਤੁਸੀਂ ਸਾਰੇ ਜਣੇ ਰਲ ਕੇ ਸਾਥ ਦਿਓ, ਤੁਸੀਂ ਚੱਲਦੇ ਰਹੇ ਆ। ਅੱਜ ਪ੍ਰੋਫੈਸਰ ਇੰਦਰ ਸਿੰਘ ਘੱਗਾ ਮੰਨ ਲਓ ਭਾਈ ਸਾਹਿਬ ਦੇ ਵਿਰੋਧ 'ਚ ਖੜ ਜਾਂਦੇ। ਜਿਹੜੀਆਂ ਗੱਲਾਂ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਕਰ ਰਹੇ ਆ ਵਿਰੋਧ 'ਚ ਜਾਣ ਲਈ ਪ੍ਰੋਫੈਸਰ ਇੰਦਰ ਸਿੰਘ ਘੱਗਾ ਨੂੰ ਕਰਨਾ ਕੀ ਪੈਣਾ ਸੀਗਾ? ਉਹਨਾਂ ਨੂੰ ਆਪਣੀਆਂ ਕਈਆਂ ਹੋਈਆਂ ਗੱਲਾਂ ਜਿਹੜੀਆਂ ਉਹਨਾਂ ਨੇ ਔਨ ਰਿਕਾਰਡ ਬੁੱਕਾਂ 'ਚ ਦਰਜ ਕੀਤੀਆਂ ਹੋਈਆਂ ਨੇ ਨਾ, ਉਹਨਾਂ ਨੂੰ ਉਹ ਗੱਲਾਂ ਆਪਣੀਆਂ ਕਈਆਂ ਹੋਈਆਂ ਕੱਟਣੀਆਂ ਪੈਣੀਆਂ ਸੀ, ਕਿਉਂਕਿ ਸਾਰੀਆਂ ਗੱਲਾਂ ਉਹ ਕਰ ਚੁੱਕੇ ਨੇ ਪਹਿਲਾਂ। ਜੋ ਅੱਜ ਜਿਹੜੀਆਂ ਗੱਲਾਂ ਅੱਜ ਦੁਨੀਆ ਦੇ ਮੂਹਰੇ ਹੋ ਰਹੀਆਂ ਨੇ, ਅੱਜ ਉਹਨਾਂ ਨੇ ਆਪਣੇ ਨਾਲ ਸਟੈਂਡ ਲਿਆ, ਨਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ। ਅੱਜ ਉਹ ਆਪਣੇ ਆਪ ਨਾਲ ਖੜੇ ਹੋਏ ਆ। ਭਾਈ ਰਣਜੀਤ ਸਿੰਘ ਢੱਡਰੀਆਂ ਨਾਲ ਉਹਨਾਂ ਨੇ ਇਹ ਲੱਗਾ ਆ ਕਿ ਇਹ ਜਿਹੜੀ ਲੀਹ ਹੈ ਜਿਹੜੀ ਚੱਲ ਰਿਹਾ ਆ ਅੱਜ ਜੋ ਸਿਸਟਮ ਹੈ, ਅੱਜ ਕਿਤੇ ਨਾ ਕਿਤੇ ਇਹ ਜਿਹੜਾ ਢਾਂਚਾ ਹੈ, ਜਿਹੜਾ ਪੁਜਾਰੀ ਮਾਫੀਆ ਦਾ ਸਿਸਟਮ ਹੈ, ਇਹਦੀਆਂ ਜੜ੍ਹਾਂ ਅੱਜ ਕਿਤੇ ਨਾ ਕਿਤੇ ਹਿੱਲ ਰਹੀਆਂ ਆ। ਉਹਦੇ ਵਿੱਚ ਜਿਹੜੀਆਂ ਮੈਂ ਇੰਨੇ ਚਿਰ ਤੋਂ ਜੋ ਅੱਜ ਤੱਕ ਗੱਲਾਂ ਕਰਦਾ ਆ ਰਿਹਾ ਆ, ਅੱਜ ਮੈਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਦਾ ਥੋੜਾ ਬਹੁਤਾ ਸਾਥ ਦੇ ਕੇ ਉਹ ਜਿਹੜਾ ਉਹਨਾਂ ਨੇ ਸੁਪਨਾ ਦੇਖਿਆ ਸੀ ਆਪਣੀ ਜ਼ਿੰਦਗੀ ਦੇ ਵਿੱਚ ਕਿ ਕਿਤੇ ਨਾ ਕਿਤੇ ਗੁਰੂ ਨਾਨਕ ਦੀ ਸਿੱਖੀ ਜਿਹੜੀ ਹੈ ਉਸ ਮੁੜ ਸੁਰਜੀਤ ਹੋਵੇ, ਉਹ ਸੁਪਨਾ ਕਿਤੇ ਨਾ ਕਿਤੇ ਉਹਨਾਂ ਨੂੰ ਸਾਕਾਰ ਹੁੰਦਾ ਨਜ਼ਰ ਆਇਆ। ਤਾਂ ਕਰਕੇ ਅੱਜ ਉਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਦੇਖ ਲਓ ਵੀ ਇਹ ਜਿਹੜੇ ਪ੍ਰੋਫੈਸਰ ਇੰਦਰ ਸਿੰਘ ਜੀ ਘੱਗਾ ਹੋਣਾ ਤੋਂ ਪੜ੍ਹੇ ਸੀ ਵਿਦਿਆਰਥੀ, ਹਾਂਜੀ, ਜਿਹੜੇ ਗਾਂ ਉਹਨਾਂ ਦੇ ਚਾਪਲੂਸ ਵਾ, ਉਹ ਅੱਜ ਦੇਖ ਲਓ ਉਸੇ ਆਪਣੇ ਪ੍ਰੋਫੈਸਰ ਇੰਦਰ ਸਿੰਘ ਜੀ ਘੱਗਾ ਹੋਣਾ ਖਿਲਾਫ ਇੰਨੀ ਜ਼ਹਿਰ ਉਗਲ ਰਹੇ ਹੱਦੋਂ ਵੱਧ। ਬਿਲਕੁਲ, ਇਹਨਾਂ ਨੂੰ ਧੁੰਦੇ ਹੋਣਾ ਨੂੰ, ਸਬਰੇ ਨੂੰ, ਆਪਣੇ ਜਿਹਨੂੰ ਇੱਕ ਰਟੌਲ ਵਾ, ਹੋਰ ਕਾਫੀ ਬੰਦੇ ਦਦੇਰ ਵਾ, ਸੁਖਵਿੰਦਰ ਸਿੰਘ ਦਦੇਰ, ਇਹਨਾਂ ਨੂੰ ਲਾਂਟੀਆਂ ਨੂੰ ਸ਼ਰਮ ਨਹੀਂ ਆਉਂਦੀ ਵੀ ਸਾਡੇ ਪ੍ਰੋਫੈਸਰ ਦੇ ਖਿਲਾਫ ਸਾਡੇ ਚਾਪਲੂਸ ਬਕਵਾਸ ਕਰਨ ਲੱਗੇ ਹੋ। ਬਿਲਕੁਲ, ਤੁਸੀਂ ਦੇਖੋ ਵੀ ਕਿੰਨੀ ਘਟੀਆ ਦਰਜੇ ਦੀ ਅਰਵਿੰਦਰ ਸਿੰਘ ਵਾ ਇੱਕ ਭਾਬੀ ਦਾ ਘਰ ਵਾਲਾ, ਉਹ ਇੰਨੀ ਘਟੀਆ ਪੋਸਟਾਂ ਪਾਉਣ ਲੱਗਾ, ਲਾਂਟੀਆਂ ਨੂੰ ਧੁੰਦੇ ਨੂੰ ਪਤਾ ਨਹੀਂ ਲੱਗਦਾ, ਧੁੰਦੇ ਨੂੰ ਸਾਰਾ ਕੁਝ ਦਿਸਦਾ। ਫਿਰ ਤੁਸੀਂ ਦੇਖੋ ਉਹ ਇੱਕ ਮਿਆਣੀ ਆ, ਉਹ ਦੇਖੋ ਕਿੰਨੀ ਬਕਵਾਸ ਕਰਦਾ। ਉਹ ਸਾਰਾ ਕੁਝ ਦਿਖ ਰਿਹਾ ਇਹਨਾਂ ਦੇ ਮੋਹਰੇ। ਪ੍ਰੋਫੈਸਰ ਇੰਦਰ ਸਿੰਘ ਜੀ ਘੱਗਾ ਹੋਣਾ ਨੇ ਸਿਰਫ ਤੇ ਸਿਰਫ ਇਹ ਸੋਚਿਆ ਸੀਗਾ ਵੀ ਜਿੱਥੇ ਸੱਚ ਹੋ ਮੈਂ ਸੱਚ ਦਾ ਸਾਥ ਦੇਵਾਂ। ਜੇ ਕਿਤੇ ਉਹ ਵੀ ਢੇਰੀ ਦੇ ਚੱਕਰ 'ਚ ਹੁੰਦੇ ਹੁਣ ਤੇ ਉਹਨਾਂ ਨੇ ਮੈਨੂੰ ਸਿਖਾਣਾ, ਕਿਉਂਕਿ ਉਹਨਾਂ ਨੂੰ ਢੇਰੀਆਂ ਦੀ ਪਰਵਾਹ ਨਹੀਂ ਹੈਗੀ। ਬਿਲਕੁਲ, ਉਹਨਾਂ ਨੇ ਉਹ ਪਰਵਾਹ ਸਾਰੀ ਉਮਰ ਦੀ ਮੰਨੀ, ਆਪਣੇ ਮੋਹਰੇ ਆ ਸਾਰਾ ਕੁਝ। ਜਿਹੜੇ ਬੰਦੇ ਢੇਰੀਆਂ ਨਾਲ ਲਾਲਚ ਨਾਲ ਜੁੜੇ ਰਹੇ ਉਹ ਹਜੇ ਤੇ ਪਾਸੇ ਆ। ਜਿੱਦਾਂ ਹੁਣ ਪ੍ਰੋਫੈਸਰ ਇੰਦਰ ਸਿੰਘ ਜੀ ਘੱਗਾ ਹੋਏ, ਉਹਨਾਂ ਨੇ ਕੋਈ ਢੇਰੀਆਂ ਦੀ ਪਰਵਾਹ ਨਹੀਂ ਕੀਤੀ, ਨਾ ਉਹਨਾਂ ਨੂੰ ਸੀਗੀ ਸ਼ੁਰੂ ਤੋਂ। ਹਾਂਜੀ, ਇਸ ਕਰਕੇ ਜਿਹੜੀ ਦਲੀਲ, ਜਿਹੜੀ ਅਪੀਲ ਪ੍ਰੋਫੈਸਰ ਇੰਦਰ ਸਿੰਘ ਘੱਗਾ ਹੋਣਾ ਕੋਲ, ਤੁਸੀਂ ਦੇਖੋ ਇਹਨਾਂ ਕੋਲ ਕਿਸੇ ਕੋਲ ਹੈਗੀ ਹੈ। ਬਿਲਕੁਲ, ਅੱਜ ਹਿੰਮਤ ਤਾਂ ਫੇਰ ਕਰਦੇ ਨਾ ਜਦੋਂ ਕਈਆਂ ਹੋਈਆਂ ਗੱਲਾਂ ਨੂੰ, ਜੇ ਅੱਜ ਪ੍ਰੋਫੈਸਰ ਇੰਦਰ ਸਿੰਘ ਘੱਗਾ ਹੋਣਾ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਅੱਜ ਤੁਸੀਂ ਸਾਰੇ ਜਾਗਰੂਕ ਹੋ ਕੇ ਪ੍ਰਣ ਕਰ ਲਓ ਬਈ, ਜਿਹੜੀਆਂ ਗੱਲਾਂ ਪ੍ਰੋਫੈਸਰ ਇੰਦਰ ਸਿੰਘ ਘੱਗਾ ਹੋਣਾ ਨੇ ਪਹਿਲਾਂ ਕਹੀਆਂ ਨੇ, ਜੋ ਗੱਲਾਂ ਅੱਜ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕਰ ਰਹੇ ਨੇ, ਨਗੋਚਾਂ ਜੀਆਂ ਜਿਹੜੀਆਂ ਕੱਢਦੇ ਹੋ ਨਾ, ਉਹਨੂੰ ਛੱਡ ਕੇ ਉਹਦੇ ਵਿਰੁੱਧ ਆਪਣਾ ਕੁਝ ਨਾ ਕੁਝ ਪਲੇਟਫਾਰਮ ਕਾਇਮ ਕਰਕੇ ਉਹਦੇ ਵਿਰੁੱਧ ਜਿਹੜੀਆਂ ਗੱਲਾਂ ਨੇ, ਜਿਹੜੀਆਂ ਤੁਹਾਡੇ ਕੋਲ ਸੱਚਾਈ ਹੈ, ਉਹ ਲੋਕਾਂ ਦੇ ਮੂਹਰੇ ਰੱਖਣੀ ਸ਼ੁਰੂ ਕਰੋ। ਨਾ ਕਿ ਜਿਹੜੀਆਂ ਤੁਸੀਂ ਆ ਕਮੀਣਗੀਆਂ ਕਰਦੇ ਹੋ, ਜਿਹੜੀਆਂ ਨਿੱਜੀ ਇਲਜ਼ਾਮ ਲਾਉਣੇ, ਤਰ੍ਹਾਂ ਜੀ ਕੁਝ ਪੁੱਠੇ ਸਿੱਧੇ ਕਮੈਂਟ ਕਰਨੇ, ਇਹੋ ਜਿਹੀਆਂ ਗੱਲਾਂ ਛੱਡ ਕੇ ਲੋਕਾਂ ਨੂੰ ਆਪਣੇ ਵੱਲ ਅਟਰੈਕਟ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਸਹੀ ਟਰੈਕ ਤੇ ਨਹੀਂ ਹੈਗੇ, ਤਾਂ ਆਪਣੇ ਵੱਲੋਂ ਲੋਕਾਂ ਨੂੰ ਟਰੈਕ ਦਿਓ। ਜੇ ਤੁਹਾਡਾ ਟਰੈਕ ਚੰਗਾ ਹੋਊਗਾ, ਲੋਕੀ ਤੁਹਾਡੇ ਵੱਲ ਆ ਕੇ ਖੜ ਜਾਣਗੇ। ਭਾਈ ਇਹ ਚ ਗੱਲ ਕਾਦੀ ਹੈ, ਇਹਦੇ ਚ ਕਿਹੜੇ ਜ਼ੋਰ ਕੀ ਲੱਗਦਾ? ਮਤਲਬ ਦੇਖੋ ਭਾਈ ਸਾਹਿਬ ਤਾਂ ਹੁਣ 4 ਸਾਲ ਦੇ ਆਏ ਆ, ਇਹ ਕਿੰਨੇ ਚਿਰ ਦੇ ਆ, 20 ਸਾਲਾਂ ਦੇ, 96 ਦੇ ਲੱਗੇ ਹੋ। ਇਹਨਾਂ ਦਾ ਉਦੋਂ ਟਰੈਕ ਵਧੀਆ ਸੀ ਤੇ ਸੰਗਤ ਇੰਨੀ ਜੁੜਦੀ ਰਹੀ ਆ। ਹੁਣ ਜੇ ਭਾਈ ਸਾਹਿਬ ਨੇ ਵਧੀਆ ਇਹਨਾਂ ਦੀਆਂ ਗੱਲਾਂ ਜਿਹੜੀਆਂ ਇਹ ਆ, ਉਹਨੇ ਆਪਣੇ ਹਿਸਾਬ ਨਾਲ ਕਹਿਣੀਆਂ, ਕਈਆਂ ਤਾਂ ਇਹਨਾਂ ਦੀਆਂ ਕਈਆਂ ਪਹਿਲਾਂ ਗੱਲਾਂ ਆ। ਬਿਲਕੁਲ, ਪਰ ਇਹਨਾਂ ਨੂੰ ਅੰਦਰਲਾ ਜਿਹੜਾ ਸਾੜਾ ਆ ਵੀ ਸਾਡੇ ਤੋਂ ਗਾਂਹ ਕਾਹਦੇ ਨਿਕਲ ਗਿਆ। ਬਿਲਕੁਲ, ਇਹੀ ਹੈ, ਹਮੇਸ਼ਾ ਉਹੀ ਸਾੜਾ ਇਹਨਾਂ ਨੂੰ ਮਾਰੀ ਜਾਂਦਾ ਵੀ ਅਸੀਂ ਸਮਾਂਗੇ ਜਿਹੜੀਆਂ ਮੰਨ ਲਓ ਵੀ ਗੱਲਾਂ ਕਰਦੇ ਸੀਗੇ, ਇਹਨਾਂ ਨੂੰ ਤਾਂ ਮਾਣ ਕਰਨਾ ਚਾਹੀਦਾ ਸੀ। ਬਿਲਕੁਲ, ਅੱਜ ਜੇ ਮਾਣ ਕਰਦੇ ਨਾ, ਕਾਂ ਨੂੰ ਇਹਨਾਂ ਦਾ ਵੀ ਨਾਂ ਜਿਹੜਾ ਆ ਰਹਿੰਦੀ ਦੁਨੀਆ ਤੱਕ ਇਸੇ ਤਰੀਕੇ ਨਾਲ ਰਹਿੰਦਾ। ਕਿਉਂਕਿ ਜੇ ਅੱਜ ਇਹ ਆਪਣੀਆਂ ਹੀ ਕਈਆਂ ਗੋਈਆਂ ਗੱਲਾਂ ਅੱਜ ਆਪਣੀਆਂ ਲੱਤਾਂ 'ਚ ਫਸ ਕੇ ਕਾਹਤੋਂ ਡਿੱਗਣ ਲੱਗ ਪਿਆ। ਤੁਸੀਂ ਇਹ ਦੇਖੋ ਵੀ ਮੰਨ ਲਓ ਵੀ ਘਟੀਆ ਬਿਆਨਬਾਜ਼ੀ ਵੀ ਉਹਨਾਂ ਦੇ ਖਿਲਾਫ ਕਰਦੇ ਆ। ਹੁਣ ਜਿੱਦਾਂ ਘੱਗਾ ਜੀ ਹੋਣੀ ਆ, ਹਾਂਜੀ,
ਉਹ ਘੱਟੋ ਘੱਟ ਤੁਸੀਂ ਸ਼ਰਮ ਕਰ ਲੈਂਦੇ। ਤੁਸੀਂ ਉਹਨਾਂ ਤੋਂ ਸਿੱਖੇ ਆ, ਪੜ੍ਹੇ ਆ, ਤੁਸੀਂ ਆਪਣੇ ਚਾਪਲੂਸਾਂ ਤੋਂ ਉਹਨਾਂ ਦੇ ਖਿਲਾਫ ਤਾਂ ਨਾ ਘਟੀਆ ਪੋਸਟਾਂ ਪਵਾਓ। ਬਿਲਕੁਲ ਕੀ ਗੱਲ ਇਹ ਜਿਹੜੀਆਂ ਪੋਸਟਾਂ ਘੱਗਾ ਜੀ ਦੇ ਖਿਲਾਫ ਜਾਂ ਉਹਨਾਂ ਦੇ ਪਰਿਵਾਰ ਦੇ ਖਿਲਾਫ ਪੈਂਦੀਆਂ, ਇਹਨਾਂ ਨੂੰ ਦੀਦੀਆਂ ਨਹੀਂ ਵੀ ਸਾਡੇ ਚਾਪਲੂਸ ਪਾ ਰਹੇ। ਬਿਲਕੁਲ ਸਿਰਫ ਤੇ ਸਿਰਫ ਇਹ ਪਵਾ ਰਹੇ ਆ ਪਿੱਛੋਂ ਸਾਰੀ ਇਹਨਾਂ ਦੀ ਸੁਲ੍ਹਾ ਦੇ ਨਾਲ ਪਾਈਆਂ ਜਾ ਰਹੀਆਂ ਸਾਰੀਆਂ। ਹੁਣ ਜਦੋਂ ਇਹ ਗੱਲ ਕਰਦੇ ਹੋ ਕਿ ਢੱਡਰੀਆਂ ਵਾਲੇ ਜਦੋਂ ਹਰੇਕ ਗੱਲ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਆਪ ਚੁੱਕਦੇ ਨੇ, ਸਾਨੂੰ ਢੱਡਰੀਆਂ ਵਾਲੇ ਕਿਹੜੀ ਗੱਲ ਤੋਂ ਪਸੰਦ ਹੈ? ਸਾਨੂੰ ਕਿਉਂ ਮਾਣ ਹੁੰਦਾ ਕਿ ਅੱਜ ਸਾਨੂੰ ਇਹੋ ਜਿਹਾ ਆਗੂ ਮਿਲਿਆ ਜਿਹਦੇ ਨਾਲ ਅਸੀਂ ਖੜ ਕੇ ਅਸੀਂ ਅੱਜ ਦੁਨੀਆ ਦੇ ਮੋਹਰੇ ਜਿੱਦਾਂ ਹਿੱਕ ਨਾਲ ਜਿੱਦਾਂ ਹਿੱਕ ਠੋਕ ਕੇ ਇਹਦਾ ਮਾਣ ਦੇ ਨਾਲ ਅਸੀਂ ਆਪਣੇ ਤੁਰ ਸਕਦੇ ਹਾਂ। ਕਿਉਂਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਉਹ ਬਿਆਨ ਦਿੰਦੇ ਨੇ ਉਹਦੀ ਜ਼ਿੰਮੇਵਾਰੀ ਉਹ ਖੁਦ ਚੱਕਦੇ ਨੇ। ਇਦਾਂ ਨਾ ਕਿ ਜਿਹੜੇ ਤੁਹਾਡੇ ਵਾਂਗੂ ਮਗਰ ਇਦਾਂ ਬੰਦੇ ਛੱਡ ਕੇ ਇਹੋ ਜਿਹਾ ਨਕੋਚਾ ਨਹੀਂ ਕਰਦੇ। ਜੇ ਕੋਈ ਬੰਦਾ ਗਲਤ ਕਰਦਾ ਦਿਸਦਾ ਨਾ, ਉਸੇ ਵੇਲੇ ਉਹਨੂੰ ਝਾੜਿਆ ਜਾਂਦਾ, ਉਸੇ ਵੇਲੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਸਿੱਧਾ ਇਹ ਗੱਲ ਕਹਿਤੀ ਜਾਂਦੀ ਹੈ, ਭਾਈ ਇਹ ਜਿਹੜਾ ਬੰਦਾ ਹੈ ਇਹਦਾ ਸਾਡੇ ਨਾਲ ਕੋਈ ਨਾਤਾ ਨਹੀਂ, ਇਹੋ ਜਿਹੀਆਂ ਗੱਲਾਂ ਜਿਹੜੀਆਂ ਤੁਸੀਂ ਕਰਨੀਆਂ ਬੰਦ ਕਰੋ। ਸ਼ਬਦਾਵਲੀ ਸਹੀ ਹੋਣੀ ਚਾਹੀਦੀ ਹੈ। ਜੇ ਕਿਸੇ ਨੇ ਗੱਲ ਕਰਨੀ ਹੈ ਤਾਂ ਉਸ ਨੂੰ ਸਹੀ ਸ਼ਬਦਾਵਲੀ ਦੇ ਵਿੱਚ ਸਿਰਫ ਫੈਕਟਸ ਦੇ ਆਧਾਰ ਤੇ ਉੱਤੇ ਗੱਲ ਹੋਣੀ ਚਾਹੀਦੀ ਹੈ, ਨਾ ਕਿ ਜਬਲੀਆਂ ਜਿਹੜੀਆਂ ਤੁਸੀਂ ਮਾਰਦੇ ਹੋ, ਜਿਹੜੀਆਂ ਤੁਸੀਂ ਨਿੱਜੀ ਇਲਜ਼ਾਮਬਾਜ਼ੀ ਜਿਹੜੀ ਬਹੁਤ ਛੇਤੀ ਸ਼ੁਰੂ ਕਰ ਦਿੰਦੇ ਹੋ, ਉਹ ਜਿਹੜੀ ਹੈ ਉਹ ਬੰਦ ਹੋਣੀ ਚਾਹੀਦੀ ਹੈ। ਸੋ ਜਿਹੜਾ ਤੁਸੀਂ ਕਰਦੇ ਹੋ ਉਹ ਲੋਕਾਂ ਦੇ ਮੂਹਰੇ ਬਿਲਕੁਲ ਆਉਣਾ ਹੀ ਆਉਣਾ ਹੈ। ਜਾਗਰੂਕਾਂ ਦੀ ਜਿਹੜੀ ਗੱਲ ਹੈ ਉਹ ਤਾਂ ਇੱਥੋਂ ਤੱਕ ਹੈ ਭਾਈ, ਜੇ ਤੁਸੀਂ ਇਸੇ ਤਰੀਕੇ ਨਾਲ ਚੱਲਦੇ ਰਹੇ ਤਾਂ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਦੇ ਮੂਹਰੇ ਇਹ ਚੀਜ਼ਾਂ ਲੁਕੀਆਂ ਨਹੀਂ ਰਹਿਣੀਆਂ। ਸੋ ਹੁਣ ਆਪਾਂ ਜਿਹੜੀ ਗੱਲ ਕਰਨੀ ਹੈ ਉਹ ਆਪਾਂ ਕਰਨੀ ਹੈ ਜਿਹੜਾ ਹੋਲੇ ਮਹੱਲੇ ਦਾ ਪ੍ਰੋਗਰਾਮ ਹੋਇਆ ਪਿੱਛੇ ਜਿਹੇ, ਉਹਦੇ ਵਿੱਚ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ, ਤੇ ਸਿਆਸੀ ਕਾਨਫਰੰਸਾਂ ਵੀ ਹੁੰਦੀਆਂ ਨੇ, ਧਾਰਮਿਕ ਜਿਹੜਾ ਹੈ ਉਹ ਵੀ ਸਟੇਜ ਲਾਈ ਜਾਂਦੀ ਹੈ। ਉਹਦੇ ਇਸ ਵਾਰ ਜਿਹੜਾ ਹੋਲਾ ਮਹੱਲਾ ਹੋਇਆ ਨਾ, ਉਹ ਇਸ ਤਰੀਕੇ ਨਾਲ ਲੱਗਾ ਵੀ ਉਹ ਜਿੰਨੀ ਸਟੇਜ ਦੇ ਉੱਤੇ ਜੋ ਸਪੀਚਾਂ ਹੋਈਆਂ ਆ ਉਹਦੇ ਉੱਤੇ ਐਤਕੀ ਮੇਨ ਮੁੱਦਾ ਨਾ ਤਾਂ ਧਰਮ ਪ੍ਰਚਾਰ ਸੀਗਾ, ਉਹਦੇ ਉੱਤੇ ਨਾ ਮੇਨ ਮੁੱਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ ਮਹੱਲਾ ਕਿਉਂ ਸ਼ੁਰੂ ਕੀਤਾ ਉਹ ਸੀਗਾ, ਕਿਉਂ ਸਿੱਖ ਇਸ ਹੋਲੇ ਮਹੱਲੇ ਨੂੰ ਮਨਾਉਂਦੇ ਨੇ ਉਹ ਸੀਗਾ, ਹਨਾ। ਪਰ ਉਹਦੇ ਵਿੱਚ ਸਿਰਫ ਮੁੱਦਾ ਇੱਕੋ ਸੀਗਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਕਿ ਅੱਜ ਜੋ ਕਰਦੇ ਪਏ ਨੇ ਉਹਨੂੰ ਕਿਸ ਤਰੀਕੇ ਨਾਲ ਰੋਕਿਆ ਜਾਵੇ। ਉਹਦੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਵੀ ਬਿਆਨ ਆਇਆ ਅਤੇ ਆਪਣੇ ਧੁੰਮਾ ਜੀ ਹੋਣਾ ਦਾ, ਹਨਾ, ਬਾਬੇ ਧੁੰਮੇ ਦਾ ਵੀ ਉਹਦੇ 'ਚ ਬਿਆਨ ਆਇਆ। ਉਹਦੇ ਬਾਰੇ ਆਪਾਂ ਹੁਣ ਕੁਝ ਨਾ ਕੁਝ ਗੱਲਬਾਤ ਕਰਨੀ ਹੈ। ਮੈਂ ਵੀਰ ਸਤਿੰਦਰ ਸਿੰਘ ਉਹਨਾਂ ਨੂੰ ਬੇਨਤੀ ਕਰਦਾ ਜੀ, ਤੁਸੀਂ ਉਹ ਬਿਆਨ ਸੁਣਿਆ ਹੋਣਾ? ਹਾਂਜੀ, ਇੱਕ ਜਥੇਦਾਰ ਜੀ ਦਾ ਬਿਆਨ ਆਇਆ ਸੀਗਾ ਕਿ ਇਸ ਕੌਮ ਦੇ ਆਗੂ ਹੋਣ ਦੇ ਨਾਤੇ ਤੇ ਕਿ ਜਥੇਦਾਰ ਜੀ ਇਹ ਬਿਆਨ ਦੇਣ ਯੋਗ ਹੈ ਕਿ ਨਹੀਂ, ਕਿ ਕਰੋਨਾ ਵਾਇਰਸ ਬਾਰੇ ਉਹਨਾਂ ਨੇ ਇੱਕ ਬਿਆਨ ਦਿੱਤਾ। ਹਾਂਜੀ, ਕਿ ਵੀ ਸ਼ੁਰੂਆਤ ਕਰੋਨਾ ਵਾਇਰਸ ਤੋਂ ਹੋਈ, ਜਿੱਥੇ ਦੁਨੀਆ ਡਰੀ ਪਈ ਆ, ਉਹਨਾਂ ਦੇ ਕਹਿਣ ਦਾ ਮਤਲਬ ਜਿੱਥੇ ਦੁਨੀਆ ਡਰੀ ਪਈ ਆ ਉੱਥੇ ਖਾਲਸੇ ਦੀ ਬੇਪਰਵਾਹੀ ਦਾ ਸਬੂਤ। ਹਾਂਜੀ, ਯਾਨੀ ਕਿ ਬਈ ਗੱਲ ਕਿਹੜੀ ਹੋ ਰਹੀ ਆ ਤੇ ਇਹ ਸਬੂਤ ਦਵਾਂਗੇ ਕਿ ਵੀ ਖਾਲਸਾ ਇਸ ਕਰਕੇ ਬੇਪਰਵਾਹੀ ਆ ਬਈ ਜਿੱਥੇ ਤਾਂ ਸਾਰੀ ਦੁਨੀਆ ਡਰੀ ਪਈ ਆ, ਬਈ ਮੌਤ ਦਾ ਸਾਰਿਆਂ ਨੂੰ ਭੈ ਭੀਤ ਹੋਏ ਪਏ ਆ, ਤੇ ਉੱਥੇ ਇਹ ਬਿਆਨ ਦੇਣਾ ਕਿ ਖਾਲਸਾ ਤਾਂ ਬੇਪਰਵਾਹ ਆ। ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਮੂਹ ਖਾਲਸਾ ਪੰਥ ਹਾਜ਼ਰ ਹੋਇਆ ਹੋਲਾ ਮਹੱਲਾ ਮਨਾਉਣ ਵਾਸਤੇ। ਜਦੋਂ ਦੁਨੀਆ ਕਰੋਨਾ ਵਾਇਰਸ ਦੇ ਭੈ ਦੇ ਨਾਲ ਭੈ ਭੀਤ ਹੋਈ ਪਈ ਹੈ, ਡਰ ਦੇ ਨਾਲ ਕੰਬ ਰਹੀ ਹੈ, ਐਸੇ ਹਾਲਾਤਾਂ ਦੇ ਵਿੱਚ ਜੇ ਕਿਸੇ ਨੇ ਖਾਲਸੇ ਦੀ ਬੇਪਰਵਾਹੀ ਦੇਖਣੀ ਹੈ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਆ ਕੇ ਦੇਖ ਸਕਦਾ ਹੈ। ਬੋਲੇ ਸੋ ਨਿਹਾਲ। ਬੇਪਰਵਾਹ ਖਾਲਸਾ। ਜਦ ਕਿ ਇਹ ਬਿਆਨ ਜਿਹੜਾ ਹੈਗਾ ਆ ਬਿਲਕੁਲ ਤੇ ਬਿਲਕੁਲ ਲਾਪਰਵਾਹੀ ਝਲਕਦੀ ਹੈ ਇਸ ਤੋਂ। ਹਾਂਜੀ, ਇਹ ਚ ਬੇਪਰਵਾਹੀ ਨਹੀਂ, ਇਹ ਚ ਲਾਪਰਵਾਹੀ ਝਲਕਦੀ। ਲਾਪਰਵਾਹੀ ਆ ਕਿ ਵੀ ਜਿੱਥੇ ਸਾਰੀਆਂ ਕੰਟਰੀਆਂ ਤਾਂ ਇਹ ਕਹਿ ਰਹੇ ਆ ਕਿ ਵੀ ਆਪਣਾ ਬਚਾਓ ਕਰੋ ਕਿਸੇ ਤਰ੍ਹਾਂ ਦੇ ਤਰੀਕੇ ਵੀ ਵੀਜ਼ੇ, ਇੰਡੀਆ ਦੇ ਵੀਜ਼ੇ ਵੀ ਬੰਦ ਕਰ ਦਿੱਤੇ ਆ ਕਿ ਬਾਹਰਲੀਆਂ ਕੰਟਰੀਆਂ ਤੋਂ ਜਿਹੜੇ ਜਾਂਦੇ ਉਹਨਾਂ ਨੇ ਖਾਰਜ ਕਰ ਦਿੱਤੇ। ਇੱਥੇ ਤੱਕ ਕਿ ਉਹਨਾਂ ਦੀ ਜ਼ਿੰਮੇਵਾਰੀ ਇਹ ਬਣਦੀ ਸੀਗੀ ਕਿ ਵੀ ਉੱਥੇ ਸਾਰੀ ਸੰਗਤ ਦਾ ਖਿਆਲ ਰੱਖਦੇ ਤੇ ਉਹ ਬਿਆਨ ਦਿੰਦੇ ਕਿ ਬਈ ਕਰੋਨਾ ਵਾਇਰਸ ਤੋਂ ਬਚਣ ਲਈ ਅਸੀਂ ਹਰ ਇੱਕ ਹੀਲਾ ਕਰੀਏ, ਨਾ ਕਿ ਅਸੀਂ ਇਸ ਤਰ੍ਹਾਂ ਦੀ ਲਾਪਰਵਾਹੀ ਵਾਲੇ ਬਿਆਨ ਦਈਏ। ਹਾਂਜੀ,
ਹਾਂਜੀ ਭਾਜੀ, ਤੁਸੀਂ ਸੁਣੇ ਹੋਣੇ ਉਹ ਜਿਹੜੀ ਕਾਨਫਰੰਸ ਜਿਸ ਤਰ੍ਹਾਂ ਵੀਰ ਨੇ ਦੱਸਿਆ ਨਾ, ਆਪਾਂ ਇਦਾਂ ਉਹਦੇ ਵਿੱਚ ਜਿੱਦਾਂ ਭਾਈ ਸਾਹਿਬ ਸਾਨੂੰ ਕਹਿੰਦੇ ਆ ਵੀ ਜਦੋਂ ਅਸੀਂ ਗੱਲ ਕਰਦੇ ਨਾ ਅਸੀਂ ਸਮੁੱਚਤਾ ਨਹੀਂ ਦੇਖਦੇ। ਹਾਂਜੀ, ਕਿਉਂਕਿ ਸਾਡੇ ਵਿੱਚ ਸਮੁੱਚਤਾ ਦੀ ਬਹੁਤ ਘਾਟ ਆ। ਅਸੀਂ ਸੈਗਮੈਂਟ ਦੇ ਵਿੱਚ ਗੱਲ ਕਰਦੇ ਆ ਵੀ ਜਿੰਨੀ ਕੁ ਸਾਨੂੰ ਸ਼ੂਟ ਕਰਦੀ ਉਨੀ ਕੁ ਅਸੀਂ ਕਰ ਲੈਂਦੇ ਹਾਂ, ਬਾਕੀ ਛੱਡ ਦਿੰਦੇ ਆ। ਜਿੱਦਾਂ ਇਹਨਾਂ ਨੇ ਜਥੇਦਾਰ ਦੀ ਗੱਲ ਕੀਤੀ ਵੀ ਜਥੇਦਾਰ ਨੇ ਕੀ ਬਿਆਨ ਦਿੱਤਾ। ਜਥੇਦਾਰ ਕਹਿੰਦਾ ਵੀ ਦੇਖੋ ਗੁਰੂ ਦਾ ਖਾਲਸਾ ਕਿੰਨੀ ਚੜ੍ਹਦੀ ਕਲਾ ਦੇ ਵਿੱਚ ਮਤਲਬ ਇੱਥੇ ਪਹੁੰਚਿਆ ਵੀ ਦਸਤਾਰਾਂ ਹੀ ਦਸਤਾਰਾਂ ਤੇ ਕਿਰਪਾਨਾਂ ਹੀ ਕਿਰਪਾਨਾਂ ਦੇਖਦੀਆਂ ਵੀ ਜਿੱਦਾਂ ਮਤਲਬ ਵੀ ਦੂਰ ਤੱਕ ਗੁਰੂ ਦਾ ਖਾਲਸਾ। ਪਰ ਉਹਨੂੰ ਇਹ ਯਾਦ ਭੁੱਲ ਗਿਆ ਵੀ ਹੁਣੇ ਹੀ ਮੈਂ ਅਜੇ ਦਰਬਾਰ ਸਾਹਿਬ ਦੇ ਵਿੱਚੋਂ ਇੱਕ ਬੋਰਡ ਵੀ ਲਾ ਕੇ ਆਇਆ ਕਰੋਨਾ ਵਾਇਰਸ ਬਾਰੇ ਵੀ ਇਹਦੇ ਵਿੱਚ ਇਸ਼ਨਾਨ ਨਾ ਕਰਿਓ ਵੀ ਇਸ ਤਰ੍ਹਾਂ ਬਹੁਤ ਜਾਣਿਆਂ ਦਾ ਨੁਕਸਾਨ ਹੋਊਗਾ, ਕਿਉਂਕਿ ਇਹਦੇ ਵਿੱਚ ਸਮੁੱਚਤਾ ਨਹੀਂ ਹੈ। ਹੁਣ ਜੇ ਨਾਲ ਹੀ ਅਸੀਂ ਦੂਸਰੀ ਗੱਲ ਕਰੀਏ, ਜਿੱਦਾਂ ਤੁਸੀਂ ਕਿਹਾ ਵੀ ਉੱਥੇ ਸਾਰਾ ਜ਼ਹਿਰ ਹੀ ਉਗਲਿਆ ਗਿਆ, ਜੇ ਉਹ ਸਾਰਾ ਪ੍ਰੋਗਰਾਮ ਤੁਸੀਂ ਹੋਲੇ ਮਹੱਲੇ ਦਾ ਸੁਣੋ ਨਾ ਤੇ ਇੰਜ ਲੱਗਦਾ ਵੀ ਜਿੱਦਾਂ ਭਾਈ ਰਣਜੀਤ ਸਿੰਘ ਹੀ ਪਾਤਰ ਆ ਇਹਨਾਂ ਦੇ। ਗੁਰੂ ਗੋਬਿੰਦ ਸਿੰਘ ਨੂੰ ਤਾਂ ਯਾਦ ਹੀ ਭੁੱਲ ਗਏ ਵੀ ਉਹਨਾਂ ਦਾ ਵੀ ਇੱਥੇ ਰੋਲ ਕੋਈ ਹੈਗਾ ਸੀ। ਬਿਲਕੁਲ, ਉੱਥੇ ਤਾਂ ਇਦਾਂ ਲੱਗਦਾ ਸੀਗਾ ਵੀ ਜਿਹੜਾ ਹੋਲਾ ਮਹੱਲਾ ਨਾ ਅੱਗੇ ਤਾਂ ਕਿਰਪਾਨਾਂ ਨਾਲ ਖੇਡਦੇ ਹੁੰਦੇ ਸੀਗੇ, ਇਹ ਸ਼ਬਦੀ ਵਾਰ ਭਾਈ ਸਾਹਿਬ ਨਾਲ ਇਹ ਖੇਡਿਆ ਜਾ ਰਿਹਾ ਵੀ ਮਹੱਲਾ ਉਹਨਾਂ ਤੇ ਕੀਤਾ ਜਾ ਰਿਹਾ ਹਨਾ। ਸਾਰਾ ਮਹੱਲਾ ਉਧਰ ਹੀ ਲਾਇਆ, ਉਧਰ ਹੀ। ਉਹ ਜਦੋਂ ਧੁੰਮਾ ਜੀ ਗੱਲ ਕਰਦੇ ਨੇ ਕਿ ਕਹਿੰਦੇ ਵੀ ਦੇਖੋ ਸੰਬੋਧਨ ਤਾਂ ਉਹ ਇਨਡਾਇਰੈਕਟ ਜਿਹੜਾ ਵਾ ਭਾਈ ਸਾਹਿਬ ਨੂੰ ਹੋ ਰਿਹਾ, ਭਾਈ ਰਣਜੀਤ ਸਿੰਘ ਧੁੰਮਾ ਜੀ ਦੀ ਬਾਅਦ ਚ ਗੱਲ ਕਰਦੇ ਹਾਂ। ਤੁਸੀਂ ਸਿੰਘ ਸਾਹਿਬਾਨ ਦੀ ਇੱਕ ਇੰਟਰਵਿਊ ਜਿਹੜੀ ਸਟੇਟਮੈਂਟ ਸੀ ਉਹ ਵੀ ਸੁਣੀ ਹੋਣੀ, ਅਸੀਂ ਤੁਹਾਨੂੰ ਇਸ ਕਲਿੱਪ ਦੇ ਵੀਡੀਓ ਦੇ ਵਿੱਚ ਉਹ ਕਲਿੱਪ ਲਾ ਕੇ ਸੁਣਾਵਾਂਗੇ ਉਹਨਾਂ ਦਾ। ਇਹ ਅਪੀਲ ਕਰਨਾ ਚਾਹੁੰਦਾ ਹੈ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਹੇ ਨੇ, ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਜੋੜ ਰਹੇ ਨੇ, ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੇ ਬਾਕੀ ਤਖਤ ਸਾਹਿਬਾਨ ਨਾਲ ਜੋੜ ਰਹੇ ਨੇ, ਉਹਨਾਂ ਦਾ ਸਾਥ ਦਿਓ, ਕਿਉਂਕਿ ਤੋੜਨ ਵਾਲਿਆਂ ਮਗਰ ਤਾਂ ਦਿੱਲੀ ਦਰਬਾਰ ਖੜੋਤਾ ਹੋਇਆ ਹੈ, ਦਿੱਲੀ ਸਰਕਾਰ ਖੜੋਤੀ ਹੋਈ ਹੈ ਔਰ ਹਮੇਸ਼ਾ ਹੀ ਖੜਦੀ ਆਈ ਹੈ। ਇਹ ਨਹੀਂ ਹੈ ਕਿ ਅੱਜ, ਮੁਗਲਾਂ ਵੇਲੇ ਵੀ ਖੜੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਤਖਤ ਦੀ ਸਿਰਜਣਾ ਕੀਤੀ, ਉਸ ਵਕਤ ਦਿੱਲੀ ਦੀ ਹਕੂਮਤ ਜਿਹੜੀ ਹੈ ਉਹ ਇਸ ਤਖਤ ਦੇ ਖਿਲਾਫ ਸੀ। ਅੰਗਰੇਜ਼ਾਂ ਦਾ ਸਮਾਂ ਆਇਆ, ਉਸ ਵਕਤ ਕੀ ਵੀ ਹਕੂਮਤ ਜਿਹੜੀ ਹੈ ਇਸ ਤਖਤ ਦੇ ਖਿਲਾਫ ਸੀ। ਅੱਜ ਵੀ ਹਕੂਮਤਾਂ ਜਿਹੜੀਆਂ ਨੇ ਇਸ ਤਖਤ ਦੀ ਮੁਖਾਲਫਤ ਕਰਦੀਆਂ ਹੀ ਕਰਦੀਆਂ ਨੇ, ਕਦੇ ਕਿਸੇ ਰੂਪ ਚ ਕਰਦੀਆਂ ਨੇ, ਕਦੇ ਕਿਸੇ ਰੂਪ ਚ ਕਰਦੀਆਂ ਨੇ, ਕਦੇ ਸਿੱਧੇ ਰੂਪ ਚ ਕਰਦੀਆਂ ਨੇ, ਕਦੇ ਅਸਿੱਧੇ ਰੂਪ ਚ ਕਰਦੀਆਂ ਨੇ, ਕਦੇ ਵਿੰਗੇ ਟੈਂਕ ਢੰਗ ਦੇ ਨਾਲ ਕਰਦੀਆਂ ਨੇ ਤੇ ਕਦੇ ਟੇਢੇ ਢੰਗ ਦੇ ਨਾਲ ਕਰਦੀਆਂ ਨੇ, ਪਰ ਕਰਦੀਆਂ ਜ਼ਰੂਰ ਹੈ। ਇਸ ਕਰਕੇ ਸਾਧ ਸੰਗਤ ਜੀ, ਅਸੀਂ ਜੋੜਨ ਵਾਲਿਆਂ ਦਾ ਸਾਥ ਦੇਣਾ ਹੈ, ਤੋੜਨ ਵਾਲਿਆਂ ਦਾ ਸਾਥ ਨਹੀਂ ਦੇਣਾ। ਇਹ ਮੈਂ ਆਪ ਸਾਰੀ ਸੰਗਤ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਅਪੀਲ। ਉਹ ਕਹਿੰਦੇ ਆ ਵੀ ਜਿਹੜੀਆਂ ਇਸ ਵੇਲੇ ਹਨਾ ਸੈਂਟਰ ਦੀਆਂ ਏਜੰਸੀ, ਸੈਂਟਰ ਦੇ ਤਖਤ ਮੰਨ ਲਓ ਵੀ ਉਹਦੇ ਹੱਥਾਂ 'ਚ ਕੁਝ ਬੰਦੇ ਖੇਡ ਰਹੇ ਆ, ਉਹਨਾਂ ਦੀ ਬੈਕ ਤੇ ਉਹ ਸਿੱਧਾ ਅਟੈਕ ਭਾਈ ਸਾਹਿਬ, ਭਾਈ ਰਣਜੀਤ ਸਿੰਘ ਢੰਡਰੀਆਂ ਏਜੰਸੀਆਂ ਦੇ ਹੱਥ ਮੰਨ ਲਓ ਵੀ ਤਖਤਾਂ ਦੇ ਨਾਲ, ਬਈ ਉਹ ਤਖਤ ਮੰਨ ਲਓ ਵੀ ਹਮੇਸ਼ਾ ਤਖਤਾਂ ਕੀ ਤਖਤ ਇਹਨਾਂ ਨੂੰ ਪੁੱਛੇ ਇਸ ਵੇਲੇ। ਹਰਪ੍ਰੀਤ ਸਿੰਘ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਇਸ ਵੇਲੇ ਜਿਹੜਾ ਸੈਂਟਰ ਦਾ ਤਖਤ ਆ ਉਹ ਕਿਹਦੇ ਥੱਲੇ ਆ? ਬੀਜੇਪੀ ਦੇ ਥੱਲੇ ਨਹੀਂ ਹੈਗਾ। ਬੀਜੇਪੀ ਕਿਹਦੇ ਥੱਲੇ ਆ? ਆਰਐਸਐਸ ਦੇ ਥੱਲੇ। ਸਿੰਘ ਸਾਹਿਬਾਨ ਜੀ ਤੁਸੀਂ ਦੱਸੋ ਵੀ ਤੁਸੀਂ ਕਿਹਦੇ ਥੱਲੇ ਆ? ਬਾਦਲ ਦੀ ਨੌ ਉਹਦੇ ਵਿੱਚ ਮਿਨਿਸਟਰ ਆ, ਜਿਹੜੀ ਇਸ ਵੇਲੇ ਦਿੱਲੀ ਦੇ ਤਖਤ ਤੇ ਇੱਕ ਮਿਨਿਸਟਰ ਆ। ਉਹ ਜਿਹੜੇ ਤਖਤ ਦੀ ਤੁਸੀਂ ਗੱਲ ਕਰਦੇ ਹੋ, ਜੇ ਭਾਈ ਸਾਹਿਬ ਨੂੰ ਸਪੋਰਟ ਕਰਦੇ ਆ ਤਾਂ ਫਿਰ ਤੁਹਾਡੀ ਆਕਾ ਜਿਹੜਾ ਬਾਦਲ ਆ ਉਹਦੀ ਨੌ ਉਹਦੇ ਵਿੱਚ ਕੀ ਕਰਦੀ ਹੈ? ਜੇ ਤੁਹਾਨੂੰ ਲੱਗਦਾ ਵੀ ਬਾਦਲ ਦੀ ਨੌ ਉਹਦੇ ਵਿੱਚ ਮੰਨ ਲਓ ਭਾਈ ਸਾਹਿਬ ਦਾ ਸਪੋਰਟ ਦੇ ਰਹੀ ਹੈ, ਫਿਰ ਜਾਂ ਤਾਂ ਭਾਈ ਸਾਹਿਬ ਠੀਕ ਆ ਜਾਂ ਤੁਸੀਂ ਗਲਤ ਆ। ਇੱਕ ਚੂਜ਼ ਕਰੋ ਤੇ ਭਾਈ ਸਾਹਿਬ ਦੇ ਜੇ ਉਹ ਹੱਕ 'ਚ ਆ ਤਾਂ ਫਿਰ ਤੁਸੀਂ ਬਾਦਲ ਦੀ ਨੌ ਨੂੰ ਕਹੋ ਉੱਥੇ ਰਿਜ਼ਾਈਨ ਦੇਵੇ ਆਪਣਾ। ਜੇ ਤੁਹਾਨੂੰ ਇਦਾਂ ਲੱਗਦਾ ਨਹੀਂ ਕਿ ਫਿਰ ਤੁਸੀਂ ਇੱਥੇ ਗਲਤ ਆ, ਫਿਰ ਤੁਸੀਂ ਜਿੱਦਾਂ ਅੱਗੇ ਭਾਈ ਸਾਹਿਬ ਦੇ ਉੱਤੇ ਨਿਰੰਕਾਰੀ ਦਾ ਠੱਪਾ ਲਾਉਣ ਦੀ ਕੋਸ਼ਿਸ਼ ਕੀਤੀ ਆ, ਉਦਾਂ ਹੀ ਇਹ ਠੱਪਾ ਭਾਈ ਸਾਹਿਬ ਦੇ ਉੱਤੇ ਤੁਸੀਂ ਏਜੰਸੀਆਂ ਨਾਲ ਮਿਲੇ ਹੋਏ ਦੋ ਤਖਤ ਦੇ ਮੰਨ ਲਓ ਵੀ ਤੁਸੀਂ ਕਿਹਾ ਵੀ ਦੋ ਤਾਂ ਇੱਕ ਮੀਰੀ ਪੀਰੀ ਦਾ ਜਿਹੜਾ ਤਖਤ ਆ ਉਹਦੇ ਨਾਲ, ਦੂਜਾ ਦਿੱਲੀ ਦੇ ਤਖਤ ਦੀ ਹੈ। ਦਿੱਲੀ ਦੇ ਤਖਤ ਤੇ ਤਾਂ ਤੁਸੀਂ ਭਾਈਵਾਲ ਬੈਠੇ ਆ, ਜਿਨ੍ਹਾਂ ਦੇ ਸ਼੍ਰੋਮਣੀ ਕਮੇਟੀ ਸੈਂਟਰ ਦੇ ਅੰਡਰ ਆ। ਸੈਂਟਰ ਦਾ ਤਖਤ ਉਹਨੂੰ ਇਹ ਦੱਸ ਦੇ ਬਿਲਕੁਲ ਉਹ ਸੈਂਟਰ ਦੇ ਤਖਤ ਥੱਲੇ ਆ। ਸੈਂਟਰ ਹੀ ਉਹਦੀ ਇਲੈਕਸ਼ਨ ਕਰਾਉਂਦੀ ਹੈ, ਜਨਰਲ ਬੋਡੀ ਸੈਂਟਰ ਚੁਣਦਾ। ਫਿਰ ਤੁਸੀਂ ਕਿਹੜੇ ਹਿਸਾਬ ਨਾਲ ਕਹਿ ਦਿੱਤਾ ਵੀ ਭਾਈ ਸਾਹਿਬ ਸੈਂਟਰ ਵਾਲਾ ਤਖਤ ਭਾਈ ਸਾਹਿਬ ਦੀ ਸਪੋਰਟ ਕਰ ਰਿਹਾ? ਇੱਕ ਕਿਸਮ ਦਾ ਸਿਰਫ ਤੇ ਸਿਰਫ ਪਬਲਿਕ ਦੇ ਵਿੱਚ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੂੰ ਤੁਸੀਂ ਬਦਨਾਮ ਕਰ ਰਹੇ ਆ। ਇਹ ਤੁਹਾਡੇ ਲਈ ਬਹੁਤ
ਘਟੀਆ ਤੋਂ ਘਟੀਆ ਸ਼ਬਦ ਵੀ ਕਹੀਏ ਤਾਂ ਬਹੁਤ ਮਾੜੀ ਹਰਕਤ ਆ ਤੁਹਾਡੇ ਲਈ। ਇਦਾਂ ਦੀਆਂ ਹਰਕਤਾਂ ਤੋਂ ਤੁਹਾਨੂੰ ਹਟਣਾ ਚਾਹੀਦਾ। ਫਿਰ ਤੁਸੀਂ ਦੱਸਦੇ ਵੀ ਅਸੀਂ ਸਮੁੱਚਤਾ, ਪੰਥ ਦੀ ਸਮੁੱਚਤਾ ਕਿੱਥੇ ਰਹਿ ਜਾਂਦੀ ਹੈ? ਉਸੇ ਤਖਤ ਦੇ ਥੱਲੇ ਲੱਗ ਕੇ ਤੁਸੀਂ ਪਿਆਂ ਲੈਂਦੇ ਆ, ਉਸੇ ਤਖਤ ਨੂੰ ਤੁਸੀਂ ਨਿੰਦਣ ਲੱਗੇ ਹੋ। ਮੇਰਾ ਕਹਿਣ ਦਾ ਮਤਲਬ ਦਿੱਲੀ ਤਖਤ ਜਿਹੜੇ ਬੀਜੇਪੀ ਦੇ ਥੱਲੇ ਆ, ਜੇ ਕਾਂਗਰਸ ਦੀ ਹੁੰਦੀ ਫੇਰ ਵੀ ਮੰਨ ਲੈਂਦੇ। ਫਿਰ ਆ ਪਿਛਲੇ 10 ਸਾਲ ਦੇ ਵਿੱਚ ਵੀ ਕਾਂਗਰਸ ਦੀ ਪੰਜਾਬ 'ਚ ਆਈ ਹੈ, ਪਿਛਲੇ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਆ। ਕੀ ਉਸ ਵੇਲੇ ਵੀ ਮੰਨ ਲਓ ਵੀ 2 ਸਾਲ ਹੀ ਹੋਇਆ ਕਾਂਗਰਸੀ ਸਰਕਾਰ ਨੂੰ ਹੈ? ਭਾਈ ਸਾਹਿਬ ਨੂੰ ਤਾਂ 4 ਸਾਲ ਹੋ ਗਏ ਪ੍ਰਚਾਰ ਕਰਦਿਆਂ ਨੂੰ, ਉਦੋਂ ਤਾਂ ਅਕਾਲੀ ਸੀਗੇ। ਕੀ ਗੱਲ ਉਸ ਵੇਲੇ ਵੀ ਅਕਾਲੀ ਮਤਲਬ ਭਾਈ ਸਾਹਿਬ ਦੀ ਸਪੋਰਟ ਉਦੋਂ ਨਹੀਂ ਇਹਨਾਂ ਨੂੰ ਦੀਦਾ ਵੀ ਜਿਹੜਾ ਦਿੱਲੀ ਦਾ ਤਖਤ ਉਹ ਸਾਡੇ ਵਿਰੋਧੀਆਂ ਦੀ ਹਮਾਇਤ ਕਰ ਰਿਹਾ? ਬਿਲਕੁਲ ਆਪਣੀਆਂ ਮੰਨ ਲਓ ਲੱਤਾਂ 'ਚ ਫਸ ਕੇ ਜਥੇਦਾਰ ਜੀ ਤੁਸੀਂ ਆਪ ਡਿੱਗ ਰਹੇ ਆ। ਇਹਦੇ ਨਾਲ ਚੰਗਾ ਇਹੀ ਆ ਵੀ ਤੁਸੀਂ ਸਮੁੱਚਤਾ ਨੂੰ ਵਿਚਾਰੋ। ਤੁਹਾਨੂੰ ਆਪਣੇ ਜਿਹੜੇ ਵੀ ਤੁਹਾਡੇ ਗਿੱਲੇ ਸ਼ਿਕਵੇ ਆ ਚੈਨਲ ਤੇ ਆ ਕੇ ਭਾਈ ਸਾਹਿਬ ਤੋਂ ਉਹਦੀ ਜਵਾਬ ਮੰਗੋ। ਭਾਈ ਸਾਹਿਬ ਦੇਣ ਨੂੰ ਤਿਆਰ ਵਾ, ਜਾਂ ਕਿ ਤੁਸੀਂ ਸਿਰਫ ਤੇ ਸਿਰਫ ਸੰਪਰਦਾਇਆਂ ਦਾ, ਡੇਰਿਆਂ ਵਾਲਿਆਂ ਦਾ ਹੀ ਸਾਥ ਦੇਣਾ। ਫਿਰ ਤੁਸੀਂ ਮੰਨ ਲਓ ਇਹ ਤਾਂ ਕਹਿ ਨਹੀਂ ਸਕਦੇ ਵੀ ਅਸੀਂ ਸਰਵ ਪ੍ਰਮਾਣਿਤ ਜਥੇਦਾਰ ਨੂੰ। ਇਹ ਤਾਂ ਫਿਰ ਇੱਕ ਡੇਰਿਆਂ ਦੇ ਜਾਂ ਸੰਪਰਦਾਇਆਂ ਦੇ ਤੁਹਾਨੂੰ ਜਥੇਦਾਰ ਮੰਨਣਾ ਚਾਹੀਦਾ, ਨਾ ਕਿ ਤੁਸੀਂ ਸਮੁੱਚੇ ਸਿੱਖ ਪੰਥ ਦੇ ਜਥੇਦਾਰ ਹੋ। ਹਾਂਜੀ ਨਹੀਂ, ਉਹੀ ਮੈਂ ਜਿਹੜੀ ਗੱਲ ਕਰ ਰਿਹਾ ਸੀ ਧੁੰਮਾਂ ਦੀ। ਧੁੰਮਾ ਜੀ ਕਹਿੰਦੇ ਆ ਵੀ ਮਤਲਬ ਜਦੋਂ ਵੀ ਕੋਈ ਅੰਦਰ ਵੜ ਕੇ ਪ੍ਰਚਾਰ ਕਰਦੇ ਆ, ਜਦੋਂ ਬਾਹਰ ਆਓ ਫਿਰ ਤੁਹਾਨੂੰ ਦੱਸਾਂਗੇ ਅਸੀਂ, ਤੁਸੀਂ ਪੁਲਿਸ ਦੀ ਛਤਰੀ ਦੇ ਵਿੱਚ ਕਰਦੇ ਜੇ। ਪਰ ਉਹ ਇਸ ਚੀਜ਼ ਨੂੰ ਬਿਲਕੁਲ ਹੀ ਭੁੱਲ ਗਿਆ ਕਿ ਜੇ ਉਹ ਸੂਸਾ ਡੇਰਾ ਜਿਹੜਾ ਉਹਨਾਂ ਨੇ ਕਬਜ਼ਾ ਕੀਤਾ ਜਿੱਥੇ, ਹਾਂਜੀ ਜੀਵਾ ਸਿੰਘ ਜਿਹੜਾ ਜੀਵਾ ਸਿੰਘ ਜਿੱਥੇ ਬਿਠਾਇਆ, ਉਹਦੇ ਤੁਸੀਂ YouTube ਤੇ ਦੇਖ ਸਕਦੇ ਹੋ ਵੀਡੀਓ। ਉਹ ਅੰਦਰ ਇਹ 15-20 ਜਣੇ ਆਪਣੇ ਸਿੰਘ ਬੈਠੇ ਆ ਤੇ ਉਹ ਪਿੰਡ ਵਾਲੇ ਸਾਰੇ ਬਾਹਰ ਆ। ਪੁਲਿਸ ਪਤਾ ਨਹੀਂ ਕਿੰਨੀ ਪੁਲਿਸ ਫੋਰਸ ਲੱਗੀ ਆ, ਕਿਉਂਕਿ ਬਿਲਕੁਲ ਰੀਸੈਂਟਲੀ ਅਜੇ ਇੰਨੀ ਜਲਦੀ ਯਾਦ ਨਹੀਂ ਭੁੱਲ ਜਾਣਾ ਚਾਹੀਦਾ। ਕਿਉਂਕਿ ਤੁਸੀਂ ਕਿੱਦਾਂ ਸਮੁੱਚਤਾ ਨੂੰ ਕਿੱਦਾਂ ਮਤਲਬ ਦੂਸਰੇ ਨੂੰ ਕਨਵਿੰਸ ਕਰ ਲੋਗੇ ਵੀ ਇਸ ਤਰ੍ਹਾਂ, ਜੇ ਤੁਹਾਨੂੰ ਤੁਹਾਡੇ ਸਾਹਮਣੇ ਅਜੇ ਥੋੜੇ ਦਿਨਾਂ ਦੀ ਗੱਲ ਵਾਜੇ। ਤੇ ਨਾਲ ਹੀ ਹਾਂਜੀ ਨਾਲ ਹੀ ਉਹ ਗੱਲ ਇੱਕ ਚੱਲ ਰਹੀ ਉੱਥੇ ਵੀ ਭਾਈ ਸਾਹਿਬ ਫਿਰ ਉਹ ਆਇਆ ਇੱਕ ਹੋਰ ਪ੍ਰਚਾਰਕ ਆਇਆ, ਹਾਂਜੀ ਭਾਈ ਬੰਤਾ ਸਿੰਘ ਜੀ। ਉਹ ਕਰਨ ਲੱਗੇ ਵੀ ਕਈ ਸਾਨੂੰ ਕਹਿੰਦੇ ਵੀ ਤੁਸੀਂ ਹੋਲ ਭਾਈ ਸਾਹਿਬ ਉਹਨਾਂ ਨੇ ਇੱਕ ਕਮੈਂਟ ਕੀਤਾ ਸੀ ਨਾ ਵੀ ਤੁਸੀਂ ਉਹ ਰੰਗ ਪਾਉਂਦੇ ਜੇ, ਜਿਹੜਾ ਕਹਿੰਦਾ ਵੀ ਸਾਨੂੰ ਇਹ ਕਹਿੰਦੇ ਆ ਵੀ ਰੰਗ ਪਾਉਂਦੇ ਜੇ ਤੁਸੀਂ। ਰੰਗ ਕਹਿੰਦਾ ਕਿਸੇ ਬਾਪ ਦੇ ਆ, ਕਿਸੇ ਦੇ ਆ, ਕਹਿੰਦਾ ਇਹ ਤੇ ਕੁਦਰਤ ਦੇ ਰੰਗ ਵਾ। ਪਰ ਉਹਨੂੰ ਇਹ ਚੇਤਾ ਹੀ ਭੁੱਲ ਗਿਆ ਵੀ ਅਸੀਂ 4 ਰੰਗਾਂ ਨੂੰ ਮੰਨਦੇ ਆ, ਵੀ ਸਾਡੀ ਤੇ ਸੰਪਰਦਾ ਮੰਨਦੀ 4 ਰੰਗ। ਮਤਲਬ ਮੇਰਾ ਕਹਿਣ ਦਾ ਮਤਲਬ ਵੀ ਸਮੁੱਚਤਾ ਨਹੀਂ ਵਿਚਾਰੀ ਜਾ ਰਹੀ, ਕਿਉਂਕਿ ਤਾਂ ਹੀ ਸਾਡੇ ਵਿੱਚ ਇੰਨੇ ਕਨਫਿਊਜ਼, ਇੰਨਾ ਜ਼ਿਆਦਾ ਸਾਡੇ ਵਿੱਚ ਪਾੜਾ ਵੱਧਦਾ ਜਾਂਦਾ ਵਾ। ਅਸੀਂ ਆਪਣੀ ਗੱਲ ਕਹਿਣ ਲਈ ਕਹਿੰਦੇ ਵੀ ਮੈਂ ਸ਼ੇਰ ਆ, ਜੋ ਮੈਂ ਕਹਿੰਦਾ ਉਹੀ ਸੱਚ ਵਾ। ਪਰ ਸਮੁੱਚਤਾ ਜਿਹੜੀ ਉਹ ਬਿਲਕੁਲ ਪਿੱਛੇ ਰਹਿ ਜਾਂਦੀ ਹੈ। ਜਿੱਦਾਂ ਭਾਈ ਸਾਹਿਬ ਉਹਨਾਂ ਨੇ ਸਾਨੂੰ ਜਿੱਦਾਂ, ਚਲੋ ਹੁਣ ਆਪਾਂ ਬਾਅਦ ਚ ਗੱਲ ਕਰਦੇ, ਤੁਸੀਂ ਹਾਂਜੀ ਦੱਸੋ ਇਹਦੇ ਬਾਰੇ। ਹਾਂਜੀ ਇਹਨੇ ਗੱਲ ਇਸ ਨੂੰ ਆਪਾਂ ਟੌਪਿਕ ਨੂੰ ਥੋੜਾ ਅੱਗੇ ਲੈ ਕੇ ਜਾਵਾਂਗੇ। ਹਾਂਜੀ ਇਹ ਜਿਹੜਾ ਟੌਪਿਕ ਜਿਹੜਾ ਇਹ ਚੱਲ ਰਿਹਾ ਹੈ, ਜੋ ਹੋਲੇ ਮਹੱਲੇ ਤੋਂ ਜਿਹੜੀਆਂ ਕਾਨਫਰੰਸਾਂ ਹੋਈਆਂ, ਆਪਣੇ ਧੁੰਦੇ ਦੀ ਸਟੇਟਮੈਂਟ, ਧੁੰਮੇ ਦੀ ਸਟੇਟਮੈਂਟ ਜਿਹੜੀ ਆ ਉਹਦੇ ਚ ਸਿੱਧੀ ਆਈ ਹੈ, ਜਿੱਦਾਂ ਉਹਨੇ ਧਮਕੀਆਂ ਦਿੱਤੀਆਂ ਨੇ। ਹਾਂਜੀ ਬਾਬੇ ਧੁੰਮੇ ਨੇ ਜਿਹੜੀਆਂ ਸਿਰਫ ਧਮਕੀਆਂ ਦੇਣ ਦਾ ਜਿਹੜਾ ਉੱਥੇ ਜ਼ਿਆਦਾ ਜਿਹੜਾ ਜ਼ੋਰ ਉਹਦਾ ਲੱਗਾ ਰਿਹਾ। ਉਹਨੇ ਜਿਹੜੇ ਸ਼ਬਦ ਕਹੇ ਨੇ ਉਹਦੇ ਵਿੱਚ, ਉਹ ਜਿਹੜਾ ਇੱਕ ਵੀਡੀਓ ਦਾ ਕਲਿੱਪ ਹੈ ਉਹ ਆਪਾਂ ਤੁਹਾਨੂੰ ਇੱਥੇ ਹੁਣੇ ਹੀ ਚਲਾ ਕੇ ਦਿਖਾ ਦਿੰਦੇ ਆ। ਤੁਸੀਂ ਐਡੇ ਵੱਡੇ ਸੂਰਮੇ ਹੋ ਨਾ, ਫਿਰ ਸੰਗਤ ਵਿੱਚ ਆਓ ਤੇ ਜਥੇਦਾਰ ਦਾ, ਪਰੰਪਰਾਵਾਂ ਦਾ, ਰਹਿਤ ਮਰਜ਼ਾਦਾ ਬਾਰੇ ਗੱਲ ਕਰਕੇ ਵਿਖਾਓ, ਫਿਰ ਤੁਹਾਨੂੰ ਦੱਸਾਂਗੇ ਕਿ ਕਿਵੇਂ ਗੱਲ ਤੁਹਾਡੇ ਨਾਲ ਕੀਤੀ ਜਾਂਦੀ ਹੈ। ਪੁਲਿਸ ਦੀ ਛਤਰੀ ਲੈ ਕੇ ਅੰਦਰ ਵੜ ਕੇ, ਪੁਲਿਸ ਦੀ ਛਤਰੀ ਦੇ ਵਿੱਚ, ਪੁਲਿਸ ਦੀ ਕੈਦ ਵਿੱਚ ਕਹਿ ਲਓ, ਪੁਲਿਸ ਦੇ ਪਹਿਰੇ ਵਿੱਚ ਗੱਲਾਂ ਕਰਨੀਆਂ ਬੜੀਆਂ ਸੌਖੀਆਂ। ਜਦੋਂ ਮੈਦਾਨ ਵਿੱਚ ਆ ਕੇ ਗੱਲ ਕਰਨੀ ਪਵੇ ਫਿਰ ਮਰਦ ਦਾ ਪਤਾ ਲੱਗਦਾ ਵੀ ਇਹ ਮਰਦ ਹੈ ਜਾਂ ਖੁਸਰਾ। ਇਸ ਕਰਕੇ ਸਾਧ ਸੰਗਤ ਜੀ ਕਿ ਉਹਨੇ ਭਾਈ ਸਾਹਿਬ ਦੇ ਬਾਰੇ ਚ ਜਿਹੜਾ ਉਦੋਂ ਕੀ ਸ਼ਬਦ ਵਰਤੇ ਆ ਉੱਥੇ। ਸੋ ਇੱਥੇ ਆਪਾਂ ਸ਼ਬਦਾਵਲੀ ਦਾ ਖਿਆਲ ਰੱਖਦੇ ਹੋਏ ਉਹ ਜਿਹੜੀ ਹੈ ਉਹਦੇ ਸ਼ਬਦ ਜਿਹੜੇ ਉਹ ਰਿਪੀਟ ਨਹੀਂ ਕਰਨਾ ਚਾਹੁੰਦੇ। ਸੋ ਤੁਹਾਨੂੰ ਵੀਡੀਓ ਜਿਹੜੀ ਹੈ ਉਹ ਤੁਹਾਨੂੰ ਇਹ ਜਿਹੜੀ ਹੈ ਦਿਸ ਪਈ ਹੈ ਹੁਣ। ਤੇ ਜਿਹੜੀ ਇਹ ਗੱਲ ਕਰ ਰਿਹਾ ਆ ਧੁੰਮਾ ਬੈਠਾ ਹੋਇਆ ਬਾਬਾ ਹਰਨਾਮ ਸਿੰਘ ਜੀ ਧੁੰਮਾ, ਦਮਦਮੀ ਟਕਸਾਲ ਦੇ ਮੁਖੀ ਨੇ, ਜਿਹੜੇ ਆਪਣੇ ਆਪ ਦੇ ਵਿੱਚ ਕਈ ਉਦੋਂ ਇਸ਼ੂ ਹੋਏ ਸੀ ਜਦੋਂ ਹਰਨਾਮ ਸਿੰਘ ਧੁੰਮਾ ਜੋ ਦਮਦਮੀ ਟਕਸਾਲ ਦੇ ਮੁਖੀ ਬਣੇ ਆ। ਉਹਦੇ ਵਿੱਚ ਇਹਨੇ ਇੱਕੋ ਗੱਲ ਕਹੀ ਹੈ ਕਿ ਪੁਲਿਸ ਦੇ ਪਹਿਰੇ ਤੋਂ ਬਾਹਰ ਆ ਕੇ ਜਿਹੜਾ ਉਹ ਜਦੋਂ ਗੱਲ ਕਰੂੰਗੇ ਤਾਂ ਫੇਰ ਪਤਾ ਲੱਗੂਗਾ ਕਿ ਮਰਦ ਹੈ ਜਾਂ ਜਿੱਦਾਂ ਉਹਨੇ ਸ਼ਬਦ ਵਰਤੇ ਆ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇੱਕ ਵਾਰੀ ਤਾਂ ਤੁਸੀਂ ਸ਼ਬੀਲ ਲਾ ਕੇ ਭਾਈ ਰਣਜੀਤ ਸਿੰਘ ਦਾ ਬੰਦਾ ਮਾਰ ਦਿੱਤਾ,
ਹਨਾ ਹਮਲਾ ਕੀਤਾ, 200 ਗੋਲੀਆਂ ਉਹਨਾਂ ਦੀ ਗੱਡੀ ਤੇ ਚਲਾਈਆਂ ਗਈਆਂ। ਭਾਈ ਭੁਪਿੰਦਰ ਸਿੰਘ ਦੀ ਉਹਦੇ ਵਿੱਚ ਜਿਹੜਾ ਕਤਲ ਹੁੰਦਾ, ਉਹਨਾਂ ਦੇ 2 ਛੋਟੇ ਬੱਚੇ ਜਿਹੜੇ ਆ ਉਹ ਅਨਾਥ ਕਰ ਦਿੱਤੇ। ਉਹਦੀ ਸ਼ਰਮ ਨਹੀਂ ਮੰਨੀ, ਇੱਕ ਵਾਰੀ ਵੀ ਉਸ ਗੱਲ ਦੀ ਮਾਫੀ ਨਹੀਂ ਮੰਗੀ। ਤੁਸੀਂ ਉਸ ਗੱਲ ਦਾ ਮਾਣ ਕੀਤਾ, ਇੱਕ ਛੋਟੇ ਬੱਚਿਆਂ ਦਾ ਜਿਹੜਾ ਬਾਪ ਤੁਸੀਂ ਉਹਨਾਂ ਤੋਂ ਖੋਹ ਲਿਆ, ਉਹਦਾ ਤੁਸੀਂ ਹਮੇਸ਼ਾ ਹੀ ਮਾਣ ਕਰਦੇ ਰਹੇ ਹੋ ਕਿ ਸਿੰਘ ਇਦਾਂ ਹੀ ਸੋਧਾ ਲਾਉਂਦੇ ਹੁੰਦੇ ਆ ਤੇ ਇਦਾਂ ਹੀ ਲਾਉਂਦੇ ਰਹਿਣਗੇ। ਸਮਾਂ ਆ ਆਪਣੀਆਂ ਜਿਹੜੀਆਂ ਫੁਕਰੀਆਂ ਆ ਉਹਨਾਂ ਦੇ ਵਿੱਚੋਂ ਥੋੜਾ ਬਾਹਰ ਆ ਕੇ ਜਿਹੜੀ ਬਾਹਰਲੀ ਦੁਨੀਆ ਆ ਉਹਨੂੰ ਦੇਖਣ ਦੀ ਕੋਸ਼ਿਸ਼ ਕਰੋ ਕਿ ਜਿਸ ਦਿਨ ਤੁਸੀਂ ਉਹ ਹਮਲਾ ਕੀਤਾ ਸੀਗਾ, ਉਸ ਦਿਨ ਤੇ ਅੱਜ ਦਾ ਦਿਨ ਤੁਸੀਂ ਟਕਸਾਲ ਨੂੰ ਕਿੱਥੇ ਲਿਆ ਕੇ ਖੜਾ ਕੀਤਾ ਹੋਇਆ। ਅੱਜ ਜਿਹੜੇ ਆਮ ਲੋਕ ਨੇ ਜਿਹੜੇ ਅੱਗੇ ਬਹੁਤ ਹਿੱਕ ਤਾਣ ਕੇ ਕਹਿੰਦੇ ਹੁੰਦੇ ਸੀ ਕਿ ਅਸੀਂ ਟਕਸਾਲੀ ਹੁੰਦੇ ਆ, ਅੱਜ ਉਹ ਟਕਸਾਲੀ ਸ਼ਬਦ ਜਿਹੜਾ ਕਹਾਉਣ ਨੂੰ ਜਿਹੜਾ ਆ ਉਹ ਮਾਣ ਨਹੀਂ ਸਮਝਦੇ। ਅੱਜ ਉਹ ਕਹਿੰਦੇ ਨਹੀਂ ਵੀ ਭਾਈ ਸਾਨੂੰ ਟਕਸਾਲੀ ਨਾ ਕਹੋ, ਅਸੀਂ ਕਿਸੇ ਅਸੀਂ ਹੈ ਨਹੀਂ ਕਿਸੇ ਧੜੇ ਦੇ ਨਹੀਂ ਹੈਗੇ। ਸਿੱਧੀ ਸਦੀ ਇਹ ਗੱਲ ਕਹਿੰਦੇ ਆ ਉਹ ਬੰਦੇ। ਜਿਹੜੀਆਂ ਇਹੋ ਜਿਹੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ, ਇਹ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਸ਼ੋਭਾ ਨਹੀਂ ਦਿੰਦੀਆਂ। ਜਿਹੜਾ ਉੱਥੇ ਤੁਸੀਂ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਉੱਤੇ ਜਿਹੜਾ ਕਿ ਤੁਸੀਂ ਕਹਿੰਦੇ ਹੋ ਕਿ ਸਿੱਖ ਧਰਮ ਦਾ ਬੜਾ ਹੀ ਪਾਵਨ ਪਵਿੱਤਰ ਤਿਉਹਾਰ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਚਲਾਇਆ ਹੋਇਆ, ਉਹਦੇ ਵਿੱਚ ਖੜ ਕੇ ਤੁਸੀਂ ਇਹੋ ਜਿਹੀਆਂ ਜਿਹੜੀਆਂ ਸਟੇਟਮੈਂਟਾਂ ਦਿੰਦੇ ਹੋ, ਜਿੰਨਾ ਪਾਪ ਲੱਗੂਗਾ ਤੁਸੀਂ ਸੁਣੋ ਨਾ ਜੀ, ਨਿੰਦਕਾਂ ਨੂੰ ਨਾ ਸੁਣੋ, ਗੁਰੂ ਦੇ ਨਿੰਦਕ ਨੇ। ਭਾਈ ਸਰਟੀਫਿਕੇਟ ਕਿਹਨੇ ਦਿੱਤਾ ਇਹ ਕਿ ਨਿੰਦਕ ਕੌਣ ਹੈ ਤੇ ਕੌਣ ਗੁਰੂ ਦਾ ਪਿਆਰਾ ਹੈ? ਕਿਹੜੇ ਗੁਰੂ ਸਾਹਿਬ ਨੇ ਆ ਕੇ ਸਰਟੀਫਿਕੇਟ ਦਿੱਤਾ ਹੈ ਤੁਹਾਨੂੰ? ਜਿਸ ਤਰੀਕੇ ਦੇ ਨਾਲ ਕਾਰਗੁਜ਼ਾਰੀ ਰਹੀ ਹੈ ਬਾਬਾ ਹਰਨਾਮ ਸਿੰਘ ਧੁੰਮਾ ਦੀ ਦਮਦਮੀ ਟਕਸਾਲ ਦੇ ਵਿੱਚ, ਉਸ ਕਾਰਗੁਜ਼ਾਰੀ ਤੋਂ ਸਾਰੇ ਜਾਣੇ ਬਾਖੂਬੀ ਵਾਕਿਫ ਨੇ। ਅੱਜ ਜਿਹੜਾ ਜੋ ਅੱਜ ਸਿੱਖ ਧਰਮ ਦਾ ਜਿੱਥੇ ਅੱਜ ਲਿਆ ਕੇ ਸਿੱਟਿਆ ਗਿਆ ਇਹਨੂੰ, ਜੋ ਇਹਦੇ ਵਿੱਚ ਜਿੰਨੀਆਂ ਮਨੌਤਾਂ ਅੱਜ ਭਾਰੂ ਨੇ, ਜਿੰਨੀਆਂ ਬ੍ਰਾਹਮਣਵਾਦੀ ਮਨੌਤਾਂ ਇਹਦੇ ਵਿੱਚ ਬਾੜੀਆਂ ਗਈਆਂ ਨੇ, ਉਹਦੇ ਵਿੱਚ ਸਿੱਧਾ ਤੁਹਾਡਾ ਹੱਥ ਬਣਦਾ। ਸਮਾਂ ਹੁੰਦਾ ਕਿਸੇ ਗੱਲ ਕਰਨ ਦਾ, ਕੋਈ ਮੌਕਾ ਹੁੰਦਾ ਕੋਈ ਗੱਲ ਕਰਨ ਦਾ। ਇੱਕ ਵਾਰੀ ਕਰ ਲਿਆ, 6 ਗੋਲੀਆਂ ਮਾਰਨ ਦੀਆਂ ਧਮਕੀਆਂ ਵੀ ਦੇ ਕੇ ਦੇਖ ਲਈਆਂ ਤੁਸੀਂ, ਪਰ ਇੱਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸੀ ਜਿਹੜੇ ਡਟੇ ਰਹੇ ਤੁਹਾਡੇ ਮੂਹਰੇ। ਆਮ ਕੋਈ ਬੰਦਾ ਹੁੰਦਾ ਸ਼ਾਇਦ ਉਹ ਤੁਹਾਡੇ ਮੂਹਰੇ ਗੋਡੇ ਟੇਕ ਦਿੰਦਾ। ਕੋਸ਼ਿਸ਼ ਇਹੀ ਰਹੀ ਹੁਣ ਤੱਕ ਕਿ ਢੱਡਰੀਆਂ ਵਾਲੇ ਤੁਹਾਡੇ ਮੂਹਰੇ ਗੋਡੇ ਟੇਕ ਦੇਣ, ਕਿਸੇ ਤਰੀਕੇ ਨਾਲ ਉਹ ਤੁਹਾਡੇ ਨਾਲ ਆ ਕੇ ਬਹਿ ਕੇ ਤੁਹਾਡੀਆਂ ਜਿਹੜੀਆਂ ਕਹੀਆਂ ਹੋਈਆਂ ਗੱਲਾਂ ਆ ਉਹ ਮੰਨ ਲੈਣ ਅਤੇ ਉਹ ਬਸ ਤੁਹਾਡੇ ਮੂਹਰੇ ਗੋਡੇ ਟੇਕ ਕੇ ਤੁਹਾਡੇ ਬਣ ਜਾਣ। ਬਸ ਫਿਰ ਤੁਹਾਨੂੰ ਖੁਸ਼ੀ ਹੁੰਦੀ ਹੈ, ਉਹ ਇਹੀ ਕੁਝ ਤੁਸੀਂ ਕਰਾਉਣਾ ਚਾਹੁੰਦੇ ਹੋ। ਆਮ ਜਦੋਂ ਕੋਈ ਨੌਜਵਾਨ ਬੰਦਾ ਜਦੋਂ ਕੋਈ ਇਹੋ ਜਿਹਾ ਬਿਆਨ ਦਿੰਦਾ ਤਾਂ ਬਹੁਤ ਛੇਤੀ ਉਹਨੂੰ ਲਿਆ ਕੇ ਫੜ ਕੇ ਤੁਸੀਂ ਅਕਾਲ ਤਖਤ ਤੇ ਪੇਸ਼ ਕਰਦੇ ਹੋ। ਇਹਦੇ ਨਾਲ ਮੈਸੇਜ ਕੀ ਜਾਂਦਾ? ਕਿਹੜਾ ਦੁਨੀਆ ਦਾ ਇਹੋ ਜਿਹਾ ਧਰਮ ਹੈ ਜਿਹੜਾ ਕਿ ਜਿਹਦੇ 'ਚ ਇਹੋ ਜਿਹਾ ਵਿਧਾਨ ਹੋਵੇ ਕਿ ਕੋਈ ਬੰਦਾ ਆਪਣੇ ਜਿਹੜੇ ਦਿਲ ਦੇ ਬਲਬਲੇ ਆ ਉਹ ਨਹੀਂ ਕੱਢ ਸਕਦਾ, ਕੋਈ ਬੰਦਾ ਆਪਣੇ ਜਿਹੜੇ ਆ ਅੰਦਰ ਜਿਹੜੇ ਬਿਆਨ ਹੈ ਉਹ ਦੇ ਨਹੀਂ ਸਕਦਾ। ਭਾਈ ਜਿਹੜਾ ਧਰਮ ਹੀ ਬਾਕੀ ਧਰਮਾਂ ਦੀਆਂ ਮਨੌਤਾਂ ਨੂੰ ਭੰਡ ਕੇ ਬਣਿਆ ਹੋਵੇ, ਜਿਹੜੇ ਲੋਕ ਜਦੋਂ ਸਿੱਖੀ ਦੇ ਵਿੱਚ ਦਾਖਲ ਹੁੰਦੇ ਸਨ, ਉਹ ਜਿਹੜੇ ਬਾਕੀ ਧਰਮਾਂ ਦੀਆਂ ਜਿਹੜੀਆਂ ਮਨੌਤਾਂ ਸੀਗੀਆਂ ਉਹਨਾਂ ਤੋਂ ਅੱਕੇ ਹੋਏ, ਉਹਨਾਂ ਧਰਮਾਂ ਦੇ ਦੱਬੇ ਹੋਏ, ਉਹਨਾਂ ਦਾ ਜਿਹੜਾ ਛੋੜਾ ਉਹ ਲਾਉਣ ਦੇ ਲਈ ਸਿੱਖੀ ਚਾਹੁੰਦੇ ਸੀਗੇ, ਨਾ ਕਿ ਉਹ ਇੱਕ ਵੱਖਰਾ ਇਹੋ ਸੋਚ ਕੇ ਆਉਂਦੇ ਸੀਗੇ ਕਿ ਹਾਂ ਭਾਈ ਇਹਦੇ ਨਾਲ ਰੱਬ ਲਾ ਕੇ ਮਿਲ ਜੂਗਾ। ਨਹੀਂ, ਅੱਕੇ ਹੋਏ ਲੋਕ ਇਹਦੇ ਵਿੱਚ ਦਾਖਲ ਹੁੰਦੇ ਸੀ ਜਿਨ੍ਹਾਂ ਨੂੰ ਪਤਾ ਸੀਗਾ ਕਿ ਜਿਹੜੀਆਂ ਬਾਕੀ ਧਰਮਾਂ ਦੀਆਂ ਮਨੌਤਾਂ ਆ ਸਾਡੇ ਨਾਲ ਨਹੀਂ ਇਹਨਾਂ ਨੇ ਖੜਨਾ। ਉਹ ਹੀ ਲੋਕ ਸਿੱਖੀ ਦੇ ਵਿੱਚ ਦਾਖਲ ਹੁੰਦੇ ਸੀ। ਅੱਜ ਉਹ ਸਿੱਖ ਕਹਿ ਰਹੇ ਨੇ ਕਿ ਸਾਡੀਆਂ ਭਾਵਨਾਵਾਂ ਨੂੰ ਬਹੁਤ ਛੇਤੀ ਚੋਟ ਲੱਗ ਜਾਂਦੀ ਹੈ, ਸਾਡੀਆਂ ਭਾਵਨਾਵਾਂ ਬਹੁਤ ਛੇਤੀ ਭੜਕ ਜਾਂਦੀਆਂ। ਭਾਈ ਆਪਣੀਆਂ ਭਾਵਨਾਵਾਂ ਤੇ ਕਾਬੂ ਰੱਖੋ। ਜਿਹੜਾ ਬਿਆਨ ਦਿੰਦੇ ਹੋ ਉਹਨੂੰ ਸਮੁੱਚਤਾ ਨੂੰ ਵਿਚਾਰ ਕੇ ਉਹ ਬਿਆਨ ਦੇਣਾ ਚਾਹੀਦਾ। ਬਾਬਾ ਹਰਨਾਮ ਸਿੰਘ ਧੁੰਮਾ ਨੂੰ ਸੋਚਣਾ ਚਾਹੀਦਾ ਕਿ ਜੋ ਉਹ ਬਿਆਨ ਦੇ ਰਿਹਾ ਕਿ ਉਹਦੀ ਸ਼ਖਸੀਅਤ ਜੇ ਹੈ ਉਹ ਤੇ ਪੂਰਾ ਉਤਰਦਾ ਹੈ, ਉਹ ਕੀ ਆਮ ਲੋਕਾਂ ਦੇ ਵਿੱਚ ਉਹਦੇ ਬਿਆਨ ਦਾ ਕੀ ਮੈਸੇਜ ਜਾਊਗਾ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਦੋਂ ਕਹਿੰਦੇ ਨੇ ਵੀ ਭਾਈ ਟਕਸਾਲੀ ਗੁੰਡੇ ਹੁੰਦੇ ਆ, ਤਾਂ ਤੁਸੀਂ ਇਹੋ ਜਿਹਾ ਬਿਆਨ ਦੇ ਕੇ ਕੀ ਤੁਸੀਂ ਉਹਨਾਂ ਦੀਆਂ ਕਈਆਂ ਗੱਲਾਂ ਤੇ ਮੋਹਰ ਨਹੀਂ ਲਾਉਂਦੇ? ਤੁਹਾਨੂੰ ਆਮ ਲੋਕਾਂ ਦੇ ਵਿੱਚ ਕਿਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਖੜੇ ਰੱਖ ਸਕੋਗੇ ਜਦੋਂ ਕਿ ਸਾਰੀਆਂ ਜਦੋਂ ਹੁਣ ਹਰ ਕੋਈ ਬੰਦਾ ਤੁਹਾਨੂੰ ਗੁੰਡਾ ਕਹਿ ਰਿਹਾ ਇਸ ਟਾਈਮ ਕਿ ਭਾਈ ਇਹ ਗੁੰਡੇ ਹੁੰਦੇ ਆ, ਇਹਨਾਂ ਦਾ ਕੰਮ ਗੁੰਡਾਗਰਦੀ ਕਰਨਾ, ਕੋਈ ਕੰਮ ਇਹਨਾਂ ਦਾ ਧਰਮ ਦਾ ਪ੍ਰਚਾਰ ਨਹੀਂ, ਕੁਝ ਨਹੀਂ ਕਰਦੇ ਇਹ, ਕੋਈ ਯੋਧੇ ਨਹੀਂ ਇੱਥੇ ਪੈਦਾ ਹੁੰਦੇ, ਕੁਝ ਨਹੀਂ ਹੁੰਦਾ ਇੱਥੇ। ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਤਾਂ ਤੁਸੀਂ ਫਿਰ ਉਹ ਗੁੰਡੇ ਹੋਣ ਦਾ ਸਬੂਤ ਦੁਬਾਰਾ ਫਿਰ ਦੇ ਦਿੰਦੇ ਹੋ। ਤਾਂ ਇਹ ਆਪਣੀਆਂ ਹੀ ਜਿਹੜੀਆਂ ਕੀਤੀਆਂ ਹੋਈਆਂ ਕਾਰਗੁਜ਼ਾਰੀਆਂ ਨੇ ਉਹਦੇ ਉੱਤੇ ਤੁਸੀਂ ਮੋਹਰ ਲਾਉਂਦੇ ਹੋ। ਥੋੜਾ ਜਿਹਾ ਸੋਚ ਵਿਚਾਰੋ ਕਿ ਭਾਈ ਤੁਸੀਂ ਕਿੱਥੇ ਖੜੇ ਹੋ, ਕੀ ਗੱਲ ਕਰ ਰਹੇ ਹੋ ਤੇ ਅੱਗੇ ਇਹਦੇ ਕੀ ਨਤੀਜੇ ਨਿਕਲਣ ਵਾਲੇ ਨੇ। ਹਾਂਜੀ ਭਾਜੀ, ਇਹਦੇ ਬਾਰੇ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ? ਆਪਣੇ ਹਰਨਾਮ ਸਿੰਘ ਜੀ ਧੁੰਮਾ ਉਹਨਾਂ ਨੇ ਉੱਥੇ ਦਿੱਤੀ ਸਟੇਟਮੈਂਟ ਹੈ ਨਾ, ਹਾਂਜੀ, ਉਹ ਸਿਰਫ ਤੇ ਸਿਰਫ ਇੱਕ ਮੰਨ ਲਓ ਵੀ ਜਿੱਦਾਂ ਨਹੀਂ ਕਹਿੰਦੇ ਬਦਮਾਸ਼ ਦੂਜੇ ਨੂੰ ਗਰੀਬ ਨੂੰ ਦਬਕਾ ਮਾਰਦੇ ਆ, ਉਹ ਕੰਮ ਕੀਤਾ। ਹੁਣ ਮਨਾਉਣ ਤਾਂ ਉੱਥੇ ਹੋਲਾ ਮਹੱਲਾ ਲੱਗੇ ਹੋਆ, ਪਰ ਤੁਸੀਂ ਦੇਖ ਲਓ ਵੀ ਜਿਹੜੀ ਉੱਥੇ ਭਾਸ਼ਾ ਵਰਤੀ ਜਾ ਰਹੀ ਆ ਉਹ ਇੱਕ ਧਾਰਮਿਕ ਸੰਸਥਾਵਾਂ ਦੇ ਮੁਖੀ ਦੀ ਹੈਗੀ ਉਹ ਲੈਂਗੁਏਜ। ਹਾਂਜੀ ਬਿਲਕੁਲ, ਕਿੰਨੀ ਬੈਡ ਲੈਂਗੁਏਜ ਵਰਤਣ ਲੱਗਾ ਆ।
ਉਹ ਸਾਰੀ ਜਿੰਨੀ ਮੰਨ ਲਓ ਵੀ ਆਪਣੇ ਇਹਨਾਂ ਦੇ ਪੁਰਾਣੇ ਜਿੰਨੇ ਮਹਾਂਪੁਰਸ਼ ਹੋਏ ਉਹਨਾਂ ਦੀ ਕੀਤੀ ਕਰਾਈ ਨੂੰ ਤੋਂ ਮੈਨੇ ਉਹ ਮਿੱਟੀ 'ਚ ਰੋਲਿਆ। ਅੱਜ ਜਿਹੜੇ ਲੋਕ ਕਿਸੇ ਟਾਈਮ ਇਹਨਾਂ ਨੂੰ ਸਿਰਾਂ ਤੇ ਬਿਠਾਉਂਦੇ ਸੀ ਉਹ ਅੱਜ ਇਹਨਾਂ ਤੇ ਸਵਾਲ ਕਰਨ ਲੱਗੇ ਹੋ। ਹਾਂਜੀ ਇੱਕ ਗੱਲ ਕਰਨੀ, ਜਿੱਦਾਂ ਕਹਿੰਦੇ ਸੀ ਧੂਮਾ ਕਹਿੰਦਾ ਵੀ ਮੈਦਾਨ ਵਿੱਚ ਆ ਕੇ ਗੱਲ ਕਰੋ, ਹਨਾ। ਹਾਂਜੀ। ਤੇ ਫਿਰ ਇਹ ਵੀ ਕਹਿੰਦੇ ਕਿ ਵੀ ਜੋ ਜਥੇਦਾਰ ਦੂਜਾ ਕਹਿ ਦਿੰਦੇ ਆ ਵੀ ਉਹ ਮੰਨਣਾ ਪੈਣਾ ਹੈ, ਸੰਦੇਸ਼ ਹੋਵੇ ਆਦੇਸ਼ ਹੋਵੇ, ਉਹ ਕੌਮ ਸਿਰ ਝੁਕਾ ਦਿੰਦੀ ਆ ਉਹਦੇ ਅੱਗੇ। ਫਿਰ ਹੁਣ ਜਥੇਦਾਰ ਹੋਣਾ ਜੀ ਦੇ ਇਹ ਜਿਹੜੇ ਉਨੀ ਉੱਥੇ ਖੜ ਕੇ ਇਹ ਬਿਆਨ ਦਿੱਤਾ ਕਰੋਨਾ ਵਾਇਰਸ ਬਾਰੇ, ਜਿੱਥੇ ਮੈਨੂੰ ਇਹ ਝਲਕਦਾ ਉਹਨਾਂ ਦੇ ਬਿਆਨ ਤੋਂ ਕਿ ਵੀ ਇਹ ਬਿਲਕੁਲ ਲਾਪਰਵਾਹੀ ਵਾਲਾ ਬਿਆਨ ਸੀਗਾ। ਤੇ ਇਹ ਫਿਰ ਇਹ ਸੰਦੇਸ਼ ਜੇ ਸੰਗਤ ਵਿੱਚ ਲਾਗੂ ਕੀਤਾ ਜਾਵੇ ਤਾਂ ਨੁਕਸਾਨ ਨਹੀਂ ਹੋਊਗਾ ਸੰਗਤ ਦਾ। ਬਿਲਕੁਲ। ਜਿੱਥੇ ਉਹ ਸਾਡੇ ਕੌਮ ਦੇ ਆਗੂ ਹੋਣ ਦਾ ਸਬੂਤ ਦੇਣਾ ਚਾਹੀਦਾ ਉਹਨਾਂ ਨੂੰ, ਤਾਂ ਉੱਥੇ ਉਹ ਇਹ ਲਾਪਰਵਾਹੀ ਮੈਨੂੰ ਝਲਕਦੀ ਆ ਉਹਨਾਂ ਦੇ ਬਿਆਨ ਤੋਂ। ਹਾਂਜੀ ਬਿਲਕੁਲ। ਦੇਖੋ ਇਹ ਗੱਲ ਜਿਹੜੀ ਨਾ ਜੀ, ਜਿੱਦਾਂ ਤੁਸੀਂ ਇਹ ਵੀ ਗੱਲ ਕੀਤੀ, ਇਹਦੇ ਵਿੱਚ ਸਮੁੱਚਤਾ ਕਿੱਥੇ ਆ ਪਤਾ ਗੱਲ। ਪਹਿਲੀ ਗੱਲ ਤੇ ਸੰਗਤ ਨੂੰ ਇਹ ਜ਼ਰੂਰ ਸੁਣਨੀ ਚਾਹੀਦੀ ਸਾਰੀ ਵੀਡੀਓ ਜਿਹੜੀ ਹੋਲੇ ਮਹੱਲੇ ਦੀ ਹੈ ਨਾ, ਵੀ ਇੱਕ ਸਾਡਾ ਬਹੁਤ ਇਤਿਹਾਸਕ ਦਿਨ ਸੀ ਇਹ, ਜਿਹਨੂੰ ਇਹਨਾਂ ਨੇ ਇੱਕਦਮ ਰਾਜਨੀਤਿਕ ਔਰ ਆਪਣਾ ਇੱਕ ਮਤਲਬ ਡਰਾਵਿਆਂ ਭਰਿਆ ਬਣਾਤਾ ਵੀ ਦੂਸਰੇ ਨੂੰ ਕਿੱਦਾਂ ਅਸੀਂ ਥੱਲੇ ਲਾਉਣਾ, ਵੀ ਅਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਵੀ ਹਰ ਇੱਕ ਦਾ ਇੱਕ ਹੀ ਏਮ ਸੀ ਇਸ ਬੰਦੇ ਨੂੰ ਕਿਸ ਤਰ੍ਹਾਂ ਆਪਾਂ ਥੱਲੇ ਲਾਉਣਾ। ਜਦੋਂ ਸਮੁੱਚਤਾ ਇਹਦੇ ਵਿੱਚ ਬਿਲਕੁਲ ਹੀ ਸਮੁੱਚਤਾ ਕਿਤੇ ਨਹੀਂ ਦਿਸਦੀ, ਜਦੋਂ ਕਿ ਧੂਮਾ ਜੀ ਨੂੰ ਖੁਦ ਪਤਾ ਵਾ ਵੀ ਮੈਂ ਮਤਲਬ ਕਿਸ ਤਰ੍ਹਾਂ ਬਣਿਆ ਵਾ ਔਰ ਕਿਸ ਤਰ੍ਹਾਂ ਮੈਂ ਬ੍ਰਾਹਮਣੀਵਾਦ ਸਾਰਾ ਇਹਦੇ ਵਿੱਚ ਲੈ ਕੇ ਆਇਆ। ਨਹੀਂ ਸਾਰਿਆਂ ਨੂੰ ਪਤਾ ਵੀ ਅਮਰੀਕਾ ਤੋਂ ਕਿੱਦਾਂ ਲੈ ਕੇ ਆਂਦਾ ਉਹਨੂੰ। ਬਿਲਕੁਲ। ਉੱਥੇ ਕਿਹਨੂੰ ਪਹਿਲਾਂ ਦਸਤਾਰਬੰਦੀ ਕੀਤੀ, ਉਹ ਤੋਂ ਲੈ ਕੇ ਫਿਰ ਇਹਦੇ ਤੇ ਦਸਤਾਰਬੰਦੀ ਕਿੱਦਾਂ ਕੀਤੀ, ਉਹ ਫਿਰ ਇਹਨੂੰ ਮਹਿਤੇ ਕਿੱਦਾਂ ਲੈ ਕੇ ਗਿਆ। ਫਿਰ ਉਹ ਗੱਲ ਇਹ ਬਿਲਕੁਲ ਹੀ ਭੁੱਲ ਗਏ ਵੀ ਜਥੇਦਾਰ ਜੋ ਕਹਿ ਦੇਤਾ ਪੰਥ ਸੋਈ ਮੰਨ ਲੈਤਾ। ਉਹਨੂੰ ਸਾਰਾ ਹੀ ਯਾਦ ਭੁੱਲ ਗਿਆ ਵੀ ਪੰਥ ਨੇ ਤੇ ਜੇ ਸਿਆਪਾ ਹੁਣ ਪਾਇਆ ਵੀ ਉਹ ਜਿਹੜਾ ਗੁਰਬੰਸ ਹੋਣਾ ਨੇ ਸਬਦੇ ਸਾਧ ਨੂੰ ਮਾਫ ਕਰਕੇ ਉਦੋਂ ਪੰਥ ਉਹਦੇ ਖਿਲਾਫ ਉਹ 90-92 ਲੱਖ ਰੁਪਈਆ ਦੇ ਸ਼੍ਰੋਮਣੀ ਕਮੇਟੀ ਦਾ ਲਾਤਾ ਉਹਨੂੰ ਮਤਲਬ ਜਸਟੀਫਾਈ ਕਰਨ ਵਾਸਤੇ ਵੀ ਇਹ ਕੀ ਹੈ। ਮਤਲਬ ਤੇ 2004 ਦੇ ਵਿੱਚ ਤੁਸੀਂ ਅਜੇ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ, ਸਾਰਿਆਂ ਨੇ ਤੁਸੀਂ ਮਤਲਬ ਚਾਰੇ ਪੌੜ ਚੱਕ ਕੇ ਉਹਦਾ ਵਿਰੋਧ ਕੀਤਾ। ਕੀ ਗੱਲ ਉਹ ਜਥੇਦਾਰ ਨੇ ਨਹੀਂ ਸੀ ਕੀਤਾ? ਵੀ ਤੁਸੀਂ ਦੇਖੋ ਵੀ ਚਲੋ 2004 ਵਾਲਾ ਕੈਲੰਡਰ ਸੀ ਉਹ ਤਾਂ ਮੰਨਦੇ, ਇਹ ਕਹਿੰਦੇ ਵੀ ਮੰਨ ਲਓ ਵੀ ਸੰਪਰਦਾਈਆਂ ਨਹੀਂ ਉਹਨਾਂ ਸਹਿਮਤ ਹੋਈਆਂ। ਜਿਹੜਾ ਆ ਗੁਰਬਚਨ ਸਿੰਘ ਵਾਲਾ ਫੈਸਲਾ ਸੀ ਫਿਰ ਉੱਥੇ ਇਸ ਪੰਥ ਨੇ ਕਾਹਤੇ ਨਹੀਂ ਮੰਨਿਆ? ਗੱਲ ਉਹੀ ਨਾ ਸਮੁੱਚਤਾ ਦੀ ਗੱਲ ਆ ਨਾ, ਮਤਲਬ ਜੋ ਅਸੀਂ ਕਹਿੰਦੇ ਆ ਉਹ ਪੰਥ ਵਾ, ਉਹੀ ਪੰਥ ਵਾ ਬਸ। ਸਾਡਾ ਕਿਹਾ ਹੀ ਪੰਥ ਵਾ, ਬਾਕੀ ਜੋ ਜਥੇਦਾਰ ਕਹੇ ਸਾਡਾ ਕਿਹਾ ਮੰਨੇ। ਹੁਣ ਤੁਸੀਂ ਦੱਸੋ ਵੀ ਉੱਥੇ ਜਥੇਦਾਰ ਸਾਡੇ ਤਖਤਾਂ ਦੇ ਵੀ ਬੈਠੇ ਆ, ਉੱਥੇ ਇਹ ਡੇਰੇਦਾਰ ਸੰਪਰਦਾਈਆਂ ਬੈਠੀਆਂ, ਪਰ ਜਿਹੜੀ ਇਹਦੀ ਭਾਸ਼ਾ ਵਰਤੀ ਆ ਇੱਕ ਜ਼ਿੰਮੇਵਾਰ ਵਿਅਕਤੀਆਂ ਨੂੰ ਇਹ ਭਾਸ਼ਾ ਵਰਤਣ ਦੀ ਨਹੀਂ ਚਾਹੀਦੀ। ਕਿਉਂਕਿ ਮੈਂ ਵੀ ਤੁਸੀਂ ਇਹ ਦੇਖੋ ਵੀ ਉੱਥੇ ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਸਰਬ ਪ੍ਰਵਾਨਿਤ ਜਥੇਦਾਰ ਹਾਂ, ਮੇਰਾ ਜੋ ਪੰਥ ਮੰਨ ਲਓ ਜਥੇਦਾਰ ਕਹਿੰਦਾ ਪੰਥ ਮੰਨ ਲੈਂਦਾ, ਜਥੇਦਾਰ ਦੀ ਮੂੰਹ ਚ ਘੁੰਗਣੀਆਂ ਪਈਆਂ ਸੀ। ਉਦੋਂ ਕਿਉਂ ਨਹੀਂ ਉਹਨੇ ਕਿਹਾ ਵੀ ਤੁਸੀਂ ਇੱਥੇ ਸਿਰਫ ਤੇ ਸਿਰਫ ਹੋਲੇ ਮਹੱਲਾ ਜਿਹੜਾ ਸੰਬੰਧਿਤ ਦਿਨ ਆ ਉਹਦੇ ਨਾਲ ਬੋਲੋ, ਕਿਉਂ ਤੁਸੀਂ ਕਿਸੇ ਤੇ ਚਿੱਕੜ ਸੱਟ ਰਹੇ? ਪਰ ਕਿਉਂਕਿ ਉਹ ਆਪ ਇਹਨਾਂ ਦਾ ਪਲੋਈ ਆ, ਕਈ ਵਾਰੀ ਉਹ ਤਾਂ ਖੁਦ ਕਹਿਣ ਲੱਗਾ ਭਾਈ ਸਾਹਿਬ ਨੂੰ ਏਜੰਸੀਆਂ ਨੇ ਫਿੱਟ ਕੀਤਾ ਹੈ, ਉਹ ਕਿੱਦਾਂ ਤੂੰ ਮੈਨੂੰ ਰੋਕ ਦਊਗਾ? ਜਿਹੜਾ ਬੰਦਾ ਖੁਦ ਭਾਈ ਸਾਹਿਬ ਤੇ ਇਲਜ਼ਾਮ ਲਾ ਰਿਹਾ ਵੀ ਤਖਤ ਇਹਨੂੰ ਦਿੱਲੀ ਤਖਤ ਦੀ ਸ਼ਹਿ ਆ, ਉਹ ਦੂਜੇ ਧੁੰਮੇ ਹੋਣਾ ਨੂੰ ਕਿੱਥੇ ਰੋਕ ਲਊਗਾ? ਹਾਲਾਂਕਿ ਕਿਸੇ ਕੋਲੋਂ ਲੁਕੀ ਛਿਪੀ ਗੱਲ ਨਹੀਂ ਵੀ ਦਿੱਲੀ ਤਖਤ ਦੀ ਕਿਹੜੀਆਂ ਧਿਰਾਂ ਨੂੰ ਸ਼ਹਿ ਆ, ਸ਼ਰੇਆਮ ਇੱਥੇ ਸਾਰਾ ਕੁਝ ਸਾਰਿਆਂ ਨੂੰ ਪਤਾ। ਕਈ ਵਾਰੀ ਇਹ ਲੱਗਦਾ ਨਾ ਜਤਿੰਦਰ ਸਿੰਘ, ਕਈ ਵਾਰੀ ਇਹ ਲੱਗਦਾ ਵਾ ਵੀ ਅਸੀਂ ਕ੍ਰਿਟੀਸਾਈਜ਼ ਕਰ ਰਹੇ ਹਾਂ, ਪਰ ਇਹਦੇ ਵਿੱਚ ਇਹ ਨਹੀਂ ਆ ਕਿਉਂਕਿ ਪੀੜਤ ਧਿਰ ਨੂੰ ਦਬਾਇਆ ਜਾ ਰਿਹਾ। ਅਸੀਂ ਇਸ ਕਰਕੇ ਕਹਿੰਦੇ ਵੀ ਆਪਣੀਆਂ ਲੱਤਾਂ ਤੇ ਭਾਰ ਪਾਓ, ਗੁਰਬਾਣੀ ਨੂੰ ਆਪ ਪੜੋ, ਆਪ ਸਮਝੋ, ਇਸ ਕਰਕੇ ਸਾਨੂੰ ਪਤਾ ਚੱਲੇ ਵੀ ਕੌਣ ਸਹੀ ਬੋਲ ਰਿਹਾ ਕੌਣ ਗਲਤ ਬੋਲ ਰਿਹਾ। ਇਹਦਾ ਇਸ ਪ੍ਰੋਗਰਾਮ ਦਾ ਮਤਲਬ ਕਿ ਇਹੀ ਹੈ, ਇਹ ਥੋੜੀ ਹੈ ਵੀ ਅਸੀਂ ਕਿਸੇ ਨੂੰ ਕਹਿਣ ਦੇ ਵੀ ਉਹ ਨੀਵਾਂ ਉਹ ਉੱਚਾ। ਨਹੀਂ ਭਾਈ, ਪਹਿਲਾਂ ਉਹ ਕੀ ਬੋਲਦੇ ਸੀ ਅੱਜ ਕੀ ਬੋਲਦੇ ਆ, ਔਰ 2 ਦਿਨ ਪਹਿਲਾਂ ਕੀ ਗੱਲ ਹੋਈ ਤੇ ਅੱਜ ਕੀ ਬੋਲਣ ਦੇ ਆ। ਮਤਲਬ ਉਹਨਾਂ ਦੀ ਗੱਲ ਦੇ ਵਿੱਚ ਵੀ ਸਮਾਨਤਾ ਨਹੀਂ ਆ। ਉਹ ਜਿਹੜੀ ਆਪਣੀਆਂ ਵੀ ਸਟੇਟਮੈਂਟਾਂ ਦਿੰਦੇ ਆ ਉਹਨਾਂ 'ਚ ਵੀ ਸਮਾਨਤਾ ਨਹੀਂ ਹੈ। ਤੁਸੀਂ ਦੇਖ ਲਓ ਜਥੇਦਾਰ ਹੁਣ ਇਹੀ ਕਹਿੰਦੇ ਆ, ਮੰਨ ਲਓ ਸਾਰਾ ਪੰਥ ਕਹਿੰਦਾ ਵੀ ਸਾਡਾ ਪ੍ਰਮਾਣਿਤ ਜਥੇਦਾਰ, ਬਿਲਕੁਲ, ਪਰ ਤੁਸੀਂ ਉਹਦੀਆਂ ਸਟੇਟਮੈਂਟਾਂ ਜਿਹੜੀਆਂ ਪਿਛਲੀਆਂ ਜਦੋਂ ਉੱਥੋਂ ਆ ਕੇ ਪਾਕਿਸਤਾਨ ਤੋਂ ਆ ਕੇ ਦਿੱਤੀ ਉਹ ਦੇਖ ਲਓ। ਆ ਜਿਹੜੀ ਆਪਣੇ ਹੋਲਾ ਮਹੱਲਾ ਤੇ ਸੰਦੇਸ਼ ਮੰਨਿਆ ਜਾਂਦਾ ਵੀ ਜਥੇਦਾਰ ਨੇ ਕੌਮ ਦੇ ਨਾਲ ਸੰਦੇਸ਼ ਦਿੱਤਾ, ਕੌਮ ਦੇ ਨਾਲ ਦਾ ਸੰਦੇਸ਼ ਆਹ ਦੇਣਾ ਸੀਗਾ ਜਿਹੜਾ ਉਹਨੇ ਦਿੱਤਾ। ਅਸੀਂ ਦੂਜਿਆਂ ਨੂੰ ਕੀ ਰੋਣਾ ਵਾ? ਹਾਂਜੀ, ਅਸੀਂ ਤਾਂ ਆਪਣੇ ਆਪ ਨੂੰ ਰੋਣ ਡੇ ਆ ਵੀ ਹਮਕੋ ਤੋਂ ਆਪਨੋਂ ਨੇ ਲੂਟਾ ਗੈਰੋਂ ਮੈਂ ਕਹਾ ਦਮ
हमारी बेड़ी वहां डूबी जहां पानी कम था। भी ਅਸੀਂ ਤੇ RSS ਨੂੰ ਕਹੀਏ ਨੇ ਸਾਡੇ ਇਹ RSS ਵਾ ਹੁਣ ਇਹ ਤੇ ਆਪਣੇ ਹੀ ਆ ਜਿਹੜੇ ਪੰਥ ਬਣੇ ਫਿਰਦੇ ਆ। RSS ਨੂੰ ਅਸੀਂ ਕੀ ਰੋਣਾ, ਇਹ ਤਾਂ ਸਾਡੇ ਆਪਣੇ ਨਹੀਂ ਲੋਕ ਆਉਂਦੇ। ਉਹ ਜਿਹੜੀ ਪੰਕਤੀ ਪੜ੍ਹੀ ਹੈ ਨਾ, ਉਹ ਜਿਹੜੀ ਉਹ ਮੈਨੂੰ ਉਹਦੇ ਸੰਬੰਧ ਚ ਅਸਲੀ ਜਿਹੜੀ ਪੰਕਤੀ ਜਿੱਦਾਂ ਪੜ੍ਹਨੀ ਚਾਹੀਦੀ ਸੀ ਉਹਨੇ ਕਿਹਾ ਨਾ, ਜਥੇਦਾਰ ਜੋ ਕਹਿ ਦੇਤਾ ਪੰਥ ਵਹੀ ਮਾਨ ਲੈਤਾ। ਉਹ ਭਾਈ ਕਹਿੰਦਾ ਇਹ ਚਾਹੀਦਾ ਸੀਗਾ ਬਈ ਪ੍ਰਕਾਸ਼ ਸਿੰਘ ਬਾਦਲ ਜੋ ਕਹਿ ਦੇਤਾ ਹਨਾ ਜਥੇਦਾਰ ਵਹੀ ਮਾਨ ਲੈਤਾ, ਹਰਨਾਮ ਸਿੰਘ ਧੁੰਮਾ ਜੋ ਕਹਿ ਦੇਤਾ ਜਥੇਦਾਰ ਵਹੀ ਮਾਨ ਲੈਤਾ। ਇਹ ਜਿਹੜੀ ਪੰਕਤੀ ਹੈ ਇਹ ਸਹੀ ਢੁਕਦੀ ਹੈ ਇਹਦੇ ਉੱਤੇ। ਇੱਕ ਸਵਾਲ ਹੋਰ ਵੀ ਇੱਥੇ ਖੜਾ ਹੁੰਦਾ ਹੈ ਕਿ ਵੀ ਸਾਨੂੰ ਇਹ ਵੀ ਦੇਖਣਾ ਪੈਣਾ ਹੈ ਕਿ ਵੀ ਜੇ ਜਥੇਦਾਰ ਸਾਡੇ ਜਿਹੜੇ ਹੈਗੇ ਆ ਉਹ ਸਰਮੋਲ ਆ ਜੇ ਮੰਨਦੇ ਆ ਅਸੀਂ, ਤਾਂ ਫਿਰ ਕੀ ਉਹਨਾਂ ਦੀ ਕਾਰਗੁਜ਼ਾਰੀ ਹੈ ਜਿਹੜੀ ਉਹ ਕੇਅਰ ਟੇਕਰ ਦੇ ਤੌਰ ਤੇ ਇਹ ਸਾਡੇ ਤੇ ਸਵਾਲ ਨਹੀਂ ਖੜਾ ਕਰਦੀ ਹੈਗੀ? ਬਿਲਕੁਲ ਹਨਾ ਕਿ ਵੀ ਕੇਅਰ ਟੇਕਰ ਕਿਉਂ ਥਾਪਦੇ ਆ ਕਿ ਵੀ ਬਈ ਕੀ ਇਹਦਾ ਮਤਲਬ ਕਿ ਵੀ ਉਹਨਾਂ ਦੇ ਵਿੱਚ ਕੋਈ ਘਾਟ ਹੈ ਕਿਸੇ ਦੀ ਜਾਂ ਉਸ ਅਹੁਦੇ ਦੀ ਘਾਟ ਹੈਗੀ ਆ? ਨਹੀਂ, ਉਹਨਾਂ ਨੂੰ ਇਹ ਲੱਗਦਾ ਆ ਕਿ ਜਿਹੜੇ ਸਿੱਖ ਆ ਜਿਹਦਾ ਸਿੱਖਾਂ ਦੇ ਵਿੱਚ ਘਾਟ ਹੈ ਕਿ ਉਹਨਾਂ ਨੂੰ ਇੱਕ ਕੇਅਰ ਟੇਕਰ ਦੀ ਲੋੜ ਪੈਂਦੀ ਹੈ। ਉਹ ਮੈਂਟੈਲਿਟੀ ਇਹ ਦਰਸਾਉਣਾ ਚਾਹੁੰਦੀ ਹੈ ਕਿਉਂਕਿ ਬਹੁਤ ਸਿੰਪਲ ਥਿਊਰੀ ਹੈ ਇਹ। ਆਮ ਲੋਕਾਂ ਨੂੰ ਤਾਂ ਬਹੁਤ ਛੇਤੀ ਇਸ ਗੱਲ ਦੀ ਸਮਝ ਆ ਜਾਂਦੀ ਹੈ, ਜਿਹਨਾਂ ਨੂੰ ਨਹੀਂ ਸਮਝ ਹੈਗੀ ਉਹਨਾਂ ਨੂੰ ਇਹ ਗੱਲ ਸਮਝਾ ਦੇਣੀ ਚਾਹੁੰਦਾ ਕਿ ਇੱਕ ਜਿਹੜੀ ਹਿੰਦੁਸਤਾਨ ਦੇ ਵਿੱਚ ਮੰਨ ਲਓ ਭਾਰਤ ਦੇ ਵਿੱਚ 2% ਜਿਹੜੀ ਕੌਮ ਹੈ, ਉਹ ਸਾਰੀ ਕੌਮ ਨੂੰ ਇੱਕ ਕੁੰਡੇ ਦੇ ਥੱਲੇ ਰੱਖਣ ਲਈ, ਇੱਕ ਜਗ੍ਹਾ ਕਾਬੂ ਕਰਨ ਲਈ ਉਹਦੀਆਂ ਜਿਹੜੀਆਂ ਵੋਟਾਂ ਨੇ ਉਹਦੀਆਂ ਵੋਟਾਂ ਨੂੰ ਰਾਜਨੀਤਿਕਾਂ ਦੇ ਪੈਰਾਂ ਦੇ ਵਿੱਚ ਭੁਗਤਾਉਣ ਦੇ ਲਈ ਇਹ ਜਿਹੜੀ ਪੋਸਟ ਹੈ ਜਿਹੜੀ ਹੈ ਜਥੇਦਾਰ ਦੀ ਪੋਸਟ ਹੈ ਇਹ ਕੰਮ ਆਉਂਦੀ ਹੈ। ਤਾਂ ਹੀ ਕਰਕੇ ਜਿਹੜਾ ਜਥੇਦਾਰ ਹੈ ਉਹ ਰਾਜਨੀਤਿਕ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕਿਆ। ਕੋਈ ਸਾਨੂੰ ਇਸ ਤੇ ਗਿਲਾ ਸ਼ਿਕਵਾ ਨਹੀਂ ਹੋਣਾ ਜੇ ਕੌਮ ਦਾ ਜਿਹੜਾ ਜਥੇਦਾਰ ਹੈ ਉਹ ਇਸ ਰਾਜਨੀਤਿਕ ਪ੍ਰਭਾਵ ਤੋਂ ਜਿਹੜਾ ਉਹ ਮੁਕਤ ਹੁੰਦਾ, ਉਹ ਫੇਅਰ ਫੈਸਲੇ ਦਿੰਦਾ, ਉਹ ਜਿਹੜੀ ਵੀ ਗੱਲ ਕਰਦਾ ਉਹ ਫੇਅਰ ਹੁੰਦੀ, ਉਹ ਗੱਲ ਦੇ ਵਿੱਚ ਸਾਰਿਆਂ ਪੱਖਾਂ ਦਾ ਸੁਣ ਕੇ ਫੈਸਲਾ ਲਿਆ ਜਾਂਦਾ। ਪਰ ਜੋ ਹੁਣ ਤੱਕ ਹੋ ਰਿਹਾ ਹੈ, ਜਿਹਨੂੰ ਹੁਣ ਤੱਕ ਅਸੀਂ ਦੇਖਦੇ ਆਏ ਹਾਂ, ਉਹਦੇ ਵਿੱਚ ਫੇਅਰ ਜਿਹੜਾ ਆ ਕੁਝ ਵੀ ਨਹੀਂ ਹੁੰਦਾ। ਇੱਕ ਪੱਖ ਦੇ ਵਿੱਚ ਜਥੇਦਾਰ ਭੁਗਤਦੇ ਨੇ, ਇੱਕ ਪੱਖ ਦੇ ਵਿੱਚ ਸੰਪਰਦਾਵਾਂ ਭੁਗਤਦੀਆਂ ਨੇ, ਕਿਉਂਕਿ ਇਹਨਾਂ ਸਾਰਿਆਂ ਦੀ ਜਿਹੜੀ ਸੰਤ ਸਮਾਜ ਜਿਹਨੂੰ ਆਪਾਂ ਕਹਿੰਦੇ ਆ ਨਾ, ਉਹ ਇੱਕ ਯੂਨੀਅਨ ਹੈ। ਜਿੱਦਾਂ ਰਿਕਸ਼ੇ ਵਾਲਿਆਂ ਦੀ ਯੂਨੀਅਨ ਬਣੀ ਹੁੰਦੀ ਹੈ ਨਾ ਇੱਕ, ਜਾਂ ਹਰੇਕ ਜਿਹੜਾ ਵੀ ਕੋਈ ਕੰਮ ਕਰਦਾ ਉਹਦੀ ਯੂਨੀਅਨ ਬਣੀ ਹੁੰਦੀ ਹੈ। ਚਾਹੇ ਉਦਾਂ ਉਹ 5-5 ਰੁਪਈਆਂ ਲਈ ਲੜਦੇ ਰਹਿਣ ਆਪਣੀਆਂ ਸਵਾਰੀਆਂ ਦੇ ਕਰਕੇ ਨਾ, ਕੋਈ ਮੇਰੀ ਸਵਾਰੀ ਚੱਕ ਕੇ ਲੈ ਗਿਆ ਰਿਕਸ਼ੇ ਵਾਲੇ 5-5 ਰੁਪਈਆਂ ਨੂੰ ਲੜ ਪੈਂਦੇ ਆ ਨਾ। ਉਸੇ ਤਰੀਕੇ ਨਾਲ ਜਿਹੜਾ ਸੰਤ ਸਮਾਜ ਹੈ ਨਾ, ਇਹ ਇੱਕ ਯੂਨੀਅਨ ਹੈ ਆਪਸ ਵਿੱਚ। ਚਾਹੇ ਇਹ ਜਿਹੜੇ ਇੱਕ ਦੂਜੇ ਨੂੰ ਖਿੱਚਾ ਤਾਣ ਇਹਨਾਂ ਦਾ ਪੂਰਾ ਹੋਵੇ, ਕਿਸੇ ਬਾਬੇ ਦੀ ਜਿਹੜੀ ਹੈ ਬਣਾਈ ਹੋਈ ਮਰਿਆਦਾ ਆ ਉਹ ਦੂਜਿਆਂ ਨਾਲ ਨਹੀਂ ਰਲਦੀ, ਉਹਨਾਂ ਨੇ ਆਪਣੀ ਵੱਖਰੀ ਬਣਾਈ ਹੋਈ ਹੈ। ਜਿੱਦਾਂ ਰਿਕਸ਼ੇ ਵਾਲੇ ਨੇ ਆਪੋ ਆਪਣੀ ਗੱਡੀ ਵੱਖਰੀ ਸਜਾਈ ਹੁੰਦੀ ਹੈ ਨਾ, ਤੇ ਮੇਰੀ ਵੱਖਰੀ ਲੱਗੇ ਤਾਂ ਮੇਰੇ ਸਵਾਰੀਆਂ ਵੱਧ ਆਉਣ, ਉਸ ਤਰੀਕੇ ਨਾਲ ਇਹ ਬਣਾਈ ਹੋਈ ਹੈ। ਪਰ ਜਿੱਦਣ ਮਸਲਾ ਇਹਨਾਂ ਦੀ ਰੋਜੀ ਰੋਟੀ ਤੇ ਪੈਂਦਾ, ਜਿੱਦਣ ਮਸਲਾ ਇਹਨਾਂ ਦੀ ਢੇਰੀ ਦੇ ਪੈਂਦਾ ਆ ਨਾ, ਉਦੋਂ ਸਾਰੇ ਇਕੱਠੇ ਹੋਏ। ਅੱਜ ਹੁਣ ਉਸੇ ਤਰੀਕੇ ਨਾਲ ਇਹ ਯੂਨੀਅਨ ਵੀ ਇਕੱਠੀ ਹੋਈ ਹੈ। ਤਾਂ ਇਸ ਯੂਨੀਅਨ ਦਾ ਜਿਹੜਾ ਸੈਕੰਡ ਪਾਰਟ ਹੈ, ਜਿਹੜਾ ਜਾਗਰੂਕ ਯੂਨੀਅਨ ਹੈ ਸਾਡੀ, ਉਹ ਯੂਨੀਅਨ ਜਿਹੜੀ ਹੈ ਉਹ ਵੀ ਅੱਜ ਇਹਨਾਂ ਨਾਲ ਹੱਥ ਮਿਲਾ ਕੇ ਇੱਕੋ ਥਾਂ ਇਕੱਠੀ ਹੋਈ ਹੈ। ਭਾਈ ਦੇਖੋ, ਤੁਸੀਂ ਭਾਈ ਰਣਜੀਤ ਸਿੰਘ ਨੂੰ ਕਹਿੰਦੇ ਸੀਗੇ ਵੀ ਇਹ 5 ਫੁੱਟ ਇੰਨੇ ਇੰਚ ਦਾ ਬੰਦਾ ਆ, ਇਹਦੇ ਚ ਕੀ ਆ, ਕੁਛ ਨਹੀਂ ਹੈਗਾ। ਅੱਜ ਉਸ 5.5 ਫੁੱਟ ਦੇ ਬੰਦੇ ਨੇ ਪੂਰੀਆਂ ਸੰਪਰਦਾਵਾਂ, ਪੂਰੇ ਦਾ ਪੂਰਾ ਸੰਤ ਸਮਾਜ ਤੇ ਪੂਰੇ ਦੇ ਪੂਰੇ ਜਾਗਰੂਕ ਜਿੰਨੇ ਨੇ, ਉਹ ਸਾਰੇ ਲਿਆ ਕੇ ਇੱਕੋ ਥਾਂ, ਇੱਕੋ ਥਾਲੀ ਦੇ ਚੱਟੇ ਬੱਟੇ, ਜਿਹਨੂੰ ਖੜਕਾ ਕੇ ਦੇਖ ਲਓ ਵਿੱਚ ਇੱਕੋ ਹੀ ਆਵਾਜ਼ ਆਉਂਦੀ ਹੈ। ਸਾਰੇ ਇੱਕੋ ਹੀ ਟੋਕਰੀ ਦੇ ਸੰਤਰੇ ਆ, ਕੋਈ ਖੱਟੇ ਆ, ਕੋਈ ਬਾਹਲੇ ਖੱਟੇ ਆ। ਜਾਣੀ ਉਹ ਛਾਬੇ ਨਹੀਂ ਹੁੰਦੇ ਆਪਣੇ ਤੱਕੜੀ ਦੇ, ਉਹ ਜਦੋਂ ਖੜਕਦੇ ਆ ਉਹਦੇ ਵਿੱਚ ਉਹ ਉੱਥੇ ਹੁੰਦੀ ਟਕ ਟਕ ਦੀ ਆਵਾਜ਼। ਉੱਥੇ ਢੰਡਰੀਆਂ ਵਾਲਾ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਾ ਨਿਕਲਦਾ, ਚਾਹੇ ਜਾਗਰੂਕ ਵਾਲਾ ਖੜਕਦਾ ਬੱਟਾ, ਚਾਹੇ ਮਸ਼ੀਨਰੀਆਂ ਵਾਲਾ ਖੜਕਦਾ, ਚਾਹੇ ਟਕਸਾਲ ਦਾ ਖੜਕਦਾ, ਤੇ ਚਾਹੇ ਖੜਕਦਾ ਸੰਪਰਦਾਈਆਂ ਦਾ ਜਿਹੜੇ ਉਹ ਸਾਰਿਆਂ ਜੋ ਭਾਈ ਸਾਹਿਬ ਦਾ ਹੀ ਨਾਂ ਨਿਕਲਦਾ ਉਹਨਾਂ ਦੇ ਵਿੱਚੋਂ। ਹਾਂਜੀ, ਸੋਚਣ ਵਾਲੀ ਗੱਲ ਤਾਂ ਇਹੀ ਹੈ ਵੀ ਅੱਜ ਜੇ ਕਿਤੇ ਅੱਜ ਜਿਹੜਾ ਤੁਸੀਂ ਸਮੁੱਚਤਾ ਨੂੰ ਵਿਚਾਰਦੇ ਹੁੰਦੇ, ਜੇ ਤੁਸੀਂ ਇਹ ਸੋਚਦੇ ਕਿ ਅੱਜ ਦੀ ਜਨਰੇਸ਼ਨ ਕਿੱਧਰ ਨੂੰ ਜਾ ਰਹੀ ਹੈ, ਜੇ ਅੱਜ ਗੁਰਬਾਣੀ ਨੂੰ ਤੁਸੀਂ ਜਿਉਂਦੇ ਰੱਖਣਾ, ਜੇ ਅੱਜ ਗੁਰਬਾਣੀ ਦੇ ਅਰਥਾਂ ਨੂੰ ਜਿਉਂਦੇ ਰੱਖਣਾ, ਜੇ ਅੱਜ ਤੁਸੀਂ ਆਪਣੇ ਆਉਣ ਵਾਲੇ ਅਗਲੇ 500 ਸਾਲ ਤੱਕ ਗੁਰਬਾਣੀ ਜਿਉਂਦੀ ਰੱਖਣੀ ਆ, ਤਾਂ ਜਿਹੜੇ ਉਹਦੇ ਅਰਥ ਨੇ ਉਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਹੀ ਕਰਨੇ ਪੈਣਗੇ। ਆਉਣ ਵਾਲਾ ਸਮਾਂ ਇਸ ਚੀਜ਼ ਦੀ ਗਵਾਹੀ ਭਰਦਾ ਰਹੂਗਾ। ਭਾਈ ਭਾਵੇਂ ਦੇਖ ਲਿਓ, ਜੇ ਇਸ ਵੇਲੇ ਗੁਰਬਾਣੀ ਦਾ ਟੀਕਾ ਕੀਤਾ ਸੀਗਾ ਆਪਣੇ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਨੇ, ਉਸ ਵੇਲੇ ਉਸ ਟੀਕੇ ਨੂੰ ਨਾਮਨਜ਼ੂਰੀ ਦਿੱਤੀ ਗਈ ਸੀ ਤੁਹਾਡੇ ਸੰਪਰਦਾਇਆਂ ਵੱਲੋਂ। ਭਾਈ ਉਹ ਕਹਿੰਦੇ ਸੀਗੇ ਕਿ ਇਹ ਬੰਦਾ ਨਾਸਤਿਕ ਹੋ ਗਿਆ ਜੀ, ਇਹ ਬੰਦੇ ਦਾ ਟੀਕਾ ਨਹੀਂ ਪੜਨਾ ਚਾਹੀਦਾ। ਅੱਜ ਤੁਸੀਂ ਸਾਰੇ ਜਾਣੇ ਉਸ ਟੀਕੇ ਤੇ ਖੜ ਗਏ, ਕਿਉਂਕਿ ਅੱਜ 21ਵੀਂ ਸਦੀ ਹੈ। ਅੱਜ ਦੀ ਜਿਹੜੀ ਨੌਜਵਾਨੀ ਹੈ, ਪੜ੍ਹੀ ਲਿਖੀ ਨੌਜਵਾਨੀ, ਉਹ ਸਵਾਲ ਪੁੱਛਦੀ ਹੈ, ਉਹ ਸਵਾਲ ਕਰਦੀ ਹੈ ਵੀ ਭਾਈ ਗੁਰਬਾਣੀ ਦੇ ਵਿੱਚ ਜਿਹੜੀ ਆਹ ਗੱਲ ਆਉਂਦੀ ਹੈ ਇਹ ਇਸ ਤਰੀਕੇ ਨਾਲ ਕਿਉਂ ਹੈ, ਇਹ ਸਮੁੱਚਤਾ ਦੇ ਨਾਲ ਖੜਦੀ ਨਹੀਂ।
ਤੇ ਜਦੋਂ ਤੁਹਾਡੇ ਵਾਲੇ ਅਰਥ ਕਰਦੇ ਆ ਨਾ ਤਾਂ ਫਿਰ ਉਹ ਗੁਰਬਾਣੀ ਤੋਂ ਦੂਰ ਹੁੰਦੇ ਆ। ਜੇ ਅੱਜ ਗੁਰਬਾਣੀ ਨਾਲ ਪਿਆਰ ਬਣਾਉਣਾ, ਜੇ ਅੱਜ ਗੁਰੂ ਸਾਹਿਬਾਨਾਂ ਦੀ ਸੋਚ ਨਾਲ ਪਿਆਰ ਬਣਾਉਣਾ ਹੈ ਤਾਂ ਅੱਜ ਜਿਹੜਾ ਆ ਇਹ ਕਾਰਜ ਜਿਹੜਾ ਕਰਨਾ ਪੈਣਾ ਆ, ਉਹ ਸਾਡਾ ਹੱਕ ਬਣਦਾ ਆ, ਉਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਆਪਣੇ ਲਈ ਤਾਂ ਸਾਰੇ ਜੀਂਦੇ ਨੇ, ਆਪਣੇ ਲਈ ਤਾਂ ਹਰੇਕ ਦੁਨੀਆ ਭੱਜੀ ਫਿਰਦੀ ਹੈ, ਸਾਰੇ ਹੀ ਆਪਣੇ ਕਮਾਉਂਦੇ ਨੇ, ਆਪਣੇ ਬੱਚਿਆਂ ਨੂੰ ਖਿਲਾਉਂਦੇ ਨੇ, ਬੱਚੇ ਪਾਲਦੇ ਨੇ, ਘਰ ਚਲਾਉਂਦੇ ਨੇ। ਇੱਕ ਜ਼ਿੰਮੇਵਾਰੀ ਉਹ ਵੀ ਹੈ ਜਿਹੜੀ ਉਹ ਅੱਜ ਭਾਈ ਰਣਜੀਤ ਸਿੰਘ ਜੀ ਕਹਿ ਰਹੇ ਨੇ ਸਾਨੂੰ ਨਿਭਾਉਣੀ ਪੈਣੀ ਹੈ। ਤੇ ਇੱਕ ਜ਼ਿੰਮੇਵਾਰੀ ਆ ਵੀ ਹੈ ਜੋ ਪੰਥ, ਜੋ ਆਪਣਾ ਜਿਹਨੂੰ ਆਪਾਂ ਪੰਥ ਕਹਿੰਦੇ ਆ, ਜਿਹਨੂੰ ਆਪਾਂ ਸਿੱਖ ਕੌਮ ਕਹਿੰਦੇ ਆ, ਜਿਹਨੂੰ ਆਪਾਂ ਗੁਰੂ ਨਾਨਕ ਪਾਤਸ਼ਾਹ ਦਾ ਚਲਾਇਆ ਹੋਇਆ ਸਿੱਖ ਧਰਮ ਕਹਿੰਦੇ ਆ, ਅੱਜ ਉਹਦੇ ਲਈ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ। ਤੇ ਜਿਹੜੇ ਵੀਰ ਭੈਣਾਂ ਇਸ ਜ਼ਿੰਮੇਵਾਰੀ ਨੂੰ ਸਮਝਦੇ ਨੇ ਉਹ ਅੱਗੇ ਆਓ, ਆਪੋ ਆਪਣੇ ਵਿਚਾਰ ਦਿਓ। ਬਹੁਤ ਸਾਰੇ ਵੀਰ ਭੈਣਾਂ ਆ ਰਹੇ ਨੇ ਜਿਹੜੇ ਇਹ ਗੱਲ ਨੂੰ ਸਮਝ ਕੇ ਅੱਗੇ ਆ ਕੇ ਆਪੋ ਆਪਣੇ ਵਿਚਾਰ ਦਿੰਦੇ ਨੇ ਸੋਸ਼ਲ ਮੀਡੀਆ ਤੇ ਬਾਕੀਆਂ ਨੂੰ ਵੀ ਬੇਨਤੀ ਆ ਵੀ ਭਾਈ ਅੱਗੇ ਆ ਕੇ ਆਪੋ ਆਪਣੀ ਗੱਲ ਕਹਿਣੀ ਸ਼ੁਰੂ ਕਰੋ। ਕਿਹਨੂੰ ਰੋਕ ਲੈਣਗੇ? ਬਿਲਕੁਲ ਹਾਂ, ਸੋਚਣ ਵਾਲੀ ਗੱਲ ਤਾਂ ਇਹੀ ਹੈ। ਹਾਂਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ ਜਥੇਦਾਰ ਦੀ, ਕਿਉਂਕਿ ਜਦੋਂ ਇਹ 500-600 ਸਾਲ ਦੀ ਤੁਸੀਂ ਪਹਿਲਾਂ ਵੀ ਗੱਲ ਲੈ ਲਓ, ਹਾਂਜੀ, ਉਦੋਂ ਸਰਕਾਰ ਤੇ ਉਦੋਂ ਦਾ ਜਿਹੜਾ ਪੁਜਾਰੀ ਸੀ ਉਹ ਰਲ ਕੇ ਚੱਲਦੇ ਸੀ। ਹਾਂਜੀ, ਜਿੱਦਾਂ ਭਗਤ ਕਬੀਰ ਸਾਹਿਬ ਜੀ ਇੱਕ ਆਪਣੇ ਸ਼ਬਦ ਦੇ ਵਿੱਚ ਕਹਿੰਦੇ ਆ, ਕਹਿੰਦੇ ਵੀ ਇੱਕ ਜਿਹੜਾ ਗਵਾਲਾ ਹੁੰਦਾ ਨਾ ਜੀ, ਹਾਂਜੀ, ਗਵਾਲਾ ਹਜ਼ਾਰ ਗਾਈ ਨੂੰ ਘੇਰ ਕੇ ਰੱਖਦਾ, ਬਿਲਕੁਲ ਉਹਨੂੰ ਆਪਣੇ ਅੰਡਰ 'ਚ ਰੱਖਦਾ। ਇਸੇ ਤਰ੍ਹਾਂ ਹੀ ਕੋਈ ਇੱਕ ਬੰਦੇ ਨੂੰ ਥਾਪ ਦਿੱਤਾ ਜਾਂਦਾ ਵਾ ਕਿ ਉਹਨੂੰ ਧਾਰਮਿਕ ਪਦਵੀ ਦੇ ਕੇ ਕਿ ਉਹ ਜਿੰਨੇ ਵੀ ਥੱਲੇ ਆ ਨਾ, ਜਿੰਨੀਆਂ ਵੀ ਉਹਦੀ ਪਰਜਾ ਜਿੰਨੀ ਵੀ, ਉਹਨੂੰ ਇੱਕ ਹੀ ਬੰਦਾ ਘੇਰ ਕੇ ਸਾਰਾ ਆਪਣਾ ਉਪਦੇਸ਼ ਦੇ ਦੇ ਤੇ ਉਹ ਮੰਨ ਲੇ। ਜਿੱਦਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਹਮ ਗੋਰੂ ਤੁਮ ਗਵਾਰ ਗਸਾਈ, ਕਹਿੰਦੇ ਵੀ ਅਸੀਂ ਤੇਰੀਆਂ ਗਾਈਆਂ ਵਾ ਤੇ ਤੂੰ ਸਾਡਾ ਗਵਾਲਾ ਵਾ। ਹਮ ਗੋਰੂ ਤੁਮ ਗਵਾਰ ਗਸਾਈ, ਕਹਿੰਦੇ ਜਨਮ ਜਨਮ ਰਖਵਾਰੇ ਕਬੂ ਨਾ ਪਾਰ ਉਤਾਰ ਚੜਾਇਓ ਕੈਸੇ ਖਸਮ ਹਮਾਰੇ। ਵੀ ਕਦੀ ਤੂੰ ਉਹੋ ਜੀ ਗੱਲ ਸਾਨੂੰ ਦੱਸੀ ਆ ਵੀ ਜਿਹੜਾ ਅਸੀਂ ਆਪਣਾ ਜਨਮ ਜਿਹੜਾ ਸਫਲ ਕਰ ਸਕੀਏ, ਇਹਨੂੰ ਚੰਗੀ ਤਰ੍ਹਾਂ ਜੀਉ ਸਕੀਏ, ਪਰ ਹਮੇਸ਼ਾ ਹੀ ਤੂੰ ਸਾਨੂੰ ਆਪਣੇ ਨੀਤ ਥੱਲੇ ਹੀ ਰੱਖਿਆ, ਆਪਣਾ ਦਬਾ ਕੇ ਹੀ ਰੱਖਿਆ, ਵੀ ਆਪਣਾ ਹੁਕਮ ਹੀ ਸਾਡੇ ਉੱਪਰ ਥੋਪਦਾ ਵਾ। ਇਸੇ ਤਰ੍ਹਾਂ ਇਹ ਇੱਕ ਜਥੇਦਾਰ ਵਾ, ਕਿਉਂਕਿ ਹੈ ਤੇ ਉਹ ਆਪਣੇ ਆਪ ਹੀ ਆਪਣੇ ਮੂੰਹ ਇਹ ਗੱਲ ਕਹਿੰਦਾ ਵੀ ਜਥੇਦਾਰ ਦਾ ਮਤਲਬ ਹੁੰਦਾ ਇੱਕ ਅਨਾਉਂਸਰ। ਹਾਂਜੀ, ਵੀ ਜੋ ਵੀ ਪੰਥ ਦੀ ਗੱਲਾਂ ਇਕੱਠੀਆਂ ਕਰਕੇ ਇੱਕ ਬੰਦੇ ਨੇ ਅਨਾਉਂਸ ਕਰਨਾ ਹੁੰਦਾ। ਜਿੱਦਾਂ ਸਟੇਜ ਤੋਂ ਕਹਿਤਾ ਕਿਸੇ ਨੇ ਅਨਾਉਂਸ ਕਰਤਾ, ਪਰ ਉਹ ਅਨਾਉਂਸਰ ਦੀ ਜਗ੍ਹਾ ਉਹ ਸਾਡਾ ਗਵਾਲਾ ਬਣਿਆ ਵਾ ਕਿ ਅਸੀਂ ਇਹ ਜਿੰਨੀਆਂ ਬਾਕੀ ਸਾਰੀਆਂ ਇਹ ਗਾਈਆਂ। ਹਾਂਜੀ, ਇਸ ਕਰਕੇ ਸਰਕਾਰ ਤੇ ਪੁਜਾਰੀ ਦੋਨੋਂ ਰਲ ਕੇ ਹੀ ਇਹ ਕੰਮ ਕਰਦੇ। ਬਿਲਕੁਲ, ਜਿੱਦਾਂ ਇੰਟਰਵਿਊ ਦੇ ਵਿੱਚ ਯਾਦਵਿੰਦਰ ਨੇ ਭਾਈ ਸਾਹਿਬ ਨੂੰ ਇੱਕ ਸਵਾਲ ਪੁੱਛਿਆ ਸੀ, ਤੁਹਾਡੀ ਗੱਲ ਤੋਂ ਹੁਣ ਮੇਰੇ ਗੱਲ ਦਿਮਾਗ 'ਚ ਆਈ ਹੈ ਕਿ ਕੌਮ ਦੇ ਵਿੱਚ ਵੱਖੋ ਵੱਖਰੇ ਰੰਗ ਨੇ, ਸੰਪਰਦਾਈ ਵੀ ਨੇ ਜੀ, ਉਹਦੇ ਵਿੱਚ ਜਿੱਦਾਂ ਸਾਰੇ ਤਰੀਕਿਆਂ ਦੇ ਜਿਹੜੇ ਆਪਣੇ ਨਿਰਮਲੇ ਵੀ ਆਉਂਦੇ ਨੇ, ਉਹਦੇ 'ਚ ਨਾਨਕਸਰੀਏ ਰਾੜੇ ਵਾਲੇ ਵੀ ਆਉਂਦੇ ਨੇ, ਵੱਖੋ ਵੱਖਰੇ ਰੰਗ ਨੇ। ਤੇ ਢੱਡਰੀਆਂ ਵਾਲਿਆਂ ਨੇ ਬਹੁਤ ਸੋਹਣਾ ਉਹਦੇ ਵਿੱਚ ਜਵਾਬ ਦਿੱਤਾ ਸੀ ਕਿ ਇੱਕ ਰੰਗ ਢੱਡਰੀਆਂ ਵਾਲੇ ਦਾ ਵੀ ਕਬੂਲ ਕਰ ਲਿਆ ਜਾਵੇ ਉਹਦੇ ਵਿੱਚ। ਫਿਰ ਉਸ ਚੀਜ਼ ਨਾਲ ਕੀ ਫਰਕ ਪੈਂਦਾ? ਉਹ ਕਬੂਲ ਕਿਉਂ ਨਹੀਂ ਕਰਨਾ ਭਾਈ? ਕਿਉਂਕਿ ਇੱਕ ਜਿਹੜੀ ਆਪਣੇ ਆਪ ਨੂੰ ਬਹੁਤ ਵੱਡੀ ਪੰਥ ਦੀ ਸਰਮੌਰ ਸੰਸਥਾ ਦਮਦਮੀ ਟਕਸਾਲ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ, ਉਹਨਾਂ ਦੇ ਬਾਬੇ ਨੂੰ ਕਿਸੇ ਟਾਈਮ ਦੇ ਉੱਤੇ ਭਾਈ ਰਣਜੀਤ ਸਿੰਘ ਨੇ ਜਿਹੜੇ ਸ਼ਬਦ ਕਹੇ ਸੀਗੇ, ਕਿਉਂਕਿ ਉਹ ਐਕਸ਼ਨ ਦਾ ਰਿਐਕਸ਼ਨ ਹੋਇਆ ਸੀਗਾ, ਕਿਉਂਕਿ ਉਹਨੇ ਹਰਨਾਮ ਸਿੰਘ ਧੁੰਮੇ ਨੇ ਸਟੇਜ ਦੇ ਉੱਤੇ ਭਾਈ ਰਣਜੀਤ ਸਿੰਘ ਨੂੰ ਜੋ ਸ਼ਬਦ ਕਹੇ ਸੀਗੇ, ਜਦੋਂ ਉਹਦੇ ਵਿਰੋਧਤਾ ਵਿੱਚ ਸ਼ਬਦ ਕਹੇ ਗਏ, ਉਹਨੂੰ ਇੱਕ ਨਿੱਜੀ ਆਪਣੇ ਦੁਸ਼ਮਣੀ ਨੂੰ ਪਾਲਦੇ ਹੋਏ ਜਿਹੜਾ ਹਮਲਾ ਕੀਤਾ ਗਿਆ, ਉਸ ਹਮਲੇ ਤੋਂ ਬਾਅਦ ਇਹਨਾਂ ਨੂੰ ਅਹਿਸਾਸ ਹੋਇਆ ਵੀ ਭਾਈ ਜੇ ਤਾਂ ਇਸ ਤਰੀਕੇ ਨਾਲ ਰਣਜੀਤ ਸਿੰਘ ਢੱਡਰੀਆਂ ਵਾਲਾ ਖਤਮ ਹੋ ਗਿਆ ਤਾਂ ਸ਼ਾਇਦ ਇਹਦੀ ਸੋਚ ਨਹੀਂ ਖਤਮ ਹੋਊਗੀ। ਪਹਿਲਾਂ ਇਹਦੀ ਸੋਚ ਨੂੰ ਖਤਮ ਕੀਤਾ ਜਾਵੇ, ਆਮ ਲੋਕਾਂ ਦੇ ਵਿੱਚ ਇਸ ਨੂੰ ਨਿਰੰਕਾਰੀਆ ਬਣਾ ਕੇ ਪੇਸ਼ ਕੀਤਾ ਜਾਵੇ, ਜੋ ਕਿ ਉਹਨਾਂ ਦੀ ਇੱਕ ਪਾਲਿਸੀ ਸੀਗੀ ਕਿ ਭਾਈ ਆਮ ਲੋਕਾਂ ਦੇ ਵਿੱਚ ਭਾਈ ਰਣਜੀਤ ਸਿੰਘ ਨੂੰ ਇੱਕ ਨਿਰੰਕਾਰੀਆ ਬਣਾ ਕੇ ਪੇਸ਼ ਕਰ ਦਿਓ, ਉਸ ਤੋਂ ਬਾਅਦ ਖਤਮ ਕਰ ਦਿਓ ਤਾਂ ਇਹ ਆਪਣੇ ਆਪ ਹੀ ਜਿਹੜੇ ਚੱਲ ਰਹੀ ਹੈ ਲਹਿਰ ਹੈ ਇਹ ਸਾਰੀ ਖਤਮ ਹੋ ਜਾਊਗੀ। ਪਰ ਕਿਤੇ ਨਾ ਕਿਤੇ ਅੱਜ ਉਹਦੇ ਵਿੱਚ ਅਸਫਲ ਹੁੰਦੇ ਦਿਸ ਰਹੇ ਆ। ਉਹ ਜਿੰਨੀ ਕਾਨਫਰੰਸ ਦੇ ਵਿੱਚ ਅੱਜ ਜੋ ਗੱਲਾਂ ਕਹੀਆਂ ਗਈਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਹੀ ਇਸ ਚੀਜ਼ ਦਾ ਸਬੂਤ ਨੇ। ਜਦੋਂ ਇੰਨੀ ਵੱਡੀ ਪਲੇਟਫਾਰਮ ਦੇ ਉੱਤੇ ਜਦੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਵਿਰੁੱਧ ਹੀ ਇਹ ਸਾਰੀਆਂ ਗੱਲਾਂ ਕਹੀਆਂ ਗਈਆਂ, ਸਾਨੂੰ ਇੱਕ ਤਰੀਕੇ ਨਾਲ ਖੁਸ਼ੀ ਵੀ ਹੁੰਦੀ ਹੈ ਭਾਈ, ਕਿਉਂਕਿ ਜ਼ਰੂਰੀ ਹੈ ਇਹ ਵਿਰੋਧ ਜਿਹੜਾ ਹੁੰਦਾ ਹੈ ਨਾ ਉਹ ਬੜਾ ਜ਼ਰੂਰੀ ਹੈ। ਤਾਂ ਹੀ ਕਰਕੇ ਸਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਗੱਲ ਹੈ ਉਹ ਆਮ ਲੋਕਾਂ ਦੇ ਵਿੱਚ ਪਹੁੰਚ ਰਹੀ ਹੈ, ਕਿਤੇ ਨਾ ਕਿਤੇ ਆਮ ਲੋਕਾਂ 'ਚ ਆਵਾਜ਼ ਉੱਠ ਰਹੀ ਹੈ। ਜਿਹੜੇ ਚੈਨਲ ਦੇ ਉੱਤੇ ਉਦੋਂ ਚੱਲ ਰਿਹਾ ਸੀ ਨਾ ਪ੍ਰੋਗਰਾਮ, ਮੈਂ ਉਹ ਚੈਨਲ ਦੇਖ ਰਿਹਾ ਸੀਗਾ ਜਦੋਂ ਪ੍ਰੋਗਰਾਮ ਚੱਲਦਾ ਸੀ, ਤਾਂ ਮੈਂ ਥੱਲੇ ਕਮੈਂਟ ਪੜ੍ਹਦਾ ਸੀ ਉਹਦੇ ਵਿੱਚ, ਤੇ ਮੈਂ ਘੱਟੋ ਘੱਟ ਅੱਧਾ ਘੰਟਾ ਉਹ ਥੱਲੇ ਕਮੈਂਟ ਪੜ੍ਹੇ, ਤੇ ਆਮ ਲੋਕਾਂ ਦੇ ਵਿੱਚ ਇੱਕ ਕਮੈਂਟ ਵੀ ਇਹਨਾਂ ਦੇ ਹੱਕ 'ਚ ਨਹੀਂ ਸੀ। D9 ਕੁਛ ਕਰਕੇ ਇਹੋ ਜਿਹਾ ਕੋਈ ਫੇਸਬੁੱਕ ਤੇ ਚੈਨਲ ਸੀ, ਉੱਥੇ ਲਾਈਵ ਚੱਲ ਰਿਹਾ ਸੀਗਾ ਉਸ ਵੇਲੇ, ਤੇ ਇੱਕ ਵੀ ਕਮੈਂਟ ਇਹਨਾਂ ਬੰਦਿਆਂ ਦੇ ਹੱਕ 'ਚ ਨਹੀਂ ਆਇਆ। ਸੋ ਉਹਦੇ ਨਾਲ ਕਿਤੇ ਨਾ ਕਿਤੇ ਇਹ ਮੈਸੇਜ ਜ਼ਰੂਰ ਆਉਂਦਾ ਆ ਦਿਮਾਗ ਨੂੰ ਕਿ ਆਵਾਮ ਕਿਤੇ ਨਾ ਕਿਤੇ ਜਾਗ ਰਹੀ ਹੈ। ਸਾਰੀਆਂ ਜੈਨੂਅਨ ਆਈਡੀਆਂ ਦੇ ਉੱਤੇ ਸਾਰੇ ਲੋਕ ਜਿਹੜੀਆਂ ਉੱਥੇ ਗੱਲਾਂ ਕਰਦੇ ਸੀਗੇ,
ਆਵਾਮ ਨੂੰ ਅੱਜ ਸਮਝ ਲੱਗਣ ਲੱਗ ਪਈ ਹੈ ਭਾਈ ਜਾਂ ਤਾਂ ਆਪਣਾ ਸਟਾਈਲ ਜਿਹੜਾ ਹੈ ਉਹਨੂੰ ਚੇਂਜ ਕਰ ਲਓ, ਉਹਨੂੰ ਬਦਲ ਕੇ ਦੇਖ ਲਓ, ਸ਼ਾਇਦ ਤੁਹਾਡੀ ਗੱਲ ਲੋਕਾਂ ਦੇ ਵਿੱਚ ਜਾਣ ਲੱਗ ਪਵੇ। ਤਰੀਕਾ ਇੱਕੋ ਹੀ ਹੈ ਕਿ ਭਾਈ ਰਣਜੀਤ ਸਿੰਘ ਨੇ ਜਦੋਂ ਤੁਹਾਨੂੰ ਕਿਹਾ ਸੀਗਾ ਕਿ ਭਾਈ ਆਪਣਾ ਪ੍ਰਚਾਰ ਕਰਨਾ ਸ਼ੁਰੂ ਕਰੋ, ਨਾ ਕਿ ਸਿਰਫ ਆਪਣਾ ਜ਼ੋਰ ਕ੍ਰਿਟਿਸਿਜ਼ਮ ਤੇ ਹੀ ਦਈ ਰੱਖੋ। ਆਪਣਾ ਪ੍ਰਚਾਰ ਕਰੋ, ਆਪਣੀ ਗੱਲ ਲੋਕਾਂ 'ਚ ਕਰੋ, ਜਿਹੜੀਆਂ ਤੁਹਾਡੀਆਂ ਮਨੌਤਾਂ ਨੇ ਉਹਨੂੰ ਲੋਕਾਂ 'ਚ ਦੱਸੋ ਕਿ ਉਹ ਕਿਸ ਤਰੀਕੇ ਨਾਲ ਤੁਹਾਡੇ ਨਾਲ ਕਾਰਾਗਰ ਨੇ। ਅੱਜ ਸਿਰਫ ਇੱਕੋ ਹੀ ਚੀਜ਼ ਤੇ ਇਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਭਾਈ ਅਸੀਂ ਇਦਾਂ ਹਜੂਰੀਏ ਦੇ ਨਾਲ ਹੀ ਦਰਵਾਜ਼ਾ ਖੋਲਦੇ ਹੁੰਦੇ ਆ, ਅਸੀਂ ਦੁੱਧ ਦੀਆਂ ਪੀਪੀਆਂ ਵੀ ਮਾਂਜ ਕੇ ਲਿਆਉਂਦੇ ਆ। ਤਾਂ ਅੱਜ ਦੇਖੋ ਕਰੋਨਾ ਵਾਇਰਸ ਆਇਆ ਤੇ ਉਹਦੇ ਕਰਕੇ ਦੇਖੋ ਜੀ ਸਾਡੀ ਇਹ ਜਿਹੜੀ ਗੱਲ ਆ, ਕਹਿੰਦੇ ਪਹਿਲਾਂ ਹੀ ਸਾਡੇ ਤਾਂ ਗੁਰੂ ਸਾਹਿਬ ਨੇ ਕਹਿਤਾ ਸੀਗਾ ਵੀ ਇਦਾਂ ਹੋਣੀ ਆ, ਤਾਂ ਉਸ ਚੀਜ਼ ਨੂੰ ਬਹੁਤ ਹਾਸੋਹੀਣਾ ਬਣਾ ਕੇ ਪੇਸ਼ ਕੀਤਾ ਗਿਆ। ਜਦ ਕਿ ਜਿਹੜੀ ਕੌਮ ਨੂੰ ਕਿਹਾ ਗਿਆ ਸੀ ਕਿ ਗਿਆਨ ਨੂੰ ਜਿਹੜੀ ਕੌਮ ਗੁਰੂ ਮੰਨਦੀ ਹੈ, ਬਿਲਕੁਲ ਜਿਹੜੀ ਕੌਮ ਅੱਜ ਸਭ ਤੋਂ ਸਿਆਣੀ ਹੋਣੀ ਚਾਹੀਦੀ ਸੀ ਦੁਨੀਆ ਦੇ ਨਕਸ਼ੇ ਦੇ ਉੱਤੇ, ਅੱਜ ਜਦੋਂ ਇਹੋ ਜਿਹੀਆਂ ਹਾਸੋਹੀਣੀਆਂ ਗੱਲਾਂ ਕਰਦੀ ਹੈ ਤਾਂ ਤੁਹਾਨੂੰ ਕਿੱਦਾਂ ਮਹਿਸੂਸ ਹੁੰਦਾ? ਤੁਹਾਨੂੰ ਆਪੇ ਹੀ ਲੱਗਦਾ ਕਿ ਨਹੀਂ ਵੀ ਯਾਰ ਕੀ ਥੋੜ੍ਹਾ ਸੀਗਾ ਇਹੋ ਜਿਹੇ ਕੰਮ ਕਰਨ ਤੋਂ? ਤੁਸੀਂ ਕੀ ਕਹਿ ਰਹੇ ਹੋ ਕਿ ਅਸੀਂ ਜਿਹੜੇ ਹੁਣ ਤੱਕ ਅਸੀਂ ਜਿਹੜੀਆਂ ਦੁੱਧ ਦੀਆਂ ਪੀਪੀਆਂ ਵੀ ਮਾਂਜ ਜਿਹੜੇ ਪੀਂਦੇ ਰਹੇ ਹਾਂ ਕਿ ਅੱਜ ਕਰੋਨਾ ਵਾਇਰਸ ਆਇਆ ਉਹ ਤਾਂ ਕਰਕੇ ਅਸੀਂ ਕਰਦੇ ਹੁੰਦੇ ਸੀਗੇ। ਭਾਈ ਉਹਦਾ ਜੇ ਹੋ ਸਕਦਾ ਨਾ ਤਾਂ ਆਪਣੇ ਬੱਚਿਆਂ ਨੂੰ ਤੁਸੀਂ ਸਾਇੰਟਿਸਟ ਬਣਾਉਂਦੇ, ਡਾਕਟਰ ਬਣਾਉਂਦੇ, ਜਿਹੜੇ ਕਿ ਇਸ ਨਿਯਮ ਨੂੰ ਸਮਝਦੇ, ਕੁਦਰਤ ਦੇ ਕਾਨੂੰਨ ਨੂੰ, ਕਿ ਭਾਈ ਇਹਦੇ ਜਿਹੜਾ ਇਹ ਕੋਈ ਵੀ ਬਿਮਾਰੀ ਆਉਂਦੀ ਹੈ, ਕੋਈ ਵੀ ਵਾਇਰਸ ਆਉਂਦਾ, ਉਸ ਦਾ ਇਲਾਜ ਕਿਸ ਤਰੀਕੇ ਨਾਲ ਕੀਤਾ ਜਾਂਦਾ। ਫਿਰ ਅਸੀਂ ਮੰਨਦੇ ਕਿ ਹਾਂ ਭਾਈ ਤੁਸੀਂ ਕਿਸੇ ਬ੍ਰਹਮ ਗਿਆਨਤਾ ਨੂੰ ਜਾਣਦੇ ਹੋ, ਫਿਰ ਤੁਸੀਂ ਕੋਈ ਬ੍ਰਹਮ ਗਿਆਨ ਕੀ ਬਣਾਇਆ ਤੁਸੀਂ ਹੁਣ ਤੱਕ ਕੌਮ ਨੂੰ? ਕੀ ਹੁਣ ਤੱਕ ਬੰਨਣਾ ਸਿਖਾਇਆ ਤੁਸੀਂ ਕੌਮ ਨੂੰ? ਕਿ ਦਮਾਲੇ ਬੰਨ ਲੈ, ਵੱਡੇ ਵੱਡੇ ਉੱਪਰ ਦੀ ਉੱਪਰ ਜਿੰਨੇ ਕੱਪੜੇ ਬੰਨ ਹੁੰਦੇ ਆ ਬੰਨ ਲਓ, ਜਿੰਨਾ ਵੱਡੇ ਤੋਂ ਵੱਡਾ ਦਮਾਲਾ ਉਹਨਾਂ ਵੱਡੇ ਤੋਂ ਵੱਡਾ ਸਿੱਖ। ਤੇ ਭਾਈ ਇਹ ਸਿੱਖ ਬਣਾਉਣੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਨੇ। ਕੀ ਦੱਸੇ ਪਾਤਸ਼ਾਹ ਦਾ ਜੀਵਨ ਇਹ ਕੰਮ ਕਰਨ ਤੇ ਆਇਆ ਸੀਗਾ ਕਿ ਚੋਲੇ ਪਾ ਲਓ, ਦਮਾਲੇ ਬੰਨ ਲਓ, ਦੋ ਕਿਰਪਾਨਾਂ ਪਾ ਲਓ, ਲੋਕਾਂ ਨਾਲ ਲੜਦੇ ਫਿਰੋ, ਬਰਸ਼ੀਆਂ ਦੇ ਉੱਤੇ ਟੋਪੀਆਂ ਟੰਗਦੇ ਫਿਰੋ। ਕੀ ਵਾਕਿਆ ਹੀ ਇਹ ਅੱਜ ਦੀ ਸਿੱਖੀ ਸੀਗੀ? ਕਿ ਇਹ ਅੱਜ ਸਿਆਣਪ ਦਿੱਤੀ ਸੀ ਕੌਮ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ? ਕੀ ਪੰਜਵੇਂ ਪਾਤਸ਼ਾਹ ਤਵੀ ਤੇ ਬਹਿਣ ਦਾ ਮਤਲਬ ਇਹ ਸੀਗਾ ਕਿ ਭਾਈ ਤੁਸੀਂ ਜਦੋਂ ਸਿੱਖ ਤੁਸੀਂ ਬਣ ਜੂਗੇ ਨਾ, ਜਦੋਂ ਤੁਸੀਂ ਬਹੁਤ ਜਦੋਂ ਵੱਡੇ ਹੋ ਗਏ ਆਪਣੇ ਆਪ, ਜਦੋਂ ਇੱਕ ਰਾਜ ਦੇ ਵਿੱਚ ਆਪਾਂ ਸਿਰਫ ਬਹੁਤ ਗਿਣਤੀ ਆ, ਤਾਂ ਉਹਦੇ ਵਿੱਚ ਜੇ ਕੋਈ ਆਮ ਬੰਦਾ ਆਵੇ ਤਾਂ ਤੁਸੀਂ ਟੋਪੀ ਖੋਲ੍ਹੋ ਤੇ ਨੇਜੇ ਟੰਗ ਲਿਓ। ਨਹੀਂ ਤੁਸੀਂ ਦੇਖੋ ਵੀ ਮੈਂ ਹੋਲੇ ਮਹੱਲੇ ਦੇ ਦਿਨ ਤੇ ਜਿਹੜੀ ਉਹ ਟੋਪੀ ਦੀ ਗੱਲ ਤੁਸੀਂ ਕੀਤੀ ਆ, ਦੇਖ ਲਓ ਵੀ 2 ਨਿਹੰਗ ਉਹ ਨੇਜੇ 'ਚ ਟੋਪੀਆਂ ਵਸਾ ਕੇ ਤੁਰੇ ਫਿਰਦੇ। ਹਾਂ ਉਹ ਮੇਰੇ ਸਾਡੇ ਕੋਈ ਜਾਣ ਪਛਾਣ ਵਾਲੇ ਆ ਉੱਥੇ, ਉਹਨਾਂ ਦੇ ਰਿਸ਼ਤੇਦਾਰ ਵੀ ਉਹ ਸਹੁਰੇ ਆ ਮੁੰਡੇ ਦੇ, ਉਹ ਕਲੀਨ ਸ਼ੇਪ ਆ ਸਾਰੇ, ਉੱਥੇ ਦੁਕਾਨਾਂ ਲਾਉਂਦੇ ਆ। ਹੁਣ ਉਹ ਆਪਣੀਆਂ ਦੁਕਾਨਾਂ ਤੇ ਜੇ ਬੰਦੇ ਟੋਪੀ ਲਾ ਕੇ ਬੈਠੇ ਆ, ਮੰਨ ਲਓ ਇਹ ਹੋਲੇ ਮਹੱਲੇ ਦੇ ਨਾਲੇ ਤਾਂ ਲਾ ਲੈ, ਉਦਾਂ ਜਿਹੜੇ ਉੱਥੇ ਮੁੰਨੇ ਰਹਿੰਦੇ ਫਿਰ ਉਹ ਕੀ ਕਰਨ? ਇਹ ਤਾਂ ਕਹਿਣਗੇ ਨੰਗੇ ਸਿਰ ਲਾ ਲੈਣਾ ਤੁਸੀਂ ਨੰਗੇ। ਹੁਣ ਉਦਾਂ ਤਾਂ ਉਹਨੀ ਟੋਪੀਆਂ ਲਈਆਂ ਸੀਗੀਆਂ, ਚਲੋ ਮੰਨ ਲਓ ਵੀ ਆਪਣਾ ਸੈੱਟ ਢਕਿਆ ਸੀਗਾ। ਹੁਣ ਜਦੋਂ ਤੁਸੀਂ ਬਿਨਾਂ ਆਪਣੇ ਤਿਉਹਾਰ ਤੋਂ ਜਾਓਗੇ ਉੱਥੇ ਨੰਗੇ ਸਿਰੇ ਥੱਲੇ ਦਾ ਘੁੰਮੋਗੇ, ਜਿੱਥੇ ਉੱਤੇ ਸੱਚਖੰਡ ਉੱਥੇ ਥੋੜੋ ਜਾਓਗੇ, ਜਿੱਥੇ ਕੇਸਗੜ੍ਹ ਸਾਹਿਬ ਉੱਥੇ ਦਾ ਸੈੱਟ ਆ ਕੇ ਇਹ ਥੱਲਿਓਂ ਟੋਪੀਆਂ ਦੇਖ ਲਓ ਲਾ ਕੇ ਉੱਤੇ ਨੇਜੇ ਫਸਾ ਕੇ ਏਦਾਂ ਸੂਰਮੇ ਬਣੇ ਫਿਰਦੇ। ਲੱਗਦਾ ਨਹੀਂ ਵੀ ਧੱਕਾ ਕਰ ਰਹੇ, ਗੁੰਡਾਗਰਦੀ ਸ਼ਰੇਆਮ। ਕਿਸੇ ਜਥੇਦਾਰ ਦਾ, ਕਿਸੇ ਧੁੰਮੇ ਦਾ, ਕਿਸੇ ਹੋਰ ਸੰਸਥਾ ਦਾ ਕੋਈ ਬਿਆਨ ਆਇਆ ਵੀ ਉਹਨੇ ਗਲਤ ਕੰਮ ਕੀਤਾ? ਕੋਈ ਕਮੇਟੀ ਬਣੀ ਇਹਨਾਂ ਦੇ ਵਿਰੁੱਧ? ਕਮੇਟੀ ਤਾਂ ਤੁਸੀਂ ਛੱਡੋ, ਉੱਥੇ ਦੇਖ ਲਓ ਵੀ ਸਿਰਫ ਤੇ ਸਿਰਫ ਇਹਨਾਂ ਨੂੰ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੇ ਖਿਲਾਫ ਧੂਆਂ ਤਾਂ ਬਿਆਨਬਾਜ਼ੀ ਕਰਨ ਤੇ ਰਹੇ ਨਾ। ਇਹਨਾਂ ਨੂੰ ਇਹ ਦਿਖਿਆ ਵੀ ਬਾਹਰ ਭੰਗਾਂ ਰਗੜੀਆਂ ਜਾ ਰਹੀਆਂ, ਉੱਥੇ ਘੋਟਣੇ ਨਾਲ ਭੰਗ ਰਗੜੀ ਜਾ ਰਿਹਾ। ਉੱਥੇ ਨਹੀਂ ਇਹਨਾਂ ਨੂੰ ਦੀਦਾ ਕਿਸੇ ਜਥੇਦਾਰ ਨੂੰ, ਨਾ ਕਿਸੇ ਸੰਸਥਾ ਨੂੰ, ਨਾ ਉਹ ਟੋਪੀਆਂ ਵਾਲਾ ਮਸਲਾ ਦਿਸਿਆ, ਕੋਈ ਨਹੀਂ। ਬਸ ਉਹ ਸਿਰਫ ਤੇ ਸਿਰਫ ਆਪਣਾ ਉਹ ਭਾਈ ਰਣਜੀਤ ਸਿੰਘ ਦੇ ਖਿਲਾਫ। ਉਹ ਵੀ ਤੁਸੀਂ ਇਹ ਦੇਖੋ ਵੀ ਸਟੇਜ ਵੀ ਦੇਖੋ ਵੀ ਹੁਣ ਇੱਥੇ ਤੱਕ ਇਹਨਾਂ ਦੇ ਮਾੜੇ ਦਿਨ ਆ ਗਏ ਆ। ਇੱਕ ਹੋਲੇ ਮਹੱਲੇ ਦੀ ਸਟੇਜ ਤੋਂ ਇਹਨਾਂ ਨੂੰ ਆਹ ਮੰਨ ਲਓ ਵੀ ਵਿਰੋਧੀ ਬਿਆਨ ਦੇਣੇ ਪੈ ਰਹੇ। ਇਹਨਾਂ ਗੱਲਾਂ ਤੋਂ ਇਹ ਨਹੀਂ ਮਹਿਸੂਸ ਹੁੰਦਾ ਕਿ ਵੀ ਇਹ ਸੂਰਜ ਪ੍ਰਕਾਸ਼ ਦੀ ਸਿੱਖੀ ਹੈ? ਹਾਂਜੀ ਹਨਾ, ਬਿਲਕੁਲ ਸਾਬਤ ਹੁੰਦਾ ਇਹਨਾਂ ਗੱਲਾਂ ਤੋਂ ਕਿ ਇਹ ਸੂਰਜ ਪ੍ਰਕਾਸ਼ ਦੀ ਸਿੱਖੀ ਹੈ, ਜਿੱਥੋਂ ਆਪਾਂ ਗੁਰੂ ਨਾਨਕ ਦੀ ਸਿੱਖੀ। ਹਾਂਜੀ, ਮੇਰੇ ਹਿਸਾਬ ਨਾਲ ਆਪਣਾ ਟਾਈਮ ਹੁਣ ਲੱਗ ਵੀ ਆ ਗਿਆ ਨਾ। ਹਾਂਜੀ ਬਿਲਕੁਲ। ਥੋੜਾ ਤੇ ਆਪਾਂ ਇਸ ਤਰ੍ਹਾਂ ਵੀ ਜਿੱਦਾਂ ਹੁਣ ਭਾਈ ਸਾਹਿਬ ਦੀ ਜਦੋਂ ਬਾਰ-ਬਾਰ ਗੱਲ ਫਿਰ ਭਾਈ ਸਾਹਿਬ ਦੀ ਆਉਂਦੀ ਹੈ, ਕਿਉਂਕਿ ਜੇ ਭਾਈ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਸੋਚ ਤੇ ਜੰਮੀ ਹੋਈ ਮਿੱਟੀ, ਜੰਮੀ ਹੋਈ ਧੂੜ ਨੂੰ ਜੇ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਆਪਾਂ ਕਦਮ ਦੇ ਨਾਲ ਕਦਮ ਮਿਲਾ ਕੇ ਚੱਲੀਏ। ਕਿਉਂਕਿ ਇਹਨਾਂ ਨੇ ਪਿਛਲੇ ਹਫ਼ਤੇ ਵੀ ਜਿਹੜੀ ਗੱਲ ਕੀਤੀ ਸੀ, ਜਿਹੜੀ ਇੰਟਰਵਿਊ ਦੇ ਵਿੱਚ ਯਾਦਵਿੰਦਰ ਦੇ ਨਾਲ ਵੀ, ਉਹ ਕਹਿੰਦੇ ਵੀ ਜੇ ਤੁਸੀਂ ਕਰਾਮਾਤ ਖੇਲਣੀ ਹੈ ਨਾ ਤੇ ਫਿਰ ਬਹੁਤ ਮੁਸ਼ਕਿਲ ਅਸੀਂ ਅੱਗੇ ਜਾਣਾ, ਕਿਉਂਕਿ ਕਰਾਮਾਤ ਦੇ ਵਿੱਚ ਦੂਸਰਿਆਂ ਨੇ ਸਾਡੇ ਤੋਂ ਅੱਗੇ ਲੰਘ ਜਾਣਾ। ਕਰਾਮਾਤਾਂ 'ਚ ਉਹ ਅੱਗੇ, ਕਰਾਮਾਤਾਂ 'ਚ ਸਾਡੇ ਨੂੰ ਬਹੁਤ ਅੱਗੇ ਆ। ਜਿੱਦਾਂ ਕਿ ਉਹਨਾਂ ਨੂੰ ਬਾਰ-ਬਾਰ ਇੱਕ ਸਵਾਲ ਉਹਨਾਂ ਨੇ ਪੱਤਰਕਾਰ ਬਾਰ-ਬਾਰ ਯਾਦਵਿੰਦਰ ਨੂੰ ਉਹਨਾਂ ਨੂੰ ਪੁੱਛਦਾ ਸੀ ਕਿ ਵਲੀ ਗੰਧਾਰੀ ਨੇ ਜਿਹੜਾ ਪੱਥਰ ਸੁੱਟਿਆ ਵਾ ਉਹ ਗੁਰੂ ਸਾਹਿਬ ਨੇ ਰੋਕਿਆ ਕਿ ਨਹੀਂ ਰੋਕਿਆ? ਉਹ ਕਹਿੰਦੇ ਵੀ ਮੈਂ ਇਸ ਗੱਲ ਜਵਾਬ ਦੇਣ ਤੋਂ ਪਹਿਲਾਂ ਤੂੰ ਇਹ ਗੱਲ ਸੋਚੋ ਵੀ ਕੀ ਇੱਕ ਬੰਦਾ ਇੱਕ ਹੱਥ ਤੇ ਪਹਾੜੀ ਚੱਕ ਕੇ ਲਿਆ ਸਕਦਾ? ਜਦੋਂ ਅਸੀਂ ਕਰਾਮਾਤ ਖੇਲਾਂਗੇ ਤੇ ਫਿਰ ਅਸੀਂ ਗੁਰੂ ਨਾਨਕ ਸਾਹਿਬ ਨੂੰ ਛੋਟਾ ਪਾਵਾਂਗੇ। ਕਿਉਂਕਿ ਗੁਰੂ ਨਾਨਕ ਸਾਹਿਬ ਉਹ ਸੀ ਜਦੋਂ ਕੋਈ ਡਿਕਟੇਟਰਸ਼ਿਪ ਦੇ ਵਿੱਚ ਬੋਲਦਾ ਨਹੀਂ ਸੀ, ਜਦੋਂ ਉਹਨਾਂ ਨੇ ਕਿਹਾ ਸੀ ਕਿ ਰਾਜੇਸ਼ੀ ਮੁਕੱਦਮ ਕੁੱਤੇ ਕਾਦੀ ਕੂੜ ਬੋਲ ਮਲ ਖਾਏ, ਉਸ ਟਾਈਮ ਤੇ ਕਹਿਣਾ ਬਾਹਮਣ ਨਾ ਆਵੇ ਜੀਆਂ ਖਾਏ,
ਜੋਗੀ ਜੁਗਤ ਨਾ ਜਾਣੇ ਅੰਧ ਤਿੰਨੇ ਉਜਾੜੇ ਕਾ ਬੰਦ, ਕਿਉਂਕਿ ਤਿੰਨ ਹੀ ਉਦੋਂ ਚੱਲਦੇ ਸੀ। ਤਿੰਨਾਂ ਨੂੰ ਕਿਹਾ ਵੀ ਉਜਾੜੇ ਦੇ ਬੰਦ ਤੁਸੀਂ ਬੰਧਨਾਂ ਦੇ ਵਿੱਚ ਪਾਇਆ, ਇਹ ਤਾਂ ਲੁੱਟ ਰਹੇ ਜੇ। ਇਹ ਗੁਰੂ ਨਾਨਕ ਸਾਹਿਬ ਨਹੀਂ, ਜਿੱਦਾਂ ਹੁਣ ਤੁਸੀਂ ਕਰਾਮਾਤ ਦੀ ਗੱਲ ਕੀਤੀ ਆ ਨਾ, ਵੀ ਕਰਾਮਾਤ ਮੰਨਣੀ ਆ ਤੇ ਫੇਰ ਤਾਂ ਉਹ ਜਿਹੜੀ ਗੁਰੂ ਰਵਿਦਾਸ ਭਗਤ ਰਵਿਦਾਸ ਜੀ ਦੀ ਪੱਥਰੀ ਉਹਨੇ ਫੜੀ ਆ ਬਾਹਰ ਨਿਕਲ ਕੇ ਗੰਗਾ ਨੇ, ਉਹ ਵੀ ਮੰਨਣੀ ਪੈਣੀ। ਹਾਂਜੀ, ਤੇ ਫਿਰ ਇਹ ਤਾਂ ਉਹੀ ਗੱਲ ਤਾਂ ਸਮਝਤਾ ਨਹੀਂ ਹੁੰਦੀ ਨਾ। ਇਹ ਤਾਂ ਮੰਨ ਲਓ ਵੀ ਜਿਹੜਾ ਸਿਰ ਵੱਡੇ, ਇਹ ਤੇ ਚੂਹੇ ਦੇ ਉੱਤੇ ਹਾਥੀ ਦਾ ਸਿਰ ਵੀ ਲੱਗਾ ਮੰਨਣਾ ਪੈਣਾ, ਹਾਥੀ ਦਾ ਸਿਰ ਲਾਇਆ ਉਹਨੂੰ ਵੀ ਮੰਨੋ, ਬਿਲਕੁਲ ਮੰਨਣਾ ਪੈਣਾ। ਸਾਰਾ ਕੁਝ ਕਰਾਮਾਤਾਂ ਹੀ ਸਾਰੀਆਂ ਰਹਿ ਜਾਣੀ, ਕਿਉਂਕਿ ਹੈ ਹੀ ਕਰਾਮਾਤਾਂ ਦਿੱਤੀਆਂ ਗਈਆਂ ਨਾ ਸ਼ੁਰੂ ਤੋਂ। ਸਾਡਾ ਜੇ ਜਦੋਂ ਆਮ ਨਾਰਮਲ ਪੜ੍ਹਿਆ ਲਿਖਿਆ ਬੰਦਾ ਆ, ਜਦੋਂ ਉਹ ਇਸ ਚੀਜ਼ ਨੂੰ ਦੇਖਦਾ ਆ, ਸਮੁੱਚਤਾ ਨੂੰ ਜਦੋਂ ਉਹ ਮੋਹਰੇ ਰੱਖਦਾ ਆ ਕਿ ਸਿੱਖ ਧਰਮ ਜਦੋਂ ਹੋਂਦ ਵਿੱਚ ਆਇਆ, ਜਦੋਂ ਗੁਰਬਾਣੀ ਨੂੰ ਪੜ੍ਹਦਾ ਆ, ਇੱਕ ਵਾਰੀ ਤੁਸੀਂ ਗੁਰਬਾਣੀ ਨੂੰ ਪੂਰੀ ਨੂੰ ਪੜ੍ਹ ਕੇ ਦੇਖ ਲਓ, ਸਾਰੀਆਂ ਕਰਾਮਾਤਾਂ ਦਾ ਖੰਡਨ ਕੀਤਾ ਹੈ ਗੁਰਬਾਣੀ ਵਿੱਚ। ਕਿ ਬਾਬਾ ਨਾਨਕ ਜਿਨ੍ਹਾਂ ਨੇ ਵੱਖੋ ਵੱਖਰੇ ਭਗਤਾਂ ਦੀਆਂ ਬਾਣੀਆਂ ਜਿਹੜੀਆਂ ਇਕੱਤਰ ਕਰਕੇ ਜਦੋਂ ਇੱਕ ਜਗ੍ਹਾ ਤੇ ਉਹਨਾਂ ਨੇ ਇਕੱਠੀਆਂ ਕੀਤੀਆਂ, ਇੱਕ ਜਗ੍ਹਾ ਪੜ੍ਹੀਆਂ ਹੋਣੀਆਂ ਨੇ, ਕਿ ਉਹ ਇਹ ਸੋਚਿਆ ਹੋਣਾ ਵੀ ਇੱਕ ਪੱਥਰ ਆਊਗਾ ਉਤੋਂ ਮੈਂ ਉਹਨੂੰ ਅੱਧਾ ਪੰਜੇ ਨਾਲ ਲਾ ਕੇ ਰੋਕ ਲਊਂਗਾ ਤਾਂ ਮੁੜ ਕੇ ਫਿਰ ਉਹਦੇ ਨਾਲ ਮੇਰੀ ਬੱਲੇ ਬੱਲੇ ਹੋ ਜੂਗੀ। ਕਿ ਗੁਰੂ ਨਾਨਕ ਦੇਵ ਜੀ ਦੀ ਉਸ ਦੇ ਲਈ ਉਸ ਤੋਂ ਬਿਨਾਂ ਹੋਰ ਕੋਈ ਹੈ ਨਹੀਂ ਸੀ ਮਹਾਨ, ਜਿੱਦਾਂ ਉਹਨਾਂ ਦੀ ਕੋਈ ਮਹਾਨ ਗੱਲਬਾਤ ਹਨਾ। ਕਿਉਂਕਿ ਜਦੋਂ ਉਹਨਾਂ ਨੇ ਪੂਰੇ ਕਹਿੰਦੇ ਆ ਕਿ ਬਹੁਤ 4 ਉਦਾਸੀਆਂ ਕੀਤੀਆਂ ਉਹਨਾਂ ਨੇ ਕਾਫੀ 1000 ਕਿਲੋਮੀਟਰ ਦਾ ਸਫ਼ਰ ਜਿਹੜਾ ਆ ਉਹਨਾਂ ਨੇ ਉਹ ਪੈਦਲ ਤੈਅ ਕੀਤਾ। ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਇਹਨਾਂ ਭਰਮਾਂ 'ਚ, ਇਹਨਾਂ ਕਰਾਮਾਤਾਂ ਦੀ ਜਿਹੜੀ ਬਣਾਏ ਹੋਏ ਧਰਮ ਸੀਗੇ, ਜੋ ਉਹਨਾਂ ਦੇ ਛੋੜਾ ਜਿਹੜਾ ਬ੍ਰਾਹਮਣ ਨੇ ਉਹਨਾਂ ਦੇ ਦਿਮਾਗਾਂ ਤੇ ਪਾਇਆ ਗਿਆ ਸੀ, ਜੋ ਜੋਗੀ ਨੇ ਪਾਇਆ ਸੀ, ਜੋ ਕਾਜੀ ਨੇ ਪਾਇਆ ਸੀ, ਉਸ ਨੂੰ ਹੀ ਭੰਡਣ ਦੇ ਉੱਤੇ ਉਹਨਾਂ ਨੇ ਆਪਣਾ ਸਾਰਾ ਜੀਵਨ ਲਾਇਆ। ਉਸ ਤੋਂ ਬਾਅਦ 10 ਪਾਤਸ਼ਾਹੀਆਂ ਨੇ ਉਹੀ ਸੋਚ ਅੱਗੇ ਦੀ ਅੱਗੇ ਜਿਹੜੀ ਆ ਡਿਲੀਵਰ ਕਰਦੇ ਗਏ ਆ। ਪਰ ਉਹ ਜਿਹੜੀ ਸੋਚ ਹੈ, ਜਦੋਂ ਅੱਜ ਉਹਦੇ ਤੇ ਮਿੱਟੀ ਪੈ ਗਈ ਤਾਂ ਆਮ ਬੰਦਾ ਇਸ ਚੀਜ਼ ਨੂੰ ਬਹੁਤ ਸਹਿਜੇ ਸਮਝ ਲੈਂਦਾ ਕਿ ਸਾਡੇ ਉੱਤੇ ਇਹ ਕਰਾਮਾਤ ਦਾ ਛੋੜਾ ਕਿਉਂ ਪਾਇਆ ਗਿਆ। ਕਿਉਂਕਿ ਸਾਨੂੰ ਜਿਹੜਾ ਇੱਕ ਸਿੱਖੀ ਸੋਚ ਹੈ, ਜੋ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਹੈ, ਉਹਨੂੰ ਇੱਕ ਜਿਹੜਾ ਵੱਡਾ ਤਬਕਾ ਆ ਆਪਣੇ ਆਪ 'ਚ ਮਰਜ ਕਰਨਾ ਚਾਹੁੰਦਾ ਹੈ, ਉਹ ਇਹਨੂੰ ਖਤਮ ਕਰਨਾ ਚਾਹੁੰਦਾ ਹੈ। ਕਿਉਂਕਿ ਜਿਹੜੀ ਇਹ ਸੋਚ ਹੈ ਨਾ, ਇਸ ਦੇ ਨਾਲ ਤੁਸੀਂ ਅੱਗੇ ਵਧਣਾ ਹੈ। ਤੇ ਸ਼ਾਇਦ ਕੋਈ ਨਹੀਂ ਚਾਹੁੰਦਾ ਹੋਵੇ ਕਿ ਭਾਈ ਸਿੱਖ ਅੱਗੇ ਵਧ ਸਕਣ, ਪਰ ਉਹਨਾਂ ਦੇ ਵਿੱਚ ਸਿੱਖਾਂ ਦਾ ਆਪਣਾ ਕੰਟਰੀਬਿਊਸ਼ਨ ਕੀ ਹੈ ਜੇ ਦੇਖਿਆ ਜਾਵੇ ਤਾਂ, ਕਿ ਸਿੱਖ ਅੱਜ ਇਸ ਚੀਜ਼ ਨੂੰ ਸੋਚ ਰਹੇ ਆ ਕਿ ਵਾਕਈ ਅਸੀਂ ਅੱਗੇ ਵਧ ਰਹੇ ਹਾਂ, ਕਿ ਵਾਕਈ ਆਪਣੇ ਬੱਚਿਆਂ ਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ, ਕਿ ਵਾਕਈ ਆਪਣੇ ਅਸੀਂ ਜੋ ਬੱਚਿਆਂ ਨੂੰ ਜਿਹੜੀ ਸੋਚ ਦੇ ਰਹੇ ਹਾਂ ਕਿ ਅਗਾਹ ਵਧੂ ਹੈਗੀ ਹੈ, ਕਿ ਉਹ 21ਵੀਂ ਸਦੀ ਦੇ ਨਾਲ ਆਪਣੇ ਆਪ ਨੂੰ ਟਾਈ ਅਪ ਕਰ ਸਕਣਗੇ। ਅੱਜ ਦੁਨੀਆ ਕਿੱਥੇ ਦੀ ਕਿੱਥੇ ਜਾ ਰਹੀ ਹੈ, ਪਰ ਅਸੀਂ ਅੱਜ ਜਿਹੜੀਆਂ ਅੱਜ ਹਾਸੋਹੀਣੀਆਂ ਗੱਲਾਂ ਸਾਨੂੰ ਅੱਜ ਇੱਥੇ ਬਹਿ ਕੇ ਕਰਨੀਆਂ ਪੈਂਦੀਆਂ ਨੇ ਕਿ ਨੇਜਿਆਂ ਉੱਤੇ ਅੱਜ ਇੱਕ ਸਿੱਖ ਧਰਮ ਦਾ ਬਹੁਤ ਜਿਹੜਾ ਮਹਾਨ ਤਿਉਹਾਰ ਕਰਕੇ ਪੂਰੀ ਦੁਨੀਆ 'ਚ ਜਾਣਿਆ ਜਾਂਦਾ, ਉਹਦੇ ਉੱਤੇ ਨੇਜਿਆਂ ਤੇ ਟੋਪੀਆਂ ਟੰਗ ਕੇ ਲੋਕਾਂ ਨੂੰ ਦਿਖਾਈਆਂ ਜਾ ਰਹੀਆਂ ਨੇ। ਅਗਲੇ ਸਾਲ ਭਾਈ ਜਿਹੜੇ ਉੱਥੇ ਆਈ ਆ ਸੰਗਤ, ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਜਦੋਂ ਅਗਲੇ ਸਾਲ ਹੋਲੇ ਮਹੱਲੇ ਜਾਓ, ਖਿਆਲ ਨਾ ਜਾਇਓ ਜਿਹੜੇ 5 ਕਕਾਰਾਂ ਦੇ ਧਾਰੀ ਆ ਉਹੀ ਜਾਇਓ, ਕਿਉਂਕਿ ਇੱਕ ਕਕਾਰ ਆਪਣਾ ਕਸ਼ਹਿਰਾ ਵੀ ਆਉਂਦਾ। ਤੇ ਸੋ ਜੇ ਅਗਲੇ ਸਾਲ ਨਹੰਗਾ ਦੇ ਦਿਮਾਗ 'ਚ ਕਿਤੇ ਭੰਗ ਪੀ ਕੇ ਇਹ ਆ ਗਿਆ ਵੀ ਭਾਈ ਇਹ ਲਾਉਣੇ ਆ ਹੁਣ ਨਾ, ਵੀ ਜਿਹਨਾਂ ਦੇ ਕੱਛੇ ਪਾਏ ਆ ਲੋਕਾਂ ਨੇ, ਤਾਂ ਫਿਰ ਉਹ ਆਪਣਾ ਵੀ ਆਪ ਵੀ ਖਿਆਲ ਰੱਖਿਓ ਤੁਸੀਂ, ਕਿਉਂਕਿ ਜਿਹੜੀ ਬਹੁਤ ਕਈ ਵਾਰੀ ਸ਼ਰਮ ਆਉਂਦੀ ਆ ਉਹਦਾ ਇਹੋ ਜਿਹੀਆਂ ਗੱਲਾਂ ਕਰਦੇ ਹੋਏ ਵੀ ਚੈੱਕ ਕਰਨ ਲੱਗ ਪਉਣਾ। ਹਾਂਜੀ, ਉਹ ਕੋਈ ਇਸ ਚੀਜ਼ ਦਾ ਪਤਾ ਨਹੀਂ ਹੈਗਾ। ਜੇ ਅੱਜ ਕੌਮ ਦਾ ਜਿਹੜਾ ਜਥੇਦਾਰ ਹੈ, ਜਿਹੜਾ ਕੌਮ ਦਾ ਜਿਹਨੂੰ ਆਪਾਂ ਮੋਢੀ ਕਹਿੰਦੇ ਆ, ਜਿਹੜਾ ਕੌਮ ਕਹਿੰਦੇ ਜਥੇਦਾਰ ਜੋ ਕਹਿ ਦਿੱਤਾ ਨਾ ਕੌਮ ਵਹੀ ਮੰਨ ਲੈਤੀ, ਜਿਹੜੀ ਉਹ ਗੱਲ ਹੈ, ਜੇ ਵਾਕਈ ਉਹਨੂੰ ਤੁਸੀਂ ਅੱਜ ਪ੍ਰਵਾਨ ਕਰਨਾ ਤਾਂ ਕਿਤੇ ਨਾ ਕਿਤੇ ਸਿੱਖਾਂ ਨੂੰ ਸਿਆਣੇ ਹੋਣ ਵੱਲ ਲੈ ਕੇ ਜਾਓ। ਭਾਈ ਜਿਹੜੀ ਗੱਲ ਸਹੀ ਹੈ ਉਹਨੂੰ ਸਹੀ ਕਹਿਣ ਦਾ ਆਪਣੇ ਆਪ 'ਚ ਮਾਦਾ ਆਪਣੇ ਆਪ 'ਚ ਕਾਇਮ ਕਰੋ। ਇੱਕ ਵਾਰੀ ਕਿਸੇ ਸਹੀ ਗੱਲ ਨੂੰ ਸਹੀ ਕਹਿ ਕੇ ਦੇਖ ਲਓ। ਗਿਆਨੀ ਹਰਪ੍ਰੀਤ ਸਿੰਘ ਜੀ, ਤੁਹਾਨੂੰ ਇਹ ਗੱਲ ਬੇਨਤੀ ਹੈ ਕਿ ਇੱਕ ਵਾਰੀ ਸੱਚਾਈ ਨੂੰ ਕਬੂਲ ਕਰਕੇ ਦੇਖਿਓ ਤੁਸੀਂ ਕਿੰਨੇ ਕੁ ਦਿਨ ਕੱਢਦੇ ਹੋ। ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਬੈਠ ਕੇ ਬਿਆਨ ਦਿਓਗੇ ਨਾ, ਜਦੋਂ ਤੁਹਾਨੂੰ ਜਥੇਦਾਰੀ ਤੋਂ ਲਾਹ ਦਿੱਤਾ ਜਾਊਗਾ, ਤਾਂ ਫਿਰ ਤੁਸੀਂ ਉਹ ਸਾਰੀਆਂ ਗੱਲਾਂ ਮੂਹਰੇ ਜਦੋਂ ਉਦੋਂ ਕਰੋਗੇ ਤਾਂ ਉਸ ਕੀਤਿਆਂ ਦਾ ਕੋਈ ਫਾਇਦਾ ਨਹੀਂ ਹੋਣਾ। ਜਿੰਨੇ ਜਥੇਦਾਰ ਹੁਣ ਤੱਕ ਲੱਤ ਮਾਰ ਕੇ ਬਾਹਰ ਕੱਢੇ ਗਏ ਆ, ਬਾਅਦ 'ਚ ਉਹਨਾਂ ਨੇ ਇਹ ਸਾਰੇ ਸਿਸਟਮ ਨੂੰ ਲੋਕਾਂ ਦੇ ਮੂਹਰੇ ਨੰਗੇ ਕੀਤਾ, ਪਰ ਜਿੰਨਾ ਚਿਰ ਉਹ ਇਸ ਜਥੇਦਾਰੀ ਦਾ ਨਿੱਘ ਮਾਣ ਰਹੇ ਸੀਗੇ ਉਸ ਵੇਲੇ ਉਹਨਾਂ 'ਚ ਹਿੰਮਤ ਨਹੀਂ ਪਈ। ਅੱਜ ਵੀ ਪ੍ਰੋਫੈਸਰ ਦਰਸ਼ਨ ਸਿੰਘ ਵਰਗੇ ਜਿਨ੍ਹਾਂ ਨੂੰ ਪੰਥ 'ਚੋਂ ਛੇਕ ਵੀ ਦਿੱਤਾ ਗਿਆ, ਪਰ ਅੱਜ ਜਥੇਦਾਰੀ ਵਾਲਾ ਛੱਜ ਉਹਨਾਂ ਦੇ ਪਿੱਛੋਂ ਨਹੀਂ ਲੱਥਾ। ਅੱਜ ਵੀ ਜਦੋਂ ਕੋਈ ਇੰਟਰਵਿਊ ਹੁੰਦੀ ਹੈ, ਆਪਣੇ ਆਪ ਦੇ ਨਾਲ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਆਪਣੇ ਆਪ ਨੂੰ ਲਾਉਂਦੇ ਆ। ਅੱਜ ਉਹੀ ਜਿਹੜਾ ਛੱਜ ਹੈ ਉਹ ਉਹਨਾਂ ਨੂੰ ਅੱਗੇ ਵਧਣ ਨਹੀਂ ਦੇ ਰਿਹਾ, ਕਿਉਂਕਿ ਅੱਜ ਉਹੀ ਛੱਜ ਫਸਿਆ ਫਿਰਦਾ ਉਹਨਾਂ ਦਾ। ਸੋ ਇੰਨੀਆਂ ਕੁ ਬੇਨਤੀਆਂ ਅੱਜ ਸਿੱਖ ਮੱਤ ਦੇ ਵਿੱਚ ਆਪਾਂ 5ਵੇਂ ਭਾਗ 'ਚ ਕਰਨੀਆਂ ਸੀਗੀਆਂ। ਅਗਲੇ ਹਫ਼ਤੇ ਆਪਾਂ ਤੁਹਾਨੂੰ ਫੇਰ ਮਿਲਾਂਗੇ। ਹੁਣ ਸਾਡੇ ਚਾਰਾਂ ਵੱਲੋਂ ਆਪ ਸਾਰੇ ਸਰੋਤਿਆਂ ਨੂੰ, ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।